ਜੀ ਜ਼ਿਕਰ ਛਿੜ ਪਿਆ ਤੇ ਜ਼ਰਾ ਅੱਬੂ ਜਿਹੜੇ ਨਾ ਉਹ ਲਾਈਕ ਥੋੜੀ ਜਿਹੀ ਉਹਨਾਂ ਦਾ ਜ਼ਹਿਨ ਜਿਹੜਾ ਨਾ ਉਹ ਲਾਈਕ ਦਿਓਬੰਦ ਤੱਕ ਚਲਾ ਜਾਂਦਾ ਤੇ ਵਾਪੀ ਵੀ ਕਦੀ ਕਦਾਰ ਉਹ ਜਾਂਦੇ ਨੇ, ਠੀਕ ਹੈ। ਤੇ ਉਹਨਾਂ ਨੇ ਕੀ ਜੀ ਕਿ ਬਾਗੇ ਫਿਦਾ ਜਿਹੜਾ ਸੀ ਹਜ਼ਰਤ ਉਸਮਾਨ ਗਨੀ ਨੇ ਉਸ ਸ਼ਖਸ ਨੂੰ ਦਿੱਤਾ ਸੀ ਜਿਸ ਸ਼ਖਸ ਨੂੰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਨਾ ਪਸੰਦ ਕੀਤਾ ਸੀ ਤੇ ਉਹਨੂੰ ਮਦੀਨਾ ਤੋਂ ਬਾਹਰ ਕੱਢ ਦਿੱਤਾ ਸੀ। ਇਸ ਦਾ ਕੀ ਜਦੋਂ ਉਹਨਾਂ ਦੀ ਖਿਲਾਫਤ ਆਈ ਸੀ ਜੀ ਮੇਰੇ ਇਲਮ ਚ ਨਾਕਸ ਮੇਰਾ ਇਲਮ ਹੈ, ਮੇਰੇ ਇਲਮ ਚ ਨਹੀਂ ਹੈ ਕਿਹੜੀ ਤੁਸੀਂ ਗੱਲ ਕਰਦੇ ਹੋ। ਬਾਗੇ ਫਿਦਾ ਦੀ ਗੱਲ ਕਰਦਾ ਮੈਂ। ਹਾਂਜੀ ਨਹੀਂ ਮੇਰੇ ਇਲਮ ਚ ਨਹੀਂ ਹੈ ਜੀ। ਓਕੇ ਥੈਂਕ ਯੂ। ਹਾਂਜੀ कोई कादियानी है, आओ यार पेड़ च आओ यार, कोई कादियानी हो मर हो मर जाओ। आज मैं कहता हूँ कि मौजू भी तुम्हारा, शराइत भी तुम्हारी, जिस मौजू पे कहोगे बात करते हैं, आओ सामने आओ कादियानी। आज कितनी तारीख है? 17 तारीख है ते के 16? आज 16 तारीख है, 5वां महीना है। ਕੱਲ ਦਾ ਇੱਕ ਮਰਦਈ ਨੇ ਚੈਲੰਜ ਕੀਤਾ ਦਾ ਵੇ ਜੀ ਕਿ ਮੈਂ ਜਨਾਬ ਆਵਾਂਗਾ ਤੇ ਤੁਹਾਡੇ ਕੋਲ ਸਿੱਖਣਾ ਵੇ ਜਦੋਂ ਪਹਿਲਾ ਇਨਸਾਨ ਪੈਦਾ ਹੋਇਆ ਉੱਥੋਂ ਗੱਲ ਕਰਸਾਂ। ਅੱਛਾ ਉਹ ਪਤਾ ਜੀ ਉਹ ਕੀ ਉਹਦਾ ਨਾਂ ਸੀ, ਅਮਰ ਕੀ ਉਹਦਾ ਨਾਂ ਸੀ ਯਾਰ, ਮੁਫਤੀ ਸਾਹਿਬ ਤੁਹਾਡੀ ਉਹਦੇ ਨਾਲ ਗੱਲ ਹੋਈ ਸੀ, ਉਹਦੀ ਵੀਡੀਓ ਵੀ ਤੁਸੀਂ ਉੱਤੇ ਚਾੜੀ ਹੈ। ਉਹ ਕੀ ਉਹ ਕਿੰਗ ਬॉय ਸਮਥਿੰਗ ਇੰਜ ਕਰਕੇ ਕੋਈ ਉਹਦਾ ਉਹਨੇ ਅਫਰੀਕਾ ਤੇ ਗੱਲ ਕਰਨੀ ਹੈ। ਅੱਛਾ ਉਹਨੇ ਅਫਰੀਕਾ ਤੇ ਆ ਕੇ ਗੱਲ ਕਰਨੀ ਹੈ। ਉਹੀ ਬਸ ਫਿਰ ਉਹਨੂੰ ਉਲਗਾ ਤੇ ਲੈਣ ਦਿਓ ਨਾ ਜ਼ਰਾ, ਉਹਦਾ ਮਨਾਜ਼ਰਾ ਹੋਣਾ ਮੁਫਤੀ ਸਾਹਿਬ। ਉਹ ਬੜਾ ਕਹਿੰਦਾ ਮੈਂ ਪੂਰੀ ਛੁੱਟੀ ਤੁਹਾਡੇ ਵਾਸਤੇ ਕੀਤੀ ਹੈ, ਕੋਈ 5-6 ਘੰਟੇ ਤੁਹਾਡੇ ਨਾਲ ਡਿਬੇਟ ਕਰਸਾਂ। ਚਲੋ ਕਿਦੋਂ ਕੋ ਆਏਗਾ? 17 ਦਾ ਉਹਦਾ ਵਾਦਾ ਹੈ ਮੁਫਤੀ ਸਾਹਿਬ। 17 ਨੂੰ ਕਿਹੜੀ ਟਾਈਮ? यूके टाइम तकरीबन मेरे ख्याल 6-7 बजे। तो पाकिस्तानी कोई बन जाना कोई राती 1-2 का टाइम, दोपहर दा रात दा ते ਉਹ ਬਸ ਦੁਨੀਆ ਦਾ ਉਹੀ ਇੱਕ ਹੀ ਕਾਦੀਆਨੀ ਬਚਿਆ ਹੈ ਕਿ ਹੋਰ ਵੀ ਕੋਈ ਹੈ ਵੇ ਕੋਈ ਮਾਂ ਦਾ ਪਲੇਠੀ ਦਾ ਬੱਚਾ? ਉਹ ਵੀ ਤੁਹਾਨੂੰ ਗੱਲ ਦੱਸੀ ਨਾ ਮੁਫਤੀ ਸਾਹਿਬ, ਅੱਜ ਕੱਲ੍ਹ ਜਿਹੜੇ ਮਰਜ਼ਈ ਨੇ ਨਾ ਅੱਜ ਕੱਲ੍ਹ ਉਹ ਆਪਣੀਆਂ ਗੁੱਠਾਂ 'ਚ ਵੜੇ ਰਹਿੰਦੇ ਨੇ, ਬਾਹਰ ਨਹੀਂ ਨਿਕਲਦੇ ਕਿਉਂਕਿ ਉਹਨਾਂ ਨੂੰ ਪਤਾ ਬਾਹਰ ਨਿਕਲੋ ਬੇਇੱਜ਼ਤੀ ਹੁੰਦੀ ਹੈ। ਇਹਨਾਂ ਹਬੀਸਾਂ ਨੇ ਮਿਰਜ਼ੇ ਨੂੰ ਐਡੇ ਕੋਈ ਗੰਦੇ, ਮੈਂ ਕਹਿੰਦਾ ਵਾ ਕਿ ਇੱਕ ਛਾਪਰ 'ਚ ਲਪੇਟ ਕੇ ਰੱਖੇ ਹੈ ਕਿ ਉਹਦਾ ਗੰਦਾ ਛਾਪਰ ਹੱਥ ਵੀ ਨਹੀਂ ਲਾਉਣ ਦਿੰਦੇ। ਹੱਥ ਲਾਈਏ ਤੇ ਮਿਰਜ਼ਾ ਭੌਂਕਦਾ, ਮਰਜ਼ਈ ਭੌਂਕਦਾ। कसम से मुफ्ती साहब जी ਉਹਨਾਂ ਨੂੰ ਬਹੁਤ ਦਰਦ ਹੁੰਦਾ ਨਾ ਪਿੱਛੇ, ਤਾਂ ਹੀ ਅਸੇ ਨਹੀਂ ਲਾਉਣ ਦਿੰਦੇ। ਦਰਦ ਹੋ ਰਿਹਾ, ਇਹ ਗੱਲ ਨਹੀਂ ਕਰਨੀ ਪਲੀਜ਼ ਮਿਹਰਬਾਨੀ, ਉਹ ਦਰਦ ਹੋ ਰਿਹਾ। कसम से मुफ्ती साहब अल्लाह की कसम चुक के कहना ਤੇ ਹੁਣ ਤੇ ਮਿਰਜ਼ਾ ਨੂੰ ਤੇ ਗੰਦੀ ਗਾਲ ਹੋ ਗਈ ਜੀ। ਜਦੋਂ ਮਿਰਜ਼ੇ ਦੀ ਕਿਤਾਬ ਗਾਲ ਹੀ ਹੈ ਕਾਦੀਆਨੀਆਂ ਵਾਸਤੇ, ਯਾਨੀ ਜਦੋਂ ਤੁਸੀਂ ਮਿਰਜ਼ੇ ਦੀ ਕੋਈ ਕਿਤਾਬ ਖੋਲੋਗੇ ਹਜੇ ਤੁਸੀਂ ਨਾ ਹੀ ਲੈਣਾ ਹੈ ਕਿਤਾਬ, ਉਹਨੇ ਮਿਰਜ਼ੇ ਨੇ ਨਾ ਕਾਦੀਆਨੀ ਨੇ ਅੱਗੋਂ ਚੀਕਣਾ ਸ਼ੁਰੂ ਕਰ ਦੇਣਾ। ਬਿਲਕੁਲ ਸਹੀ ਹੈ ਕਿਤਾਬ। ਤੇ ਮੁਫਤੀ ਸਾਹਿਬ ਓਨੈਸਟਲੀ ਮੈਂ ਜਿਹੜਾ ਵੇ ਨਾ ਇਹ ਕਿਤਾਬ ਪੜ੍ਹੀ ਸੀ ਇੱਕ ਗਲਤੀ ਦਾ ਮਸਾਲਾ, ਮੇਰੀ ਹਿੰਮਤ ਨਹੀਂ ਜੇ ਪੈਂਦੀ ਕਿ ਮੈਂ ਕਿਸੇ ਬੰਦੇ ਦੇ ਸਾਹਮਣੇ ਉਹ ਕਿਤਾਬ ਪੜ੍ਹਾਂ, ਇੰਨੀ ਕੁ ਉਸ ਗੰਦੇ ਸ਼ਖਸ ਨੇ ਗੁਸਤਾਖੀ ਕਰ ਦਿੱਤੀ। ਹਾਂਜੀ ਉਹਦੀ ਕੋਈ ਕਿਤਾਬ ਹੀ ਨਹੀਂ ਪੜ੍ਹੀ ਜਾਂਦੀ ਜੀ, ਬਸ ਬਕਵਾਸੀਆਤ, ਲਗਵੀਆਤ, ਖਰਾਫਾਤ ਦਾ ਮਜਮੂਆ ਹੈ ਮਿਰਜ਼ੇ ਦੀਆਂ ਕਿਤਾਬਾਂ। ਅੱਛਾ ਅੱਜ ਕੱਲ੍ਹ ਕੀ ਕਰਦੇ ਨੇ ਪਏ? ਅੱਛਾ ਮੁਫਤੀ ਸਾਹਿਬ ਇੱਕ ਮੈਨੂੰ ਇੱਕ ਚੀਜ਼ ਦੱਸੋ ਕਿ ਅੱਜ ਕੱਲ੍ਹ ਇਹਨਾਂ ਆਪਣੀਆਂ ਬਰਾਡਾਂ 'ਤੇ ਬਾਬਾ ਗੁਰੂ ਨਾਨਕ ਸਾਹਿਬ ਦੀ ਫੋਟੋ ਲਾਈ ਹੁੰਦੀ ਹੈ, ਠੀਕ ਹੈ, ਅਤੇ ਉਹਨਾਂ ਨੂੰ ਕਹਿੰਦੇ ਨੇ ਜੀ ਇਹ ਵਲੀਉੱਲਾ ਸਨ, ਠੀਕ ਹੈ। ਜਿਹੜਾ ਵੀ ਨੇ ਮੁਸਲਮਾਨ ਸਾਡਾ ਅਕੀਦਾ ਇਹ ਵੇ ਕਿ ਬਾਬਾ ਗੁਰੂ ਨਾਨਕ ਸਾਹਿਬ ਅੱਲਾ ਦੇ ਬੰਦੇ ਸਨ, ਠੀਕ ਹੈ, ਨੇਕ ਬੰਦੇ ਸਨ। ਬਾਕੀ ਉਹਨਾਂ ਜਿਹੜਾ ਆਪਣਾ ਮਜ਼ਹਬ ਬਣਾਇਆ ਉਹ ਜਾਣਨ ਤੇ ਰੱਬ ਦੀ ਜ਼ਾਤ ਜਾਣਨ।
ਉਹ ਸਾਡੇ ਵੱਲੋਂ ਬਾਹਰ ਹੋ ਗਏ, ਤਾਂ ਸਾਡੀ ਤਕਨੀਕ ਤੇ ਸਾਡੀ ਤਨਕੀਦ 'ਚੋਂ ਬਾਹਰ ਹੋ ਗਏ, ਕਿਉਂਕਿ ਉਹਨਾਂ ਦਾ ਆਪਣਾ ਇੱਕ ਮਜ਼ਹਬ ਹੈ। ਜਿਹੜਾ ਬੰਦਾ ਕੋਈ ਸਾਡੇ ਤੇ ਉਂਗਲੀ ਚੁੱਕੇਗਾ, ਫਿਰ ਅਸੀਂ ਉਹਨੂੰ ਜਵਾਬ ਦੇਣ ਦੇ ਕਾਸਰ ਆ ਕਿ ਤੂੰ ਜਿਹੜਾ ਵੇ ਕੀ ਕਹਿੰਦੇ ਸਾਡੇ ਮਜ਼ਹਬ ਤੇ ਉਂਗਲੀ ਚੁੱਕੀ। ਲੇਕਿਨ ਕਿਸੇ ਦੇ ਮਜ਼ਹਬ ਨੂੰ ਬੁਰਾ ਭਲਾ ਕਹਿਣਾ ਤੇ ਐਵੇਂ ਬੇਫਜ਼ੂਲ ਹੀ ਜਿਹੜਾ ਕਿਸੇ ਨਾਲ ਉਹਨੂੰ ਫੜ ਕੇ ਤੇ ਜਨਾਬ ਐਵੇਂ ਪਿਆ ਗੰਦਾ ਕਰਨਾ, ਠੀਕ ਹੈ, ਇਹ ਸਾਡਾ ਇਸਲਾਮ ਇਜਾਜ਼ਤ ਨਹੀਂ ਦਿੰਦਾ ਜਿੰਨੀ ਦੇਰ ਤੱਕ ਤੁਹਾਡਾ ਦੁਸ਼ਮਣ ਤੁਹਾਡੇ ਸਾਹਮਣੇ ਨਹੀਂ ਆਉਂਦਾ। ਤੇ ਵਲੀਉੱਲਾ ਹੋਣ 'ਚ ਮੁਫਤੀ ਸਾਹਿਬ ਡੈਫੀਨੇਟਲੀ ਇਨਸਾਨ ਦਾ ਮੁਸਲਮਾਨ ਹੋਣਾ ਤੇ ਮਸਟ ਹੈ। ਤੇ ਐਡੇ ਹਬੀਸ ਦੇ ਬੱਚੇ ਨੇ ਕਿ ਬਾਬਾ ਗੁਰੂ ਨਾਨਕ ਸਾਹਿਬ ਨੂੰ ਜਨਾਬ ਵਲੀਉੱਲਾ ਬਣਾਈ ਫਿਰਦੇ ਨੇ ਪਏ, ਤੇ ਲਾਈਵਾ ਬਰਾਡਾ ਚਲਾਉਂਦੇ ਨੇ ਪਏ। ਉਹ ਬਸ ਇੰਝ ਹੀ ਹੈਗਾ ਜੀ। ਅੱਜ ਦੀ ਗੱਲ ਮਿਰਜ਼ਾ ਕਾਦੀਆਨੀ ਆਪਣੇ ਆਪ ਨੂੰ ਕਹਿੰਦਾ ਹੈ, ਆਂਦਾ ਹੈ ਚੋਲਾ ਸਾਹਿਬ ਮੈਨੂੰ ਮਿਲੇ ਹੈ, ਬਾਬਾ ਗੁਰੂ ਨਾਨਕ ਤੇ ਮੈਂ ਵਾਂ, ਤੇ ਉਹ ਗੀਤਾ ਮੇਰੇ ਉੱਤੇ ਨਾਜ਼ਲ ਹੋਈ ਹੈ ਤੇ ਮੇਰੇ ਬਾਰੇ ਨਾਜ਼ਲ ਹੋਈ ਹੈ। ਉਹਦੇ ਤੋਂ ਬਾਅਦ ਅੱਜ ਇੱਕ ਹੋਈ ਹੈ ਨਾ ਇੰਝ ਦੀ ਗੱਲ ਮੁਫਤੀ ਸਾਹਿਬ, ਇੱਕ ਸਿੱਖ ਭਰਾ ਸੀ ਸਾਡਾ ਆਇਆ ਤੇ ਉਹ ਮੈਨੂੰ ਕਹਿੰਦਾ ਸ਼ਾਇਦ ਭਾਜੀ ਤੁਸੀਂ ਸਹੀ ਗੱਲ ਕਰਦੇ ਹੋ। ਮੈਂ ਕੀ ਹੋਇਆ ਜੀ? ਕਹਿੰਦਾ ਇੱਕ ਮਰਜ਼ਈ ਨੇ ਬਾਬਾ ਗੁਰੂ ਨਾਨਕ ਸਾਹਿਬ ਦੀ ਫੋਟੋ ਲਾਈਏ ਤੇ ਮੈਂ ਉੱਤੇ ਟੁਰ ਗਿਆ ਵਾਂ, ਮੈਨੂੰ ਚੁੱਕਿਆ ਨੇ ਕਾਲ ਤੇ ਕਹਿੰਦਾ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕੀ ਸਮਝਦੇ ਹੋ? ਮੈਨੂੰ ਤੇ ਇਹ ਪਤਾ ਲੱਗਾ ਤੁਹਾਡੀਆਂ ਕਿਤਾਬਾਂ 'ਚ ਇਹ ਲਿਖਿਆ ਦਾ, ਠੀਕ ਹੈ, ਤੇ ਕਹਿੰਦਾ ਥੱਲੇ ਲਾ ਕੇ ਤੇ ਗਾਲਾਂ ਕੱਢਣ ਲੱਗ ਪਏ ਨੇ। ਮੈਂ ਕਿਹਾ ਤੈਨੂੰ ਮੈਂ ਕੀ ਕਿਹਾ ਸੀ ਕਿ ਨਾ ਜਾਓ ਉੱਥੇ। ਅੱਜ ਕੱਲ੍ਹ ਮੈਂ ਆਰੀਆ ਪੜ੍ਹੀ ਦੀ ਹੈ ਮੁਫਤੀ ਸਾਹਿਬ, ਗਾਲ ਤੋਂ ਬਗੈਰ ਤੇ ਕਾਦੀਆਨੀ ਗੱਲ ਕਰਦੇ ਹੀ ਨਹੀਂ। ਅੱਛਾ ਮੁਫਤੀ ਸਾਹਿਬ ਜ਼ਰਾ ਥੋੜ੍ਹਾ ਜਿਹਾ ਆਰੀਆ ਧਰਮ ਦੇ ਬਾਰੇ 'ਚ ਵੀ ਜ਼ਿਕਰ ਕਰ ਦਿਓ ਪਲੀਜ਼, ਜੇ ਗੁਸਤਾਖੀ ਮਾਫ਼ ਹੋਏ ਤੇ, ਕਿਉਂਕਿ ਸਿੱਖਾਂ ਨੂੰ ਤੇ ਅਸਾਂ ਜਾਂ ਕਰ ਛੜਿਆ ਵੇ ਕਿ ਇਹ ਦੇ ਲਓ ਮਰਦਈਆਂ ਦੀ ਕਰਤੂਤ। ਤੇ ਹੁਣ ਅੱਜ ਕੱਲ੍ਹ ਜਿਹੜਾ ਨਾ ਮੈਂ ਥੋੜ੍ਹਾ ਜਿਹਾ ਆਰੀਆ ਧਰਮ ਨੂੰ ਵੀ ਥੋੜ੍ਹਾ ਜਿਹਾ ਮੱਦੇ ਨਜ਼ਰ ਰੱਖਣਾ ਪਿਆ ਤਾਂ ਕਿ ਹਿੰਦੂਆਂ ਨੂੰ ਵੀ ਦੱਸਿਆ। ਆਰੀਆ ਧਰਮ ਯਾਨੀ ਬੁੱਤਾਂ ਦੇ ਪੁਜਾਰੀ ਹਿੰਦੁਸਤਾਨ ਤੇ ਉਹ ਤਬਕਾ ਕੇ ਜਿਹੜਾ ਬੁੱਤਾਂ ਦਾ ਪੁਜਾਰੀ ਏ ਉਹਨਾਂ ਨੂੰ ਆਰੀਆ ਲੋਕ ਕਿਹਾ ਜਾਂਦਾ ਹੈ। ਤੇ ਮਿਰਜ਼ਾ ਕਾਦੀਆਨੀ ਉਸੇ ਆਰੀਆ ਧਰਮ ਦੇ ਬਾਰੇ ਤੇ ਉਹ ਆਂਦਾ है जी मैं आर्यों का बादशाह हूँ, मुझे वही नाज़िल हुई है, मेरे खुदा ने मुझे कहा है कि मैं आर्यों का बादशाह हूँ, यानी इन्हां बुत परस्तां दा बादशाह खुद मिर्ज़ा कादियानी कहंदा है। ते मिर्ज़ा कादियानी असल च बुत परस्तां दा बादशाह वे और गुरु वे, खुद मिर्ज़े ने दावा कीता है। ਮੁਫਤੀ ਸਾਹਿਬ ਉਹ ਕਿਤਾਬ ਦੇ ਪੇਜ ਕਿੱਥੇ ਲਿਖਿਆ ਦਾ ਜਿੱਥੇ ਇਹਨੇ ਕਿਹਾ ਕਿ ਮੈਂ ਕ੍ਰਿਸ਼ਨ ਰੁਦਰ ਗੋਪਾਲ ਹੂੰ? ਹਾਂਜੀ ਉਹ ਤੇ ਬੜੀ ਜਗ੍ਹਾ ਤੇ ਉਹਨੇ ਲਿਖਿਆ ਵੇ, ਲੇਕਿਨ ਮੈਂ ਚਲੋ ਇੱਕ ਅੱਧਾ ਹਵਾਲਾ ਦੇ ਦੇਣਾ ਵਾ। ਮੈਨੂੰ ਇਹ ਹਵਾਲਾ ਚਾਹੀਦਾ ਤਾਂ ਕਿ ਮੈਂ ਜਿਹੜਾ ਨਾ ਇਹ ਜ਼ਰਾ ਇਹਨਾਂ ਨੂੰ ਮੈਂ ਸਮਝਾਵਾਂ ਲੋਕਾਂ ਨੂੰ ਕਿ ਇਹ ਵੇਖੋ ਇਹ ਬਗੈਰਤੀਆਂ ਕੌਣ ਕਰਦਾ ਸੀ ਪਿਆ, ਕਿਉਂਕਿ ਮੈਂ ਹੁਣ ਇਹਨਾਂ ਦਾ ਇੰਟਰਨੈਟ ਦੇ ਉੱਤੇ ਟਿਕਟੋਕ ਦੇ ਉੱਤੇ ਜੀਣਾ ਮੁਹਾਲ ਕਰ ਦੇਣਾ ਮੇਰਾ ਮਿਸ਼ਨ ਹੀ ਹੈ ਵੀ। ਜੀ ਕੋਈ ਮਨੀਰ ਅਹਿਮਦ ਸਾਹਿਬ ਆਏ ਜੀ ਜੀ ਮਨੀਰ ਅਹਿਮਦ ਸਾਹਿਬ अस्सलाम वालेकुम रहमतुल्लाहि व बरकातहू। जी जनाब कैसे हैं सर? ठीक है, शुक्र अल्लाह का। अच्छा वो ना हवाला सुन लो, किरशन वाला हवाला जड़ा वे रूहानी खज़ान जिल्द 20 सफ़ा 229। एक सेकंड मुफ्ती साहब, जिल्द 20 सफ़ा 229 लैक्चर सियालकोट किताब का नाम है। लेक्चर सियालकोट। आर्यों का बादशाह वाला हवाला ते किरशन वाला हवाला एक और ले लवो, रूहानी खज़ान जिल्द 22 सफ़ा 522। 522 ਤੇ ਇਸ ਕਿਤਾਬ ਦਾ ਕੀ ਨਾਮ ਹੈ? ਇਹਦਾ ਨਾਮ ਹੈ ਤਤੀਮਾ ਹਕੀਕਤੁਲ ਵਹੀ। ਹਕੀਕਤੁਲ ਵਹੀ, ਠੀਕ ਹੋ ਗਿਆ। ਅੱਛਾ ਜੀ ਮਨੀਰ ਅਹਿਮਦ ਸਾਹਿਬ ਤੁਸੀਂ ਕੌਣ ਹੋ ਜਨਾਬ, ਜ਼ਰਾ ਆਪਣਾ ਤਾਰਫ ਕਰਵਾ ਦਿਓ। सर नाद मेरा तो सब पढ़ लिया, मेरा साउथ अफ्रीका में होना, सही है। पाकिस्तान गुजरात शादीवाल पिंड है मेरे। ठीक हो गया जी। तो तुसी सर जमात अहमदी ਨਾਲ ਤਾਲੁਕ ਰੱਖਦੇ ਹੋ? नहीं, अल्लाह माफ़ करे।
ठीक हो गया फिर ठीक है। ਮੈਂ ਸਰ ਜੀ ਸੁਬਾਹ ਜਿਹੜਾ ਨਾ ਉਹਨਾਂ ਦਾ ਗੁਫ਼ਤਗੂ ਸੁਣ ਰਿਹਾ ਸਾਂ, ਠੀਕ ਹੈ, ਕਿਉਂਕਿ ਮੁਫਤੀ ਸਾਹਿਬ ਦੇ ਮੈਂ ਵੇਖੀ ਬਰਾੜ ਤੇ ਮੈਂ ਸੁਣੀ ਗੱਲ, ਮੈਂ ਚਲੋ ਕੋਈ ਤੇ ਸਾਡੇ ਸਾਥੀ ਜਿਹੜੇ ਆਉਣ ਲੱਗੇ ਨੇ ਨਾ ਸਰ ਜੀ, ਸਾਨੂੰ ਐਡਾ ਕੋਈ ਇਲਮ ਤੇ ਨਹੀਂ ਹੈ ਇਹਨਾਂ ਚੀਜ਼ਾਂ ਦਾ, ਕਿਉਂਕਿ ਉਹ ਤਿਆਰੀ ਪੂਰੀ ਕਰਕੇ ਬੈਠੇ ਹੁੰਦੇ ਨੇ, ਠੀਕ ਹੈ, ਔਰ ਤਰਜਮਾ ਗਲਤ ਕਰਦੇ ਨੇ, ਠੀਕ ਹੈ। ਤੇ ਅਗਰ ਮੁਫਤੀ ਸਾਹਿਬ ਦਾ ਨੰਬਰ ਮਿਲ ਜੇ ਜਿਸ ਵਕਤ ਉਹਨਾਂ ਦੀ ਕੋਈ ਬਰਾਤ ਆਉਣ ਹੋਵੇ, ਸਾਨੂੰ ਨਾਲ ਥੋੜੀ ਜਿਹੀ ਨਿਮਾਇਤ ਹੋਵੇ, ਫਿਰ ਅਸੀਂ ਉਹਨਾਂ ਨਾਲ ਕੋਈ ਗੱਲਬਾਤ ਕਰ ਸਕਦੇ ਹਾਂ, ਕਿਉਂਕਿ ਇੱਕ ਟਾਪਕ ਤੇ ਉਹ ਨਹੀਂ ਆਉਂਦੇ। ਜੇ ਮਸਲਨ ਜਿਹੜਾ ਮੁਫਤੀ ਸਾਹਿਬ ਦਾ ਹਵਾਲਾ ਤੁਸੀਂ ਲਿਆ ਕਿਤਾਬਾਂ ਦਾ, ਫਿਰ ਉਹ ਛਾਲਾਂ ਬੜੀਆਂ ਮਾਰਦੇ ਨੇ, ਠੀਕ ਹੈ, ਇੱਕ ਜਗ੍ਹਾ ਤੇ ਉਹ ਖਲੋਂਦੇ ਨਹੀਂ। ਨਹੀਂ ਸਰ ਜੀ, ਅਸੀਂ ਜਦੋਂ ਇਹਨਾਂ ਨਾਲ ਮਨਾਜ਼ਰਾ ਕਰਦੇ ਹਾਂ, ਅਸੀਂ ਪਹਿਲੇ ਇਹਨਾਂ ਦੀ ਲੱਤ ਬੰਨ ਲੈਂਦੇ ਹਾਂ ਤਾਂ ਕਿ ਮਨਜ਼ੂਰ ਚਨਿਓਟੀ ਸਾਹਿਬ ਦਾ ਅਗਲੇ ਦਿਹਾੜੇ ਮੈਂ ਵੇਖਦਾ ਹੈ ਕਲਿੱਪ, ਉਹ ਤੇ ਉੱਥੇ ਲੰਦਨ ਵੀ ਟੁਰ ਗਿਆ ਹਨ ਨਾ, ਤੇ ਉਹ ਸਰ ਜੀ ਪਿਆਂਦੇ ਹਨ ਕਿ ਅਗਰ ਤੂੰ ਮੁਬਾਲਾ ਮੇਰੇ ਨਾਲ ਸਾਹਮਣੇ ਆ ਕੇ ਨਹੀਂ ਕਰਨਾ, ਫਿਰ ਗਿਆ ਉਹਨੇ ਆਖਿਆ ਇੱਕ ਦਰਿਆ ਦੇ ਕਿਨਾਰੇ ਤੂੰ ਆ, ਇੱਕ ਸਾਈਡ ਤੇ ਬਹਿ ਜਾ, ਇੱਕ ਸਾਈਡ ਤੇ ਮੈਂ ਬਹਿ ਜਾਣਾ, ਦੁਆ ਕਰਨੀ ਅੱਲਾਹ ਪਾਕ ਜਿਹੜਾ ਗਲਤ ਉਹਨੂੰ ਗਰਕ ਕਰੇ, ਠੀਕ ਹੈ। ਤਾਂ ਕੋਈ ਨਹੀਂ ਸੀ ਬੰਦਾ ਆਇਆ, ਠੀਕ ਹੈ। ਤੋ ਇਸ ਵਾਸਤੇ ਉਹ ਸਾਹਮਣੇ ਤੇ ਨਹੀਂ ਆਉਂਦੇ ਆਪੀ, ਤੇ ਜਿਹੜੇ ਹੁਣ ਬਰਾਟਾ ਨਾਲ ਚਲਾਈਆਂ ਨੇ, ਦੋ ਚੱਲੀਆਂ ਨੇ, ਇੱਕ ਪੀਏ ਕੇ ਦੇ ਨਾਂ ਦੀ ਤੇ ਇੱਕ ਹੋਰ ਅੱਜ ਮੈਂ ਵੇਖੀਏ, ਠੀਕ ਹੈ। ਤੇ ਉਹ ਗੱਲਾਂ ਸੁਣ ਕੇ ਇੱਕ ਤੇ ਉਹ ਆਂਦੇ ਨੇ ਜੀ ਆਨਾ ਖਾਤਮੁਲ ਨਬੀ ਦਾ ਮਤਲਬ ਹੀ ਨਹੀਂ ਕਿ ਮੈਂ ਆਖਰੀ ਨਬੀ ਹਾਂ, ਠੀਕ ਹੈ। ਤੇ ਅਗਰ ਇਹਦੇ ਚ ਸਾਡੀ ਕੁਰਾਨ ਮਾਈ ਮੁਫਤੀ ਸਾਹਿਬ ਕਰਨ ਤੇ ਫਿਰ ਇਨਸ਼ਾਅੱਲਾ। ਤਨਵੀਰ ਖਵਾਜਾ ਸਾਹਿਬ, ਤੁਸੀਂ ਉੱਤੇ ਆ ਜਾਓ, ਥੱਲੇ ਬਹਿ ਕੇ ਬਕਵਾਸ ਨਾ ਕਰੋ, ਸਮਝ ਆਈ ਨਾ? ਤੁਹਾਡੀ ਉਹੀ ਕੁੱਤੇ ਵਾਲੀ ਆਦਤ ਹੈ, ਥੱਲੇ ਬਹਿ ਕੇ ਭੈੜੇ ਟੱਗ ਕੁੱਤੇ ਆ ਰਹੇ ਟਊ ਟਊ ਕਰਨਾ, ਇਹ ਔਕਾਤ ਹੈ ਤੁਹਾਡੀ, ਬਸ ਇਹ ਔਕਾਤ ਹੈ। ਆਓ ਨਾ ਇੱਥੇ ਆਓ, ਉੱਤੇ ਖੋਤੀ ਦਿਓ ਬੱਚਿਓ, ਫਿਰ ਕਹਿੰਦੇ ਮੈਂ ਗਾਲਾਂ ਕੱਢਣਾ। ਉੱਤੇ ਆਓ, ਤੁਹਾਡੀ ਮੌਜੂ ਤੁਹਾਡੇ ਮਤਲਬ ਦਾ। ਅੱਜ ਦੇ ਮੁਫਤੀ ਸਾਹਿਬ ਨੇ ਇੰਨਾ ਵੀ ਕਹਿ ਛੜਿਆ ਕਿ ਮੌਜੂ ਤੁਹਾਡਾ, ਠੀਕ ਹੈ, ਤੇ ਆ ਜਾਓ, ਜੇ ਕੋਈ ਹਿੰਮਤ ਕਰੋ ਤੁਹਾਨੂੰ ਦੱਸੀਏ, ਫਿਰ ਅਸੀਂ ਖੋਤੀ ਦੇ ਬੱਚੇ ਨਾ ਹੋਣ ਤੇ। ਅੱਛਾ ਮੁਨੀਰ ਸਾਹਿਬ, WhatsApp ਨੰਬਰ ਮੇਰਾ ਲਿਖ ਲਵੋ ਸਰ, ਇੱਕ ਮਿੰਟ, can you give me phone? Just give me ਹਬੀਬ ਸਾਹਿਬ, ਸਲਾਮ just ਅਲੈਕੁਮ। 1 minute. जी मुफ्ती साहब, 0324 0324 744 744 8814 8814। जी अच्छा, मुफ्ती साहब, अच्छा जी, फिर एक बार 0324 8814। 8814। अच्छा जी, सवाल किया सी, उर्दू में बात करता हूँ। शाहिद भाई ने सवाल किया था कि कृष्ण और आर्या धर्म के बारे में कुछ बताएं। तो ये एक हवाला नोट करें, रूहानी खज़ाइन जिल्द 20 है, सफ़ा 228 है। मिर्जा कादियानी वाज़े तौर पे कहता है कि मैं 3 कौमों का लीडर बना के भेजा गया हूँ, मुसलमान, ईसाई और हिंदू। इन तीनों कौमों का मैं लीडर हूँ। मुसलमानों और ईसाइयों के लिए मैं मसीह मऊद हूँ और हिंदुओं के लिए मैं राजा कृष्ण। अब हवाला मैं पढ़ने लगा हूँ जो मिर्जे ने लिखा है। कहता है जी, आखिर पर ये भी वाजे हो कि मेरा इस ज़माने में खुदा ताला की तरफ से आना महज मुसलमानों की इस्लाह के लिए ही नहीं है, बल्कि मुसलमानों और हिंदुओं और ईसाइयों तीनों कौमों की इस्लाह मंजूर है। और जैसा कि खुदा ने मुझे मुसलमानों और ईसाइयों के लिए मसीह मऊद बनाकर भेजा है, ऐसा ही मैं हिंदुओं के लिए अवतार के हूँ। मैं अरसा 20 बरस से या कुछ ज़्यादा बरसों से इस बात को शोहरत दे रहा हूँ कि मैं इन गुनाहों के दूर करने के लिए जिससे ज़मीन पुर हो गई है, जैसा कि मसीह इब्ने मरियम के रंग में हूँ और ऐसा ही राजा कृष्ण के रंग में हूँ।
تھلے جا کے لکھتا ہے کہ اب واضح ہو کہ راجہ کرشن جیسا کہ میرے پر ظاہر کیا گیا ہے در حقیقت ایک ایسا کامل انسان تھا جس کی نظیر ہندوؤں کے کسی رشی اوتار میں نہیں پائی جاتی، اور اپنے وقت کا اوتار یعنی نبی تھا جس پر خدا کی طرف سے روح القدس اترتا تھا، وہ خدا کی طرف سے فتح مند اور با اقبال تھا۔ اب آپ اندازہ کریے کہ راجہ کرشن جو کہ ہندو تھا، بت پرست تھا، اور ہندو لوگ اور آریہ دھرم اس کو اپنا اوتار سمجھتے ہیں، خدا سمجھتے ہیں، تو مرزا قادیانی کہتا ہے کہ وہ اصل میں نبی تھے، معاذ اللہ استغفر اللہ۔ تو یہ قادیانیوں کا عقیدہ اور نظریہ ہے کہ مرزا قادیانی نے اور جگہ کے اوپر جو بدھ ہے اس کے بارے میں بھی کہا کہ وہ بدھ میں ہوں۔ پھر زرتشت کے بارے میں بھی کہا کہ مرزا قادیانی کہتا ہے زرتشت میں ہوں۔ تو دنیا کے جتنے بھی مذاہب ہیں اور ان کے جو بڑے بڑے لوگ تھے اس کا ہونے کا مرزا قادیانی نے دعویٰ کیا اور اعلان کیا۔ یعنی مرزا قادیانی کا کوئی ایک دعویٰ نہیں ہے کہ جس کے اوپر بات کی جائے۔ مفتی صاحب جی کدھر باندر تو نہیں سی؟ جی میں کدھر باندر تو نہیں سی، پٹوسی مارتا سی ادھر ٹر جاتا، پٹوسی مارتا سی ادھر ٹر جاتا۔ سر جی یہی میں نے بھی یہی عرض کیا کہ وہ ایک جگہ پہ نہیں کھڑے ہوتے، صحیح ہے۔ مفتی صاحب پہلے اس نے خدائی دعویٰ نہیں کیا تھا؟ جی جی اس نے خدا کا دعویٰ کیا کہ رأیتنی فی المنام عین اللہ و تیقنت اننی ہوا۔ پھر خدا کا بیٹا ہونے کا دعویٰ کیا کہ مجھے وہی نازل ہوئی ہے کہ اسما ولدی۔ پھر خدا کی بیوی ہونے کا دعویٰ کیا۔ پھر اس نے یہ دعویٰ کیا کہ اس کائنات کو تخلیق میں نے کی ہے۔ پھر اس نے دعویٰ کیا کہ آسمان و زمین کو میں نے تخلیق کی ہے۔ پھر اس نے دعویٰ کیا کہ آدم کو میں نے تخلیق کی ہے جس کی یہ ساری کائنات ہے، یعنی آدم کے اندر جو سارے انسان ہیں نا جس کی اولاد ہے، تو وہ کہنے لگا کہ وہ اصل میں ہی ہوں کہ جس نے آدم کو تخلیق کی ہے۔ تو اس کے بعد وہ نبیوں کی طرف بڑھتا ہے، تو حضرت آدم علیہ السلام سے لے کے محمد عربی صلی اللہ علیہ وآلہ وسلم تک وہ تمام نبی ہونے کا دعویٰ کرتا ہے کہ وہ سارے 1,24,000 کم و بیش انبیاء اور رسول وہ سارے کے سارے اصل میں ہی ہیں۔ پھر وہ ہندو سکھ عیسائی یہودی اور دنیا کے جتنے مذہب ہیں، بدھسٹ ہیں، ستارہ پرست ہیں، مجوسی ہیں، ان سب کا جو اوتار ہیں وہ بھی اس نے دعویٰ کیا کہ وہ اصل میں ہی ہوں۔ تو یہ بات ہے کہ مرزا قادیانی کا کوئی اصل میں ایک دعویٰ نہیں ہے کہ جس کے اوپر بات کریں۔ اور آج بھی جب وہ کال ریکارڈ ہوئی ہے، وہ میرے یوٹیوب کے چینل ختم نبوت ٹائمز کے اوپر موجود ہے کہ مقصود قادیانی مربی نے واٹس ایپ کے اوپر کال کی تھی، تو وہ ہم نے ریکارڈنگ لگا دی، آپ دیکھ لیں۔ اس سے بھی میں یہی پوچھ رہا تھا، میں نے کہا یار تو بتا تو صحیح کم از کم کہ مرزا کا دعویٰ کون سا ہے؟ وہ جب میں اس سے یہ پوچھ رہا ہوں تو وہ کہہ رہا ہے تو گالی دے رہا ہے، تو گالیاں دے رہا ہے، میں نے تیرے ساتھ بات نہیں کری تو گالیاں دے رہا ہے۔ بھائی یہ کوئی جواب تو نہیں ہے کہ تو گالیاں دے رہا ہے، میں نے کون سی گالی دی ہے؟ ہاں جی، اور بالفرض چلو مان لیتے ہیں کہ میں گالی دے رہا ہوں، تو بھائی جو گالیاں دے رہا ہو تو کیا اس کے سوال کا جواب نہیں ہوتا؟ ایک بندہ گالی دے رہا ہے تو گالیاں دینے والوں ایک جو سوال کر رہا ہے وہ سوال کا جواب نہیں دو گے کیا؟ تو یہ بات ہے، قادیانیت کچھ بھی نہیں، بس فراڈ، جھوٹ، دجل، فریب کا نام ہے جی۔ پیسہ مفتی صاحب، پیسہ ابھی صاحب السلام علیکم۔ السلام علیکم ورحمۃ اللہ وبرکاتہ۔ حضور والا شان، کیا حال ہے؟ ٹھیک ہو؟ خیریت ہے؟ جی وعلیکم السلام، کیا حال ہے بھی صاحب؟ خیریت ہے جی الحمدللہ، اللہ تعالیٰ کا بڑا کرم، نبی عالم صلی اللہ علیہ وآلہ وسلم کی بڑی نظر شفقت ہے۔ الحمدللہ۔ سبحان اللہ۔ خیر بھائی، کیا حال ہے؟ الحمدللہ، میں نے وہ حوالہ نکال لیا، واقعہ ہی کہتا ہے کہ اب واضح ہو کہ راجہ کرشن جیسا میرے پہ ظاہر کیا گیا، اور در حقیقت ایسا کامل انسان تھا جس کی نظیر ہندوؤں کے کسی رشی اور اوتار میں نہیں پائی جاتی، اور اس وقت کا اوتار یعنی نبی تھا۔ نعوذ باللہ، یہ بکواس لیتا ہے پہ مرزا لعنتی قادیانی۔
ਤੇ ਸੁਣ ਲਓ ਜਿੰਨੇ ਹਿੰਦੂ ਲੋਕੀ ਬੈਠੇ ਨੇ ਉਹ ਸਾਨੂੰ ਨਾ ਕਹੀਓ ਇਹਨਾਂ ਦੀਆਂ ਕਿਤਾਬਾਂ 'ਚ ਅਸੀਂ ਪੜ੍ਹਦੇ ਜੇ ਪਏ। ਅੱਛਾ ਹਜ਼ੂਰ, ਮੈਂ ਜੋ ਜ਼ਿਹਨ 'ਚ ਗੱਲ ਆਉਂਦੀ ਹੈ ਨਾ, ਮਿਰਜ਼ਾ ਕਾਣਾ ਦਜਾਲ ਉਹ ਅਸਲ ਦੇ ਮਾਇਨੇ 'ਚ ਹਰ ਮਜ਼ਹਬ ਦੇ ਵਿੱਚ ਉਹਨੇ ਆਪਣੀ ਲੱਤ ਅੜਾਈ ਹੈ ਕਿ ਇੱਧਰੋਂ ਵੀ ਮੈਂ 4 ਬੰਦੇ ਲੈ ਲਾਂ, ਉੱਧਰੋਂ ਵੀ ਮੈਂ 4 ਬੰਦੇ ਲੈ ਲਾਂ, ਸਿੱਖਾਂ 'ਚੋਂ ਵੀ ਲੈ ਲਾਂ, ਹਿੰਦੂਆਂ 'ਚੋਂ ਵੀ ਲੈ ਲਾਂ, ਸਾਰਿਆਂ ਦੇ ਵਿੱਚੋਂ ਨਾ ਉਹ ਬੰਦੇ ਇਕੱਠੇ ਕਰਦਾ ਰਿਹਾ ਕਿ ਮੈਨੂੰ 4 ਬੰਦੇ ਇਸ ਪਾਸਿਓਂ ਮੰਨ ਲੈਣਗੇ, 10 ਬੰਦੇ ਇੱਧਰੋਂ ਮੰਨ ਲੈਣਗੇ। ਯਾਨੀ ਕਿ ਤਰਲਾ ਐਸੋਸੀਏਸ਼ਨ ਦਾ ਚੇਅਰਮੈਨ ਸੀ ਇਹ, ਤਰਲਾ ਐਸੋਸੀਏਸ਼ਨ, ਕਿਉਂਕਿ ਉਹਨੇ ਹਰ ਦਾਅਵਾ ਹੀ ਕਰ ਛੱਡਿਆ ਔਰ ਕਿਸੇ ਦਾਅਵੇ ਦੇ ਉੱਤੇ ਯਾਨੀ ਕਿ ਉਹ ਟਿਕਿਆ ਨਹੀਂ ਹੈ। ਹਰ ਦਾਅਵਾ ਮਕੌਲ ਹੈ ਮਿਰਜ਼ਾ ਕਾਦੀਆਨੀ ਦੀ ਕਿਤਾਬਾਂ ਦੇ, ਤੇ ਹਰ ਦਾਅਵਾ ਹੀ ਉਹਨੇ ਕੀਤਾ ਹੈ ਕਿ ਉਹਨੇ ਖੁਦਾਈ ਦਾਅਵਾ ਵੀ ਕਰ ਛੱਡਿਆ। ਉਹਨੇ ਆਖਿਆ ਜਿਹੜੇ ਫਰੌਨ ਨੂੰ ਮੰਨਣ ਵਾਲੇ ਨਾ ਉਹ ਵੀ ਮੈਨੂੰ ਮੰਨਣ, ਜੇ ਸ਼ਦਾਦ ਨੂੰ ਮੰਨਣ ਵਾਲੇ ਨੇ ਉਹ ਵੀ ਮੈਨੂੰ ਮੰਨਣ, ਔਰ ਜਿਹੜੇ ਨਮਰੂਦ ਦੇ ਮੰਨਣ ਵਾਲੇ ਨੇ ਉਹ ਵੀ ਮੈਨੂੰ ਹੀ ਮੰਨਣ। ਔਰ ਜਿਸ ਤਰ੍ਹਾਂ ਵੀ ਉਹਨੇ ਦਾਅਵਾਜਾਤ ਕੀਤੇ ਨੇ ਉਹ ਹਰ ਪਾਸੇ ਉਹਨਾਂ ਕੋਲ 2-2 4-4 ਬੰਦੇ इकट्ठे ਕਰਨ ਦੇ ਚੱਕਰ ਸੀ जी। उधर वाला शान हाँ जी, वो बंदे तो इकट्ठे करने के चक्कर में था, लेकिन वो उससे इकट्ठे हो नहीं पाए। या तो वो बंदे इकट्ठे हो जाते ना तो बंदे इकट्ठे भी नहीं ना हुए। तो उसने हर चीज का दावा कर दिया, ये भी मैं हूँ, ये भी मैं हूँ, ये भी मैं हूँ। ਅੱਛਾ ਮੁਫਤੀ ਸਾਹਿਬ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਇਹਨੇ ਨੌਜ਼ ਬਿੱਲਾ ਉਸ ਦੌਰ ਦੇ ਵਿੱਚ ਜਦੋਂ ਕਿਤਾਬਾਂ ਲਿਖਦਾ ਸੀ ਤੇ ਇਹਨੂੰ ਕੋਈ ਪੜ੍ਹਦਾ ਨਹੀਂ ਸੀ। ਮੁਫਤੀ ਸਾਹਿਬ ਐਡੇ ਐਡੇ ਵੱਡੇ ਦਾਅਵੇ ਕਰਨਾ, ਇਹਨੇ ਹਰ ਮਜ਼ਹਬ ਦੇ ਨਾਲ ਪੰਗਾ ਲਿਆ, ਹਰ ਮਜ਼ਹਬ ਨਾਲ ਪੰਗਾ ਲਿਆ। बस वो मलका विक्टोरिया ने जी इसको खड़ा किया था, वो उसके पीछे थी। तो जिन्होंने पकड़ना था वो कुत्ती चोराना रल गई। हाँ जी। अच्छा एक और मुझे समझ आ रही है अभी, मतलब एक जरा म्यूट लाइयो, मैं बड़ी प्यारी गल समझ आई थी। तो मुफ्ती साहब अजकल का जिहड़ा इशू चलता पिया ग्रूमिंग का, ते असली ग्रूमर तो फिर मिर्जा कादियानी होया। अच्छा ग्रूमिंग है शायद भाई हुंदी की ਇਹਦਾ ਤਰਜਮਾ ਹੈ ਕੀ ਹੈ ਮੁਫਤੀ ਸਾਹਿਬ ਗਰੂਮਿੰਗ ਇਹ ਕਹਿੰਦੇ ਨੇ ਕਿ ਜਨਾਬ ਤੁਸੀਂ ਕਿਸੇ ਬੱਚੀ ਨੂੰ, ਨਾਬਾਲਿਗ ਬੱਚੀ ਨੂੰ ਵਰਗਲਾ ਕੇ ਤੁਸੀਂ ਮੁਸਲਮਾਨ ਕਰ ਲਓ ਜਾਂ ਫਿਰ ਕਿਸੇ ਹੋਰ ਮਜ਼ਹਬ ਦੇ ਵਿੱਚ ਕੋਈ ਬੰਦਾ ਕਰ ਲੇ ਤੇ ਬਾਅਦ ਦੇ ਵਿੱਚ ਉਹਦੇ ਕੋਲੋਂ ਨਜਾਇਜ਼ ਫਾਇਦਾ ਚੁੱਕਿਆ ਜਾਏ, ਠੀਕ ਹੈ। ਯਾਨੀ ਕਿ ਜ਼ੁਲਮ ਤਸ਼ੱਦਦ ਜਾਂ ਫਿਰ ਪੁਤਲਾ ਕੇ ਉਹਨੂੰ ਆਪਣੇ ਮਜ਼ਹਬ 'ਚ ਲੈ ਕੇ ਆਉਣਾ। ਹਾਲਾਂਕਿ ਸਾਡਾ ਦੀਨ ਇਸਲਾਮ ਜਿਹੜਾ ਵੇ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ। ਦੀਨ ਇਸਲਾਮ ਇਹ ਕਹਿੰਦਾ ਕਿ ਜੇ ਵਾਕਿਆ ਹੀ ਕਿਸੇ ਨੇ ਆਪਣੇ ਮਜ਼ਹਬ 'ਚ ਆਉਣਾ, ਕਿਉਂਕਿ ਹਰ ਮੁਲਕ ਦੀ ਕਵਾਨੀਨ ਹੁੰਦੇ ਨੇ, ਠੀਕ ਹੈ। ਇੱਥੇ ਦੇ ਕਵਾਨੀਨ ਨੇ ਕਿ 18 ਤੋਂ ਬਾਅਦ ਤੁਸੀਂ ਆਜ਼ਾਦ ਹੋ, ਠੀਕ ਹੈ। ਤੁਸੀਂ ਆਪਣੀ ਸੋਚ ਦੇ ਨਾਲ ਜੇ ਤੁਸੀਂ ਕਨਵਰਟ ਹੋਣਾ, ਤੁਸੀਂ ਕਿਸੇ ਵੀ ਮਜ਼ਹਬ 'ਚ ਹੋ ਸਕਦੇ ਹੋ, ਠੀਕ ਹੈ। ਇਹਦੇ 'ਚ ਕੋਈ ਰੌਲਾ ਰੱਪਾ ਨਹੀਂ ਹੈ, ਠੀਕ ਹੈ। ਅਤੇ ਇਹਦੇ 'ਚ ਇੱਕ ਚੀਜ਼ ਹੈ ਕਿ ਜਨਾਬ ਜਦੋਂ ਇੱਥੇ ਇੱਕ ਕਾਦੀਆਨੀ ਬੱਚਾ ਆਇਆ ਮੁਫਤੀ ਸਾਹਿਬ ਮੇਰੇ ਕੋਲ, 17 ਸਾਲ ਦਾ ਬੱਚਾ ਸੀ, तो मैंने कहता शायद साहब मैंने ना बड़ी इसकी किताबें पढ़ी हैं तो मैं कलमा पढ़ना चाहता हूँ। तो इत्तेफाक से मेरे मुंह से निकल गया कि आप कितने साल के हो, तो कहता 17 का। तो मैं उस बच्चे को कहा, मैं इंज कर 1 साल होर स्टडी कर किताबां दी, ताकि तेनों मजीद जिहड़ा ना मिर्जे दे कुफर जिहड़े ने वो किताबां चों मिलन। जो 18 का होए तो चुप करके मस्जिद च जा, उत्थे जाके कलमा पढ़ लै, ठीक है। फिर तेन कोई नहीं मना करता, क्यों कि तू 18 का हो चुके हैं, तू अपनी ज़िंदगी के फैसले बजाते खुद कर सकता, ठीक है। तो मेरे ख्याल नाल पाकिस्तान च भी शायद यही लॉ है कि जे किसी ने किसी का मजहब अपनाना में तो ਉਹਦੇ 'ਚ एज मस्ट है कि तुसी 18 तो अबव होवो तो फिर तुसी मजहब कन्वर्ट कर सकते हो, जे मैं गलत नहीं है तो। हाँ जी, वो बस ना झूठ का वेखो ना, झूठा दौर है, झूठ ਦੇ ਕੋਈ ਸਿਰ ਪੈਰ ਤੇ ਨਹੀਂ ਹੁੰਦੇ, ਜਿਹੜਾ ਮਰਜ਼ੀ ਕਿਤੇ ਉੱਤੇ ਇਲਜ਼ਾਮ ਲਾ ਦਿਓ। ਤੇ ਉਹ ਸੱਚੇ ਲੋਕ ਜਿਹੜੇ ਹੁੰਦੇ ਨੇ ਉਹ ਸੱਚਾਈ ਦੀ ਪੈਰਵੀ ਕਰਦੇ ਨੇ, ਉਹ ਸਮਝਦੇ ਹੁੰਦੇ ਨੇ। ਉਹ ਝੂਠ ਤੇ ਕੀ, ਝੂਠ ਦਾ ਕੋਈ ਸਿਰ ਪੈਰ ਹੀ ਕੋਈ ਨਹੀਂ ਹੈ, ਜਿਹੜਾ ਮਰਜ਼ੀ ਜਿਹਦੇ ਉੱਤੇ ਮਰਜ਼ੀ ਝੂਠਾ ਬੋਤਾਨ ਲਾ ਦੇ। ਹਜ਼ੂਰ ਮਿਰਜ਼ਾ ਕਾਦੀਆਨੀ ਨੇ ਜਿਸ ਤਰ੍ਹਾਂ ਕਿ ਦਾਅਵਾ ਕੀਤਾ ਆਰੀਆ ਧਰਮ ਦਾ ਤੇ ਹਿੰਦੂ ਹੋਣ ਦਾ ਤੇ ਸਿੱਖਾਂ ਦਾ ਹੋਣ ਦਾ,
ਇੱਕ ਸਵਾਲ ਦਿਮਾਗ ਵਿੱਚ ਆਇਆ ਵੇ ਕਿ ਕਿਆ ਇਹ ਵੀ ਕਿਧਰੇ ਉਹਦਾ ਹਵਾਲਾ ਮਿਲਦਾ ਹੈ ਜ਼ਰੂਰ ਹੈ ਕਿ ਇਹਨੇ ਸੁਣਤਾਂ ਕਰਾਈਆਂ ਸਨ ਕਿ ਨਹੀਂ ਸਨ ਕਰਾਈਆਂ? ਉਹਨੇ ਪਤਾ ਨਹੀਂ ਕੀ ਕਰਵਾਉਂਦਾ ਰਿਹਾ ਜੇ, ਆਂਦਿਆਂ ਹੀ ਤੇ ਔਰ ਜੂਲੀਅਤ ਔਰਲ ਸੈਕਸ ਕਰਦਾ ਪੈਦਾ ਹੋਇਆ ਜੇ। ਮੁਫਤੀ ਸਾਹਿਬ ਮਿਰਜ਼ਾ ਆਪਣੀ ਬਾਜੀ ਦੇ ਗੇਟ ਦੇ ਵਿੱਚ ਉੱਤੇ ਉਹਦਾ ਮੂੰਹ ਸੀ ਜਦੋਂ ਉਹ ਬਾਹਰ ਆਇਆ, ਆਂਦਿਆਂ ਹੀ ਉਹ ਪੁੱਠੇ ਕੰਮ ਕਰਦਾ ਆਇਆ ਜੇ ਉਹ। ਅੱਛਾ ਮੁਫਤੀ ਸਾਹਿਬ ਇਹਦਾ ਨਾ ਇੱਥੇ ਡਿਬੇਟ ਹੋਈ ਸੀ ਇੱਕ, ਤੇ ਇਹਦੇ 'ਚ ਉਹ ਫੈਸਲ ਭਾਈ ਨੇ ਨਾ, ਫੈਸਲ ਭਾਈ, ਉਹਨਾਂ ਨੇ ਇੱਕ ਹਵਾਲਾ ਕੱਢਿਆ ਸੀ ਕਿਧਰੇ ਕਿ ਜਨਾਬ ਇਹਦੇ ਉੱਤੇ ਕਿਧਰੇ ਲਿਖਿਆ, ਕਿਸੇ ਕਿਤਾਬ 'ਚ ਵੀ ਲਿਖਿਆ ਗਿਆ ਕਿ ਮਿਰਜ਼ੇ ਦੇ ਕੋਲ ਸਿਰਫ ਤੇ ਸਿਰਫ ਇੱਕ ਗੋਸ਼ਤ ਦਾ ਛੋਟਾ ਜਿਹਾ ਲੋਥੜਾ ਸੀ। ਇਹਦੀ ਵਜ੍ਹਾ ਨਾਲ ਜਿਹੜੇ ਇਹਦੀ ਹਰਕਤਾਂ, ਤੇ ਕਿਉਂਕਿ ਇਹਦੇ 'ਚੋਂ ਫਿਰ ਸਾਬਤ ਹੁੰਦਾ ਵੇ ਕਿ ਇਹਦਾ ਜਿਹੜਾ ਪੁੱਤਰ ਪਿਓ ਸੀ ਜਦੋਂ ਇਹਨੂੰ ਬੁਲਾਉਂਦਾ ਹੁੰਦਾ ਸੀ ਤੇ ਆ ਕੇ ਚੁੱਪ ਕਰਕੇ ਤੇ ਇੱਕ ਹੱਥ ਮੂੰਹ ਦੇ ਅੱਗੇ ਰੱਖ ਦਿੰਦਾ ਸੀ, ਤੇ ਇੱਕ ਇਹਦਾ ਵੱਡਾ ਮਿਰਜ਼ੇ ਦੇ ਪਿਓ ਦਾ, ਯਾਨੀ ਕਿ ਪਿਓ ਦਾ ਜਿਹੜਾ ਤਾਇਆ ਕਹਿ ਸਕਦੇ ਹੋ, ਵਾਲੇਕੁਮ ਸਲਾਮ, ਉਹ ਕਹਿੰਦਾ ਸੀ ਕਿ ਐਲੋ ਜੀ ਆ ਗਈ ਜੇ ਤੁਹਾਡੀ ਦੁਲਹਨ, ਠੀਕ ਹੈ। ਤੇ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਜਿਹੜਾ ਵੇ ਇਹ ਨਾਮਰਦ ਹੈ, ਇਹ ਬੱਚੇ ਪੈਦਾ ਨਹੀਂ ਕਰ ਸਕਦਾ, ਤੇ ਇਹਦਾ ਪਿਓ ਵੀ ਇਹਨੂੰ ਗਾਲਾਂ ਸ਼ਾਲਾਂ ਕੱਢਦਾ ਹੁੰਦਾ ਸੀ। ਹਾਂਜੀ ਜਾਨੀ ਗੁੱਸਾ ਕਿਉਂ ਕਰਦੇ ਹੋ ਯਾਰ? ਮਿਰਜ਼ੇ ਦੀਆਂ ਕਿਤਾਬਾਂ ਪੜ੍ਹਨੇ ਬਈ ਤੁਹਾਨੂੰ ਤੇ ਖੁਸ਼ੀ ਹੋਣੀ ਚਾਹੀਦੀ ਕਿ ਅਸੀਂ ਮਿਰਜ਼ੇ ਦੀਆਂ ਕਿਤਾਬਾਂ ਪੜ੍ਹਨ ਦੇ ਹਾਂ। ਹੈਂ ਉੱਤੇ ਆ ਜਾ ਯਾਰ ਜਾਨੀ, ਬਹੁਤ ਜਾਨੀ ਇਹ ਆ ਜਾ, ਮਿਰਜ਼ੇ ਦੇ ਦਿਨ ਆ ਰਹੇ ਨੇ, ਉਹ ਤੁਹਾਡੇ ਤੇ ਗਮੀ ਦੇ ਦਿਨ ਨੇ, ਚਲੋ ਸਾਡਾ ਤਾਂ ਜਸ਼ਨ ਹੋਏਗਾ। ਮਿਰਜ਼ਾ ਕਾਦੀਆਨੀ ਦੀਆਂ ਇੱਕੋ ਹੀ ਚੈਲੰਜ ਹੈ ਕਿ ਜਾਨੀ ਸਿਰਫ ਤੂੰ ਟੱਟੀਆਂ ਗਿਣ ਕੇ ਦੱਸ ਛੱਡ, ਆ ਜਾ ਸ਼ਾਬਾਸ਼ ਉੱਤੇ ਆ। ਸਿਰਫ ਮੇਰਾ ਚੈਲੰਜ ਹੈ ਕਿ ਤੂੰ ਮਿਰਜ਼ਾ ਕਾਦੀਆਨੀ ਦੀਆਂ ਟੱਟੀਆਂ ਪੈਦਾਇਸ਼ ਤੋਂ ਲੈ ਕੇ ਮਰਨ ਤੱਕ ਗਿਣ ਕੇ ਦੱਸ ਛੱਡ। ਮੇਰਾ ਚੈਲੰਜ ਹੈ, ਕੈਲਕੂਲੇਟਰ ਪੜ ਜਾਏਗਾ ਤੇ ਉਹਦੀਆਂ ਟੱਟੀਆਂ ਦੀ ਕੈਲਕੂਲੇਸ਼ਨ ਨਹੀਂ ਹੋਣੀ। ਜਾਨੀ ਉੱਤੇ ਆ ਸ਼ਾਬਾਸ਼। ਗੈਰਤ ਹੋਏਗੀ ਤੇ ਆਏਗਾ ਨਾ। ਇਹ ਹਾਲ ਜੇ ਮਰਜ਼ਈਆਂ ਦਾ, ਨੋ ਫੇਸ ਨੋ ਕੇਸ। ਉਹ ਸ਼ਾਇਦ ਭਾਈ ਇੱਕ ਗੱਲ ਨੋਟ ਕੀਤੀ ਜੇ ਕਿ ਜਾਨੀ ਜਿਹੜਾ ਉਹ ਮੰਨ ਰਿਹਾ ਵਾ ਕਿ ਸਿਰਫ ਹੈ ਲੋਥੜਾ ਹੀ ਸੀ। ਨੋਟ ਕੀਤੀ ਜੇ ਗੱਲ? ਜਾਨੀ ਮਤਲਬ ਜਦੋਂ ਤੂੰ ਕਹੇਗਾ ਨਾ, ਜੇ ਗੱਲ ਕਰੇਗਾ ਨਾ ਤੇ ਇਨਸਾਨ ਦੇ ਬੱਚੇ ਹੱਥ ਜੇ ਤੂੰ ਗੱਲ ਕਰ ਸਕਦਾ ਤੇ ਅਸੀਂ ਵੀ ਗੱਲ ਕਰ ਸਕਦੇ ਹਾਂ, ਠੀਕ ਹੈ। ਫਾਲੋਅਰ ਪੂਰੇ ਨੇ ਤੇਰੇ, ਆ ਜਾ ਉੱਤੇ ਤੇ ਤੈਨੂੰ ਦੱਸੀਏ ਮਿਰਜ਼ਾ ਕਿਤੇ ਕਿਤੇ ਕੀ ਕਰਦਾ ਸੀ। ਆ ਜਾ ਕਿਤਾਬਾਂ ਦੇ ਹਵਾਲੇ, ਠੀਕ ਹੈ। ਇੱਕ ਵੱਡਾ ਹਵਾਲਾ ਖੋਲ ਕੇ ਰੱਖਿਆ ਵੇ, ਕਿਆ ਕ੍ਰਿਸ਼ਨ ਗੋਪਾਲ ਨੌਜ਼ੁਬਿल्ला ਨਬੀ ਸੀ? ਤੇ ਮਿਰਜ਼ਾ ਕਹਿੰਦਾ ਮੈਂ ਆਪ ਹੀ ਸਾਂ, ਠੀਕ ਹੈ। ਚਟਾਨੀ ਅਜ਼ਾਏ ਜਿਲਦ ਨੰਬਰ 20 ਸਫਾ ਨੰਬਰ 228 ਦੇ ਐਂਡ ਵਾਲੀਆਂ ਤਿੰਨ ਲੈਣਾ ਪੜ੍ਹ ਲੈ, ਠੀਕ ਹੈ। ਇਹ ਦੇਖ ਲੈ ਤੇਰੇ ਸਾਹਮਣੇ ਖੁੱਲੀ ਦੀ ਤੁਹਾਡੀ ਅਫੀਸ਼ੀਅਲ ਵੈਬਸਾਈਟ। ਮੁਫਤੀ ਸਾਹਿਬ ਇੱਕ ਸੈਕਿੰਡ ਦੇਈਓ ਜ਼ਰਾ, ਮੈਂ ਜ਼ਰਾ ਇਹਨੂੰ ਪੜ੍ਹ ਕੇ ਸੁਣਾ ਦਿਆਂ। ਕਿਆ ਇਹ ਝੂਠ ਹੈ ਜਾਂ ਸੱਚ ਹੈ? ਇੱਥੇ ਤੋਂ ਹੁਣ ਤੂੰ ਥੱਲੇ ਬੜੀ ਬਕਵਾਸ ਲਿਖੀ ਹੈ, ਠੀਕ ਹੈ। ਇਹ ਦੇਖ ਲੈ 2 ਪੇਜ ਖੁੱਲੇ ਨਹੀਂ, ਇੱਕ ਹੈ ਹੀ ਤੇ ਇੱਕ ਹੈ ਹੀ alkanjrana.com, ਠੀਕ ਹੈ। ਇੱਥੇ ਕੀ ਕਹਿੰਦਾ ਪਿਆ ਵੇ कि अब वाज़िया होकर राजा कृष्ण जैसा मेरे पर ज़ाहिर हो गया। दर हकीकत एक ऐसा कामिल इंसान था जिसकी नज़ीर हिंदुओं के किसी ऋषि और देवता में नहीं पाई जाती, और अपने वक़्त का वो अवतार यानी नबी था। इस गल नूं मानना तू? जरा दी तशरीह कर दे, किताब खोली दी आ जा। हुण वेखी इंज ने नसना जिवें हलकाया कुत्ता नसदा। हिम्मत आई तो जवाब दे दे। फिर कहते हो मैं गल्लां करना। चलो सीधे हो, हुण अगों जवाब दिओ ना। साडी जुबान इंज दी नहीं, जो मिर्जे दी किताबां पढ़ीए तो जुबान आटोमैटिकली इंज दी हो जाती है। हद हुंदी है यार बेहिस्सी दी भी। हुण वेखिओ, हुण बोलती नहीं बड़ा कुछ बंद हो जाना, ठीक है। हुण बोलती नहीं बड़ा कुछ बंद हो जाना। हुण तो मैसेज आने भी जिहड़ा ना हथ कंबल लग पैने ने कि हुण मैं कमेंट्स भी करा तो की करा। जी मुफ्ती साहब, किसी ते
ਇਹਨਾਂ ਤਿਲਾਂ 'ਚ ਤੇਲ ਕੋਣੀ ਹੈ, ਕੁਝ ਵੀ ਨਹੀਂ। ਕਾਦੀਆਨੀਅਤ बस नहीं मुफ्ती साहब डरपोक देखें नीचे लिख रहा है, तरीन। नीचे लिख रहा है आपकी जुबान देखें, ये देखें, वो देखें। यार ਅਸੀਂ पे गाला ਕੱਢਦੇ ਆ ਤੇਰੇ ਸਾਹਮਣੇ ਮਿਰਜ਼ੇ ਦੀਆਂ ਕਿਤਾਬਾਂ ਯਾਰ ਖੋਲੀ। ਸਾਡੇ ਨਾਲ ਸਾਡੇ ਨਬੀ ਦੇ ਉੱਤੇ ਜਿਹੜਾ ਕੁਰਾਨ ਨਾਜ਼ਲ ਹੋਇਆ ਉਹਦੇ ਉੱਤੇ ਕੋਈ ਗੱਲ ਕਰੇ ਸਾਨੂੰ ਬੜੀ ਖੁਸ਼ੀ ਹੁੰਦੀ ਏ। ਸਾਡੇ ਨਬੀ ਦੀਆਂ ਹਦੀਸਾਂ ਦੇ ਉੱਤੇ ਕੋਈ ਗੱਲ ਕਰੇ ਸਾਨੂੰ ਅੱਲਾ ਦੀ ਕਸਮੇ ਬੜੀ ਖੁਸ਼ੀ ਹੁੰਦੀ ਏ। ਇਹ ਕਾਦੀਆਨੀਅਤ ਚੰਗੀ ਜੇ ਇਹ ਮਿਰਜ਼ੇ ਦੀ ਕਿਤਾਬ ਖੋਲਣ ਦੀ ਦੇਰ ਲੈ। ਕਾਦੀਆਨੀ ਮਿਰਜ਼ੇ ਨੂੰ ਪੈ ਜਾਂਦੀ ਮਿਰਗੀ ਦੇ ਦੌਰੇ, ਉਹ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੰਦਾ। ਉਹ ਮਿਰਜ਼ੇ ਦੀ ਕਿਤਾਬ ਨੂੰ ਸੁੱਟਦੇ ਓਏ ਮੌਲਵੀ। ਮਰ ਜੋ ਜੇ ਇੰਨੀ ਨਫ਼ਰਤ ਹੈ ਤੁਹਾਨੂੰ ਮਿਰਜ਼ੇ ਦੇ ਕੋਲੋਂ ਤੇ ਲਾਨਤ ਪਾਓ ਮਿਰਜ਼ੇ ਕਾਦੀਆਨੀ ਦੇ ਮੂੰਹ ਦੇ ਉੱਤੇ। ਲੱਖ ਦੀ ਲਾਨਤ ਤੇਰੇ ਸ਼ਕਲ ਤੇ ਹੋਏ ਮਿਰਜ਼ੇ ਹੈ। ਪੂਰਾ ਅਗਲੇ ਦਿਨ ਮੁਫਤੀ ਸਾਹਿਬ ਦੇਖ ਲਓ ਹਵਾਲਾ ਕੱਢਿਆ ਤੇ ਜਾਨੀ ਫੌਤ ਹੋ ਗਿਆ ਜੀ। ਕੋਈ ਕਮੈਂਟ ਨਹੀਂ, ਕੁਛ ਨਹੀਂ। ਹਜ਼ੂਰ ਅਗਲੇ ਦਿਨ ਮੇਰੀ ਬਰਾੜ ਤੇ ਹਕੀਮ ਰਾਸ਼ਦ ਹੈ ਤੇ ਕਹਿੰਦਾ ਮਿਰਜ਼ੇ ਦੀਆਂ ਕਿਤਾਬਾਂ ਦੀ ਭੈਣ ਨੂੰ ਹੀ ਐਸਾ ਹਕੀਮ ਰਾਸ਼ਦ ਆਂਦਾ ਮੈਂ ਵਾਲੇ ਦੀ ਗੱਲ ਨਹੀਂ ਕੀਤੀ। ਮੈਂ ਕਿਹਾ ਕਿਤਾਬਾਂ ਤੋਂ ਜਾ ਕੇ ਆਨ ਕਰ, ਕਿਤਾਬਾਂ ਨੂੰ ਮੰਨ, ਕਦੇ ਕਿਤਾਬਾਂ ਮੈਂ ਉਹ ਵੀ ਕਹਿ ਗਿਆ ਦੂਰ ਆਂਦਾ ਮਿਰਜ਼ੇ ਸਾਹਿਬ ਦੀਆਂ ਕਿਤਾਬਾਂ ਦੀ ਭੈਣ ਨੂੰ ਲਿਆਓ ਗੱਲ ਕਰ ਗਈ। ਐਸਾ ਉਹ ਆਡੀਓ ਕਲਿੱਪ ਤੇ ਮੇਰੇ ਤੱਕ ਪਹੁੰਚਾਇਆ ਜੇ। ਸਰ ਜੀ ਇਹ ਕਿਤਾਬਾਂ ਆਪਣੀਆਂ ਸ਼ੋਅ ਹੀ ਨਹੀਂ ਕਰਦੇ ਤੇ ਇਹਨਾਂ ਕੋਲ ਕਿਤਾਬਾਂ ਮੰਗੀਆਂ ਜਾਣ ਤੇ ਨਹੀਂ ਦਿੰਦੇ। ਠੀਕ ਹੈ, ਇੱਕ ਇਹਨਾਂ ਦੀ ਕਿਤਾਬ ਹੈ ਬਾਰੇ ਖਜ਼ਾਂ, ਠੀਕ ਹੈ, ਉਹ ਮੈਂ ਇਹਨਾਂ ਕੋਲ ਮੰਗੀ ਸੀ। ਇਹਨਾਂ ਆਖਿਆ ਜੀ ਨਹੀਂ ਸਾਨੂੰ ਇਜਾਜ਼ਤ। ਕਿਹੜੀ ਠੀਕ ਹੈ, ਕਿਤਾਬ? ਨਹੀਂ ਦਿੰਦੇ। ਉਹ ਬਾਰੇ ਖਜ਼ਾਂ, ਬਾਰੇ ਖਜ਼ਾਂ ਤੇ ਕਿਤਾਬ ਹੀ ਕੋਨੀ ਕਾਦੀਆਨੀਆਂ ਦੀ ਜੀ ਇੱਕ ਹੈ ਇਸ ਤਰ੍ਹਾਂ ਦਾ ਨਾਮ ਹੈ, ਨਾਂ ਨਹੀਂ ਖਜ਼ਾਂ ਹੈ। ਮੈਂ ਸੁਬਾਹ ਇਨਸ਼ਾਅੱਲਾ ਨੰਬਰ ਮੈਂ ਤੁਹਾਨੂੰ ਸ਼ੈਤਾਨੀ ਖਜ਼ਾਨ ਹੈ ਵੇ। नहीं इस तरह का ना है। मैं सुबह मेरे एक दोस्त सन मुफ्ती साहब पाकिस्तान में गया सा उस वक्त, तो उन्होंने मैंने आख्या सी क्योंकि मेरे तकरीबन महल्ले में जेड़े ना ये ने, ठीक है, ते उन्होंने मैंने आख्या कि इन्हां कोई किताब जेड़ी है ना मंगनी है। नहीं बहारे खजां कोनी है किताब इन्हां दी किताबां दा मजमूआ है मिर्ज़े कादियानी दी रूहानी खजाइन, ਉਹ ਮੰਗੀ ਹੋਏਗੀ। शायद यही होवे, मैं नाम नहीं याद रहा। तुहानू दस्सिया खजां जरूर ਉਹਦੇ ਵਿੱਚ ਲਫ਼ਜ਼ खजाइन। अच्छा जी, मैं वो अज नंबर कढ़िया उन्होंने मुफ्ती साहब का भी ते मजीद जड़ा मैं कल उन्होंने को जड़ा ना मजीद पुछा था, तुहाडा भी नंबर ले लिया। ਉਹ ਤੇ ਕਾਦੀਆਨੀ ਦੇ ਘਰਾਂ ਦੇ ਵਿੱਚ ਮਿਰਜ਼ੇ ਦੀਆਂ ਕਿਤਾਬਾਂ ਕੋਨੀ ਹੁੰਦੀਆਂ ਤੇ ਉਹਨਾਂ ਨੇ ਤੁਹਾਨੂੰ ਕੀ ਦੇਣੀਆਂ ਨੇ? सर जी अच्छा वो देखो मनीष साहब एक मिनट दियो। देखो मुफ्ती साहब एक हवाला दिखाया जी, और देखो ओ मरदइयो मरो किधरे, वो कादियानी मारते नहीं जी गया। कमेंट साने बंद हो गए जी। ये हाल जी। जी जनाब राजा साहब, राजा अनीस साहब, राजा जी अनीस, अस्सलाम वालेकुम रहमतुल्लाह। वालेकुम सलाम जी। सर कोई सवाल है? राज साहब कोई सवाल करना है? अस्सलाम वालेकुम। जी वालेकुम सलाम। मैं क्या कोई सवाल करना है जनाब के, और पूछो कोई सवाल जी। राजा साहब ਉਹਨਾਂ ਨੂੰ ਆਵਾਜ਼ ਹੀ ਨਹੀਂ ਆ ਰਹੀ। चलो थल्ले बैठो प्लीज ते सुनो। अच्छा ਇਹ ਹਾਲ ਜੇ ਮੁਫਤੀ ਸਾਹਿਬ ਮਰਜ਼ਈਆਂ ਦਾ ਕਿ ਦੇਖੋ ਉਹਨੂੰ ਸਿਰਫ ਇੱਕ ਕਿਤਾਬ ਦਾ ਹਵਾਲਾ ਦਿਖਾਇਆ ਤੇ ਮਰਜ਼ਈ ਫੌਤ ਹੋ ਗਿਆ ਜੀ। मेरा सवाल है जी सिकंदर साहब, बोलो बोलो सिकंदर साहब, ਤੁਹਾਡਾ ਕੀ ਸਵਾਲ ਹੈ? अस्सलाम वालेकुम रहमतुल्लाह। शाह साहब की हाल है, ठीक हो? वालेकुम सलाम सिकंदर मिर्जा की हाल है भाई? से ठीक है बस शुक्र है अल्लाह दा। मैं ਤੁਹਾਨੂੰ देख के आया, मैं सलाम दुआ भी करा ਤੇ ਇੱਕ ਸਵਾਲ ਵੀ ਕਰਾਂ। जी शाह साहब 26 ਮਈ ਆਉਣ ਵਾਲੀ ਏ ਤੇ ਇਸ ਹਵਾਲੇ ਨਾਲ ਕੀ ਫਿਰ ਕੀ ਤਰਤੀਬ ਹੈ ਤੇ ਕੀ ਤਿਆਰੀ ਹੈ ਤੇ ਕੋਈ 26 ਮਈ ਦੀਆਂ ਤਿਆਰੀਆਂ ਨੇ, ਫੁੱਲ ਲੈਟਰੀਨਾਂ ਦੀ ਸਫਾਈਆਂ ਹੋ ਰਹੀਆਂ ਨੇ ਕਾਦੀਆਨੀ ਘਰਾਣਿਆਂ 'ਚ, ਤੇ ਮੋਮਬੱਤੀਆਂ ਲੱਗ ਰਹੀਆਂ ਨੇ ਤੇ ਹਾਰ ਵੀ ਬਣਾ ਰਹੇ ਨੇ, ਤੇ
50 ਫੁੱਟ ਦੀ ਚਾਦਰ ਵੀ ਸੁਣਿਆ ਇੱਕ ਤਿਆਰ ਹੋ ਰਹੀ ਹੈ। ਨਹੀਂ ਮੁਫਤੀ ਸਾਹਿਬ ਮੈਂ ਤੁਹਾਨੂੰ ਫੋਟੋ ਭੇਜਾਂਗਾ। ਚਾਦਰ ਇਹਨਾਂ ਨੇ ਕੱਢਣੀ ਹੈ ਕਾਦੀਆਨ ਤੋਂ ਲੈ ਕੇ ਤੇ ਲਾਹੌਰ ਤੱਕ। ਬਰੰਟਨ ਉਹ ਕੀ ਸੀ, ਉਹ ਕਿਹੜਾ ਰੋਡ ਸੀ ਇਹ? ਬਰੰਡਥ ਰੋਡ। ਬਰੰਟਨ ਕੀ ਸੀ? ਬਰੰਡਥ ਰੋਡ। ਬਰੰਡਥ ਰੋਡ। ਇੱਕ ਤਾਂ ਯਾਰ ਇਹ ਲਫ਼ਜ਼ ਅੱਜ ਤੱਕ ਨੇ ਮੇਰੇ ਜ਼ੁਬਾਨ ਤੇ ਚੜੇ। ਚੱਲ ਹੀਰਾ ਮੰਡੀ ਕਰ ਲੈਂਦੇ ਆ। ਹੀਰਾ ਮੰਡੀ ਤੱਕ ਭਾਈ ਕਾਦੀਆਨ ਤੋਂ ਲੈ ਕੇ ਹੀਰਾ ਮੰਡੀ ਤੱਕ ਚਾਦਰ ਤੇ ਅੱਗੇ ਪਿੱਛੇ ਢੋਲ ਵਾਜੇ। शाह साहब ब्रंडथ रोड। ਬਰੰਟਨ कहो जरा ब्रंडथ रोड। ਯਾਰ ਨਹੀਂ ਹੈ ਮੇਰੇ ਮੂੰਹ ਤੇ ਨਹੀਂ ਚੜਦਾ ਯਾਰ। ਤੁਸੀਂ ਵੇਖੋ ਮਰਿਆ ਵੀ ਕੈਸੀ ਜਗ੍ਹਾ ਦੇ ਉੱਤੇ ਵੇ ਜਿਹਦਾ ਨਾ ਵੀ ਮੁਸਲਮਾਨਾਂ ਦੀ ਜ਼ੁਬਾਨ ਨਾ ਹੀ ਨਹੀਂ ਆਦੀ ਸਾਡੀ ਜ਼ੁਬਾਨ ਨਾਲ ਚੜਦਾ। ਉਹ ਮੈਨੂੰ ਤੇ ਫਿਕਰ ਪੈ ਗਿਆ ਜੇ ਮੁਫਤੀ ਸਾਹਿਬ ਉਹ ਮਰਜ਼ੀ ਦਾ ਨਾ ਇੱਕ ਨਵਾਂ 26 ਹਵਾਲਾ ਮਈ ਦੀ 26 ਮਈ ਦੇ ਜੀ ਹਵਾਲੇ ਤਿਆਰ ਨੇ ਪਏ ਔਰ ਅਸੀਂ 100 ਹਵਾਲਾ ਪੇਸ਼ ਕਰਾਂਗੇ ਇਨਸ਼ਾਅੱਲਾ ਕਾਦੀਆਨੀ ਕਿਤਾਬਾਂ ਦੇ, ਜਿੱਥੋਂ ਸਾਬਤ ਹੋਏਗਾ ਕਿ ਕਾਦੀਆਨੀਅਤ ਮਿਰਜ਼ੇ ਕਾਦੀਆਨੀ ਦੀ ਪੂਰੀ ਫੈਮਿਲੀ ਟੱਟੀ ਮੁੱਤਰ 100 ਹਵਾਲਾ ਬਾਈ 26 ਮਈ ਵਾਲੇ ਦਿਨ। ਤੇ ਉਹ ਹੁਣ ਪਤਾ ਨਹੀਂ 101 ਕਰ ਲਵੋ। 101 ਲੈ ਇੱਕ ਹੋਰ ਹਵਾਲਾ ਮੈਂ ਇੱਥੇ ਲਾਇਆ ਜੇ। अच्छा दियो भाई। वालेकुम सलाम बरिस्टर साहब। बरिस्टर साहब आ जाइए अगर आपने ऊपर आना तो। मुफ्ती साहब मैं ਤੁਹਾਨੂੰ ਫੋਟੋ ਭੇਜਾਂਗਾ ਜਿਹੜਾ ਜੋ ਮੈਂ ਇੰਤਜ਼ਾਮ ਕੀਤਾ ਨਾ ਸੈਲੀਬ੍ਰੇਸ਼ਨ ਦਾ, ਠੀਕ ਹੈ? ਮੈਂ ਤੁਹਾਨੂੰ ਫੋਟੋ ਭੇਜ ਚੜਾਂਗਾ ਤੇ ਮੈਂ ਇਨਸ਼ਾਅੱਲਾ ਅਗਲੇ ਹਫਤੇ ਸਾਰਾ ਇੰਤਜ਼ਾਮ ਕਰਕੇ ਤੇ ਤੁਹਾਨੂੰ ਫੋਟੋ ਭੇਜਾਂਗਾ। टट्टी डे ते पूरे जोश और खरोश में मनाया जाएगा। हैप्पी टट्टी। यार रसूल भाई ने मुशायरा रखा है। मुशायरा? हाँ जी। हाँ यो खुद शायर आदमी है ते हाँ जी यार रसूल ने मुशायरा रखा शायरी। सही हो गया, सही है। हर एक अपने ज़ौक के मुताबिक बराड़ करेगा ते मुख्तलिफ ज़ौक होंगे, मुख्तलिफ रंग होंगे, मुख्तलिफ हवाला जात होंगे ते कादियानिया दी खुशी दा होए होए यकीन जानो अगे पिछे ते कदी नहीं जे बढ़दे तुहाडियां बराडां ते उस दिन वेख्या जे नस नस आंगे क्योंकि ईद दी मुबारकबाद उन्होंने लैनी है ना। मैं मुफ्ती साहब सारी फैमिली इकट्ठी करनी है इन्हां दी, ठीक है? हाँ बिल्कुल। ਤੇ ਮਹਿਮਾਨੇ ਖਸੂਸੀ ਹੋਣਗੇ ਕੀਮ ਨੂਰੁਦੀਨ ਸਾਹਿਬ। ਸ਼ਾਹ ਸਾਹਿਬ ਇੱਕ ਹਵਾਲਾ ਜੇ 101 ਨੰਬਰ ਤੇ ਇਹਨੂੰ ਲਾ ਲਵੋ ਤਰਤੀਬ ਦੇ ਵਿੱਚ। ਇਹ ਹਵਾਲਾ ਵੱਡਾ ਕਰੋ ਯਾਰ ਇਹਨਾਂ ਦਾ। ਹਵਾਲਾ ਵੀ ਹੈ ਤੇ ਸਵਾਲ ਵੀ ਹੈ ਕਾਦੀਆਨੀਆਂ ਕੋਲੋਂ। ਜੀ ਤਜਹੀਜ਼ ਔਰ ਤਕਫੀਨ। ਹਯਾਤੇ ਤੈयबा ਕਿਤਾਬ ਦਾ ਨਾਮ ਹੈ। ਸ਼ੇਖ ਅਬਦੁਲ ਕਾਦਰ ਦਾ ਮੁਅੱਲਿਫ ਹੈ। ਹਾਂ ਸਫਾ 440। ਹਾਂ ਤੁਹਾਨੂੰ ਇਹ ਪੁੱਛਣਾ ਵੇ ਕਿ ਮਿਰਜ਼ੇ ਦੇ ਜਦੋਂ ਤੁਸੀਂ ਅੰਤਮ ਸੰਸਕਾਰ ਦੀ ਤਿਆਰੀ ਕਰਦੇ ਪਏ ਹੋ ਤੇ ਇਹ ਕਫਨ ਦਫਨ ਦੇ ਵਿੱਚ ਘੰਟਾ ਤੁਹਾਨੂੰ ਕਿਉਂ ਲੱਗ ਗਿਆ? ਆਮ ਤੌਰ ਤੇ ਕੋਈ 10 ਮਿੰਟ ਲੱਗਦੇ ਨੇ ਬਸ ਗੁਸਲ ਦੇਣ ਚ। ਓਏ ਹੋਏ ਓਏ ਹੋਏ ਇਹ ਹਾਲਤ ਇੰਨੀ ਜ਼ਿਆਦਾ ਦਗੜ ਮੈਂ ਨਵਾਂ ਯਾਰ ਤੂੰ ਆਪੇ ਹਿਸਾਬ ਲਾ ਕਿ ਇੱਕ ਮਿਰਜ਼ਾ ਕਾਦੀਆਨੀ ਵਬਾਈ ਹੈਦੇ ਨਾਲ ਮਰਿਆ ਤੇ ਉਤੋਂ ਜਿਹੜੀ ਪੈਸੇਂਜਰ ਟ੍ਰੇਨ ਹੁੰਦੀ ਹੈ ਉਹਦੇ ਵਿੱਚ ਟਿਕਟ ਲੱਭੀ ਕੋਈ ਨਹੀਂ। ਉਹਨਾਂ ਨੇ ਕਿਹਾ ਜੀ ਮਾਲ ਗੱਡੀ ਹੁੰਦੀ ਜੇ ਪਈ ਤੇ ਉੱਥੇ ਲੱਦ ਦਿਓ ਤੇ ਉੱਥੇ ਇਹਦੀ ਲਾਸ਼ ਨੂੰ ਲੱਦਿਆ ਗਿਆ ਤੇ ਰਾਹ 'ਚ ਜੰਗਲ 'ਚ ਜਾ ਕੇ ਟ੍ਰੇਨ ਹੋ ਗਈ ਖਰਾਬ। ਗਰਮੀਆਂ ਦੇ ਦਿਨ ਸਨ। ਉਹ ਤੇਰੀ ਖੈਰ ਤੁਸੀਂ ਆਪੇ ਹੀ ਅੰਦਾਜ਼ਾ ਕਰੋ ਤੇ 2 ਦਿਨ ਟ੍ਰੇਨ ਉੱਥੇ ਖਲੋਤੀ ਰਹੀ ਤੇ ਮਿਰਜ਼ੇ ਦੀ ਲਾਸ਼ ਤਰਕ ਗਈ। ਮੈਂ ਨਵਾਂ ਬੋਈ ਬੋ ਤੇ ਉਹ ਫਿਰ 22 ਘੰਟਾ ਤੇ ਇਹਨਾਂ ਨੇ ਥੋੜਾ ਲਿਖਿਆ ਹੈ, ਸ਼ਾਇਦ 1 ਦਿਨ ਲੱਗਾ ਹੋਏਗਾ। ਮੁਫਤੀ ਸਾਹਿਬ ਥੋੜਾ ਜਿਹਾ ਮੈਂ ਇੱਥੇ ਗੁਸਤਾਖੀ ਕਿ ਇਹ ਜਿਹੜੀਆਂ ਟਿਕਟਾਂ ਸਨ ਨਾ ਇਹਨਾਂ ਨੂੰ ਟਿਕਟਾਂ ਇਹਨਾਂ ਨੇ ਲੱਭੀਆਂ ਲਈਆਂ ਸਨ ਟਿਕਟਾਂ
ਲੇਕਿਨ ਜਦੋਂ ਇਹਨਾਂ ਨੂੰ ਇਹਨਾਂ ਪੈਸੇਂਜਰ ਟ੍ਰੇਨ 'ਚ ਵਾੜਿਆ ਨਾ, ਤੇ ਉਹ ਜਿਹੜੇ ਪੈਸੇਂਜਰ ਸਨ ਨਾ ਉਹ ਸਾਰੇ ਬਾਹਰ ਆ ਗਏ ਸਨ ਕਿ ਅਸੀਂ ਟ੍ਰੇਨ 'ਚ ਬਹਿ ਕੇ ਜਾਣਾ ਹੈ, ਟੱਟੀ 'ਚ ਬਹਿ ਕੇ ਨਹੀਂ ਜਾਣਾ। ਉਹਨਾਂ ਨੇ ਕਿਹਾ ਨਾ ਭਾਈ ਇਹ ਬੋ ਨੂੰ ਲੈ ਜਾਓ ਕਿਧਰੇ ਹੋਰ। ਹਾਂਜੀ, ਉਹਨਾਂ ਫਿਰ ਬਾਹਰ ਕੱਢ ਛੜਿਆ ਸੀ ਕਿ ਇਸ ਬੋ ਨੂੰ ਇੱਥੇ ਨਹੀਂ ਖੜ ਸਕਦੇ ਸੀ। ਉਹਦੀ ਵਜ੍ਹਾ ਇਹ ਬਣੀ ਸੀ ਕਿ ਜਿਵੇਂ ਕਰੋਨਾ ਦੇ ਦਿਨਾਂ ਦੇ ਵਿੱਚ ਕਰੋਨਾ ਜ਼ਿਆਦਾ ਜਿਹੜੇ ਸਨ, ਜਿਹੜੇ ਮਰੇ ਸਨ, ਤੇ ਉਹਨਾਂ ਦੀਆਂ ਲਾਸ਼ਾਂ ਨੂੰ ਹੱਥ ਵੀ ਨਹੀਂ ਸੀ ਕੋਈ ਲਾਂਦਾ। ਇੰਜੀ ਸੇਮ ਮਾਹੌਲ ਸੀ, ਇੰਜੀ ਖੋਫੋ ਹਰਾਸ ਸੀ ਲਾਹੌਰ ਦੇ ਵਿੱਚ ਕਿ ਜਿਹੜਾ ਹੈਜ਼ਾ ਜ਼ਦਾ ਮਰਦਾ ਸੀ ਨਾ, ਤੇ ਉਹਦੀ ਲਾਸ਼ ਨੂੰ ਹੱਥ ਵੀ ਨਹੀਂ ਸਨ ਲਾਉਂਦੇ। ਤੇ ਮਿਰਜ਼ੇ ਕਾਦੀਆਨੀ ਕਿਉਂਕਿ ਹੈਜ਼ਾ ਵਬਾਈ ਹੈਜ਼ੇ ਦਾ ਸ਼ਿਕਾਰ ਹੋ ਕੇ ਮਰਿਆ ਸੀ, ਇਸ ਵਾਸਤੇ ਇਹਦੀ ਲਾਸ਼ ਕੋਲੋਂ ਲੋਕੀ ਦੂਰ ਰਹਿੰਦੇ ਸਨ ਔਰ ਉਹਨਾਂ ਨੇ ਪੈਸੇਂਜਰ ਟ੍ਰੇਨ ਦੇ ਵਿੱਚ ਇਹਨੂੰ ਜਗ੍ਹਾ ਹੀ ਨਹੀਂ ਦਿੱਤੀ। ਇਹ ਸੀ ਅਸਲ 'ਚ ਮਰਕ ਦੀ ਵਜ੍ਹਾ। ਉਹ ਜੀ ਇੱਕ ਹੋਰ ਆ ਗਿਆ ਜੇ। ਅੱਛਾ, ਆਈਡੀਆਂ ਇੰਜ ਬਣਾ ਕੇ ਆਉਂਦੇ ਜਿਵੇਂ ਕਿ ਕਿਸੇ ਉਹਨੂੰ ਕੀ ਕਹਿੰਦੇ ਨੇ, ਮੁਜਰੇ ਦੀ ਪੈਦਾਵਾਰ ਨੇ। ਡਾਰਲਿੰਗ ਸਟ੍ਰੇਂਜਰ, ਲੱਖ ਦੀ ਲਾਨਤ ਤੇਰੇ ਤੇ। ਸ਼ਾਇਦ ਭਾਈ ਅਸਲ 'ਚ ਜਿਹੜੇ ਆਈਡੀਆਂ ਬਦਲਾ ਕੇ ਆਉਂਦੇ ਨੇ ਨਾ, ਹਕੀਕਤ ਹੈ ਵੇ ਕਿ ਉਹ ਆਪਣੇ ਵਾਲਦ ਨੂੰ, ਆਪਣੀ ਵਾਲਦਾ ਨੂੰ ਖੱਜਲ ਕਰਦੇ ਨੇ ਤੇ ਉਹ ਬਦਲ ਕੇ ਆਉਂਦੇ ਨੇ। ਹਾਂਜੀ ਹਾਂਜੀ, ਉਹ ਇੰਨੀ ਦੇਰ ਜਿਹੜੀ ਲਾਈ ਉਹਨੇ ਆਈਡੀ ਬਦਲਣ ਤੇ ਲਾਈ ਹੈ। ਸ਼ਾਹ ਸਾਹਿਬ, ਐਸੇ ਕਿਤਾਬ ਦਾ ਜਿਹੜਾ 242 ਸਫਾ ਵੇ ਨਾ, ਉਹਦੇ ਵਿੱਚ ਇਹ ਵੀ ਲਿਖਿਆ ਜੇ ਕਿ ਸੈਕੰਡ ਕਲਾਸ ਦਾ ਰਿਜ਼ਰਵ ਡੱਬਾ ਜਿਹੜਾ ਸੀ ਨਾ, ਉਹਦੇ 'ਚ ਇਹਦੀ ਲਾਸ਼ ਨੂੰ ਰੱਖਿਆ। ਇੱਥੇ ਰੱਖੋ ਜੀ, ਇੱਥੇ ਉਹ ਮਲੰਗੇ। ਐਸੇ ਕਿਤਾਬ 'ਚ ਅੱਗੇ ਸਾਰੀ ਰੁਦਾਤ ਦਿੱਤੀ। ਇਹ ਹੁਣ ਮੇਰਾ ਹੈਲੋ ਸੈਕੰਡ ਕਲਾਸ ਦਾ ਰਿਜ਼ਰਵ ਡੱਬਾ, ਉਹ ਲਫ਼ਜ਼ ਸ਼ਾਇਦ ਸਕਰੀਨ ਦੇ ਉੱਤੇ ਨਹੀਂ ਆ ਰਹੇ, ਬਿਲਕੁਲ ਸਫੇ ਦੇ ਉੱਪਰ ਨੇ। ਅੱਛਾ, ਹਯਾਤੇ ਤੈयबा ਦਾ ਮੁਅੱਲਿਫ ਕੌਣ ਹੈ? ਸ਼ੇਖ ਅਬਦੁਲ ਕਾਦਰ। ਅਬਦੁਲ ਕਾਦਰ। ਤੇ ਉਹ ਇਹਦਾ ਜਿਹੜਾ ਸਾਬਕਾ ਐਡੀਸ਼ਨ ਸੀ, 올ਡ ਐਡੀਸ਼ਨ, ਉਹਦੇ ਟੋਟਲ ਸਫਾਤ 401 ਨੇ, ਤੇ ਇਹ ਨਿਊ ਐਡੀਸ਼ਨ ਸ਼ਾਇਦ ਤੁਸੀਂ ਦਿੱਤਾ ਹੈ ਹਵਾਲਾ। ਹਾਂਜੀ ਸ਼ਾਹ ਸਾਹਿਬ, ਇਹ ਨਵੇਂ ਐਡੀਸ਼ਨ ਦਾ ਨਵਾਂ ਐਡੀਸ਼ਨ ਹੀ ਹੈ ਨਾ। ਠੀਕ, ਕਾਰਵਾਈ ਇਹ ਪਾਉਂਦੇ ਨੇ ਨਾ ਕਿ ਸਫੇ ਅੱਗੇ ਪਿੱਛੇ ਕਰਨਾ, ਸਫੇ ਅੱਗੇ ਪਿੱਛੇ ਕਰਨ 'ਚ ਆਸਾਨੀ ਰਹਿ ਜਾਂਦੀ ਹੈ। ਉਹਦੇ ਵਿੱਚ ਥੋੜਾ ਜਿਹਾ ਕੋਈ ਤਾਰਫ ਲਿਖ ਦਿੱਤਾ ਜਾਂ ਮੁਕੱਦਮਾ ਲਿਖ ਦਿੱਤਾ, ਪੇਸ਼ ਲਫ਼ਜ਼ ਲਿਖ ਦਿੱਤਾ, ਤਾਂ ਕਿ ਜੇ ਕੋਈ ਹਵਾਲਾ ਪੜ੍ਹਨਾ ਚਾਹੇ ਨਾ, ਉਹਨੂੰ ਹਵਾਲਾ ਨਾ ਲੱਗੇ, ਹਵਾਲਾ ਨਾ ਲੱਗੇ। ਪੁਰਾਣੀ ਕਾਰਵਾਈ। ਸ਼ਾਹ ਸਾਹਿਬ, ਤੁਹਾਡੇ ਕੋਲ ਇਹਦਾ ਪੁਰਾਣਾ ਐਡੀਸ਼ਨ ਪਿਆ ਹੈ? ਪੁਰਾਣਾ ਪਿਆ ਹੈ ਨਾ, ਉਹੀ ਤੇ ਮੇਰੇ ਸਾਹਮਣੇ ਖੁੱਲਾ ਹੈ ਇਸ ਟਾਈਮ। ਹਾਂ, ਤੇ ਪੁਰਾਣੇ ਐਡੀਸ਼ਨ ਦੇ ਵਿੱਚ ਮੈਂ ਦੱਸ ਦਿਆਂ ਕਿ ਉਹਦਾ ਸਫਾ ਕਿਹੜਾ ਬੰਦਾ ਵੇ। ਇੱਕ ਮਿੰਟ, ਸਫਾ 357 ਬਾਈ। ਸਾਬਕਾ ਐਡੀਸ਼ਨ ਦਾ ਜਿਹੜਾ ਵੇ ਨਾ, 올ਡ ਐਡੀਸ਼ਨ, ਉਹਦਾ ਵੇ 357 ਸਫਾ। 357 ਦੇ ਉੱਤੇ ਲਿਖਿਆ ਹੈ ਜਨਾਜ਼ੇ ਵਗੈਰਾ ਦਾ। ਹਾਂਜੀ, ਤਜਹੀਜ਼ੋ ਤਕਫੀਨ ਦੀ ਜਿਹੜੀ ਸੁਰਖੀ ਹੈ। ਸ਼ਾਹ ਸਾਹਿਬ, ਪੁਰਾਣੇ ਐਡੀਸ਼ਨ 'ਚ 357, ਨਵੇਂ ਐਡੀਸ਼ਨ 'ਚ 442, ਇਹ 100 ਸਫਿਆਂ ਦਾ ਫਰਕ ਪਾ ਗਏ। ਹਾਂਜੀ ਹਾਂਜੀ ਹਾਂਜੀ, 100 ਸਫੇ ਦਾ ਫਰਕ ਪਾ ਦਿੱਤਾ। ਇਹ ਵੇਖੋ, ਇਹ ਮੈਂ ਸਕੈਨ ਸ਼ੇਅਰ ਕਰਨਾ ਵਾ, ਇਹ ਜ਼ਰਾ ਸਕਰੀਨ ਕਰਿਆ ਜੇ ਯਾਰ ਵੱਡੀ। ਇਹ ਵੇਖੋ ਜੀ, 357 357, ਇਹ ਜੇ ਤਜਹੀਜ਼ੋ ਤਕਫੀਨ। ਠੀਕ ਹੈ, ਔਰ ਇਹ ਕਿਤਾਬ ਹੈ, ਇਹ 올ਡ ਐਡੀਸ਼ਨ ਤੇ ਮੈਂ ਟੁਰ ਜਾਣਾ ਵਾ। ਇਹ ਵੇਖੋ, ਹਯਾਤੇ ਤੈयबा ਸ਼ੇਖ ਅਬਦੁਲ ਕਾਦਰ। ਠੀਕ ਹੈ, ਤੇ ਇਹ ਗਾਲਬਨ ਮਤਬੂਆ ਇਹਦਾ ਸਾਬਕਾ ਐਡੀਸ਼ਨ ਇਹ ਹੋਈ ਸੀ। ਹੁਣ ਪਤਾ ਨਹੀਂ ਮਤਬੂਆ ਇਹਦਾ ਸਨ ਕਿਹੜਾ ਵੇ, ਇਹਦਾ ਮੈਨੂੰ ਇਲਮ ਕੋਈ ਨਹੀਂ। ਇਹ ਮੇਰੇ ਹਾਲੇ 1990 ਸ਼ਾਇਦ ਕੋਈ ਉਹਦੇ ਪਹਿਲੇ ਸਫੇ ਦੇ ਉੱਤੇ ਆਇਆ ਸੀ। ਉਹੀ ਨਾ, ਇਹ ਪਹਿਲੇ alislam.org ਤੇ ਇਹੋ ਹੀ ਰੱਖਿਆ ਸੀ ਨਾ। ਹਾਂ, ਹੁਣ ਜਿਹੜਾ ਵੇ ਨਾ, ਇਹਨਾਂ ਨੇ ਇਹ ਨਵਾਂ ਐਡੀਸ਼ਨ ਰੱਖਿਆ। ਇਹ ਇਹਨਾਂ ਨੇ ਸ਼ਾਹ ਸਾਹਿਬ ਜਿਹੜਾ ਐਡੀਸ਼ਨ ਬਦਲਿਆ ਹੋਵੇ ਨਾ,
ਇਹਦੇ ਤੇ ਵਿੱਚ ਵੀ ਇਹ ਕੋਈ ਦੇਖੋ ਨਾ, ਇਹ ਫਹਿਰਿਸਤ ਦੇ ਵਿੱਚ ਇਹ ਤਜਹੀਜ਼ੋ ਤਕਫੀਨ 557 ਔਰ ਜਿਹੜਾ ਗਾਲਬਨ ਤੁਸੀਂ ਕਹਿ ਰਹੇ ਹੋ ਜਨਾਜ਼ਾ ਕਾਦੀਆਨ ਪਹੁੰਚਾਇਆ ਗਿਆ, ਸਫਾ 358 ਜੀ। ਹਾਂ ਸ਼ਾਹ ਸਾਹਿਬ ਹੈ ਜਿਹੜਾ ਇਹਨਾਂ ਨੇ 100 ਸਫਿਆਂ ਦਾ ਤਕਰੀਬਨ ਫਰਕ ਪਾਇਆ ਹੋਇਆ ਨਾ, ਹਾਂ ਤੇ ਐਡੀਸ਼ਨ ਜਿਹੜਾ ਵੇ ਉਹ ਪੁਰਾਣੇ ਨੂੰ ਲਾ ਕੇ ਤੇ ਨਵਾਂ ਲਾ ਦਿੱਤਾ ਵੇ, ਇਹਦੇ ਵਿੱਚ ਵੀ ਕੋਈ ਨਾ ਕੋਈ ਕੰਮ ਹੈ। ਇਹ ਕੋਈ ਗੜਬੜ ਕੀਤੀ ਇਹਨਾਂ ਨੇ, ਇਹ ਪੜ੍ਹਨੀ ਪਏਗੀ ਪੂਰੀ ਕਿਤਾਬ। ਇਹ ਦੋਵੇਂ ਹੀ ਐਡੀਸ਼ਨ ਰੱਖੇ ਜਾਣ ਤੇ ਬੰਦੇ ਕੋਈ ਐਕਸਪਰਟ ਬਹਿਣ ਤੇ ਇਹਦੇ ਚ ਬੜਾ ਕੁਝ ਲੱਭੇਗਾ। ਇਹਨਾਂ ਨੇ ਬੜੀਆਂ ਡੰਡੀਆਂ ਮਾਰੀਆਂ ਹੁਣ। ਇਹ ਪੁਰਾਣਾ ਐਡੀਸ਼ਨ ਪਤਾ ਜੀ ਕਿੱਥੋਂ ਲੱਭੇਗਾ? ਇਹ ਮੇਰੇ ਕੋਲ ਤੇ ਲੱਭ ਜਾਏਗਾ, ਤੇ ਮੈਨੂੰ ਕਰੋ ਨਾ ਮੈਸੇਜ ਕਰੋ ਜ਼ਰਾ, ਮੈਂ ਕਰਨਾ ਤੁਹਾਨੂੰ। ਤੇ ਆਪਣੀ PDF ਮੈਨੂੰ ਸੈਂਡ ਕਰੋ ਤੇ ਮੈਂ ਆਪਣੇ ਵਾਲੀ ਤੁਹਾਨੂੰ ਸੈਂਡ ਕਰਨਾ। ਅੱਛਾ ਮੁਫਤੀ ਸਾਹਿਬ, ਇਹਦੇ 'ਚ ਨਾ ਮੈਂ ਇੱਕ ਹੋਰ ਚੀਜ਼ ਐਡ ਕਰ ਦਿਆਂ ਕਿ ਜਦੋਂ ਮਿਰਜ਼ਾ ਮਰਨ ਲੱਗਾ ਸੀ ਨਾ, ਤੇ ਇਹਨੇ ਕਿਹਾ ਸੀ ਨਾ ਕਿ ਪੈਨ ਲੈ ਕੇ ਆਓ, ਪੈਨ ਤੇ ਕਾਪੀ ਲੈ ਕੇ ਆਓ, ਤੇ ਇਹਨੇ ਕੁਝ ਲਿਖਿਆ ਸੀ ਤੇ ਸਮਝ ਨਹੀਂ ਆਈ ਮਿਰਜ਼ਾਈਆਂ ਨੂੰ। ਉਹ ਮੈਨੂੰ ਕਸ਼ਫੀ ਤੌਰ ਤੇ ਸਮਝ ਆ ਗਈ ਹੈ ਕਿ ਉਹਨੇ ਲਿਖਿਆ ਮਰਦਿਆਂ ਲਿਖ ਗਿਆ ਸੀ कि मिर्ज़ाइयो अब तुम मेरी कौन कौन सी बगैरती को छुपाओगे। तो मिर्ज़ाइयो याद रखियो, वो आखिरी लफ्ज़ है सन मिर्ज़े दे कि तुम मेरी कौन कौन सी बगैरती को छुपाओगे। अस्सलामुअलैकुम वरहमतुल्लाहि वबरकातुहू। वालेकुम सलाम। क्योंकि ये जब मरने वाला था ना मुफ्ती साहब, पता है ये के लिखा हुआ है कि जब इसने कलम पकड़ी कुछ लिखा पर लिखा ना गया, समझ नहीं आया क्या लिखा, तो ये लिखा था कि तुम मेरी कौन कौन सी बगैरती को छुपाओगे। कैसा वो दानियल साहब आए थे, मेरा ख्याल है उन्होंने अस्सलाम वालेकुम लिखी है। वालेकुम सलाम दानियल, मैं उन्होंने जवाब सरकारा मैं दिल च जवाब देखा दिता है जी, उन्होंने जवाब दिता है, आवाज आई है। शाह साहब मैं ਤੁਹਾਨੂੰ ਮੈਂ ਭੇਜ ਦਿੱਤਾ ਤਜਰਬਾ ਦਾ ਨਵਾਂ ਐਡੀਸ਼ਨ। ਅੱਛਾ ਯਾਰ, ਲੱਭ ਗਈ ਹੈ ਮੈਨੂੰ, ਤੇ ਮੈਂ ਆਪਣੇ ਵਾਲਾ ਵੀ ਤੁਹਾਨੂੰ ਸੈਂਡ ਕਰ ਛੜਿਆ। ਤੇ ਇਹ alislam.org ਤੇ ਮੈਂ ਸਰਚ ਕਰ ਰਿਹਾ ਜੋ ਮੈਨੂੰ ਨਹੀਂ ਲੱਭ ਰਿਹਾ, ਕਿਧਰੇ ਡਾ ਤੇ ਨਹੀਂ ਦਿੱਤੀ। ਨਹੀਂ ਸ਼ਾਹ ਸਾਹਿਬ ਪਈ ਦੀ ਅਲ ਇਸਲਾਮ ਤੇ alislam ਤੇ ਜਰਾ ਥੋੜਾ ਜਿਹਾ ਤੁਸੀਂ ਪਾਥ ਦੱਸੋਗੇ? ਮੈਂ 1 ਮਿੰਟ ਇਹ ਕੁਤਬੇ ਸਿਲਸਿਲਾ ਦੇ ਵਿੱਚ ਜਾ ਕੇ ਕਿਹੜੀ ਜਗ੍ਹਾ ਤੇ ਜਾਣਾ ਹੈ? ਜੋ ਮੁਫਤੀ ਸਾਹਿਬ ਤੁਸੀਂ ਕਿਤਾਬ ਦੀ ਰਿਸਰਚ ਕਰ ਲਓ ਨਾ। ਨਹੀਂ ਉਹ ਸਰਚ ਦੇ ਵਿੱਚ ਨਹੀਂ ਨਾ ਆ ਰਹੀ। ਮੈਂ ਗੂਗਲ ਦੇ ਉੱਤੇ ਕੱਢ ਲਈ ਸੀ, ਮੈਂ ਤੁਹਾਨੂੰ ਲਿੰਕ ਭੇਜਣਾ ਵਾ। ਨਹੀਂ ਉਹ ਜਿਹੜਾ ਹੈ ਉਹ ਵੀ ਰਿਕਾਰਡ 'ਚ ਰਹਿਣੀ ਚਾਹੀਦੀ ਹੈ ਨਾ। ਅੱਛਾ ਕੁਤਬੇ ਮਜਲਸੇ ਖੁਦਾਮੇ ਅਹਮਦੀਆ, ਉਹਦੇ ਚ ਵੀ ਕੋਈ ਨਹੀਂ, ਮਜਲਸੇ ਅਨਸਾਰੁੱਲਾ ਚ ਵੀ ਕੋਈ ਨਹੀਂ ਨਾ। ਉਹ ਲੱਭੜ ਗਿਆ ਜੇ ਮੁਫਤੀ ਸਾਹਿਬ। ਤੇ ਮੁਤਫਰਕ ਕੁਤੁਬ ਇਹਦੇ ਚ ਵੇਖ ਲੈਣੇ ਆ 1 ਮਿੰਟ। ਹਾਂ ਸ਼ਾਹ ਸਾਹਿਬ ਮੈਂ ਮੁਤਫਰਕ ਕੁਤਬ ਦੇ ਵਿੱਚ ਦੇਖੋ, ਇਹਦੇ ਚ ਵਾਵਾ ਸਾਰੀਆਂ ਕਿਤਾਬਾਂ ਪਈਆਂ ਮਿਰਜ਼ੇ ਦੀ ਸੀਰਤ ਦੇ ਉੱਤੇ। ਬਾਕੀ ਜਿਹੜੇ ਲੋਕਾਂ ਨੇ ਕਿਤਾਬਾਂ ਲਿਖੀਆਂ ਨੇ ਨਾ ਉਹ ਵੀ ਇਹਦੇ ਚ ਪਈਆਂ ਨੇ। ਮੁਤਫਰਕ ਕੁਤੁਬ 1 ਮਿੰਟ। वैसे मुफ्ती साहब एक गल है कि ये ते कंजर मिर्जे की लिखी दी किताब नूं नहीं मनदे पे, ते किसी होर दियां किताबां लिखी दियां किंज मनणगे?
ਹਾਲਾਂਕਿ ਇਹਨਾਂ ਆਪਣੀ ਵੈਬਸਾਈਟ ਦੇ ਉੱਤੇ ਲਾਈ ਦੀਆਂ ਨੇ। ਉਹ ਪਹਿਲੇ ਇਹਨਾਂ ਦੀ ਮੈਨੂੰ ਤੇ ਹੁਣ ਡਾਊਟ ਪੈਂਦਾ ਇਹਨਾਂ ਨੇ ਆਪਣੀ ਵੈਬਸਾਈਟ ਤੋਂ ਚੁੱਕ ਛੜੀ ਏ ਯਾਰ। ਸਿਕੰਦਰ ਦਾ ਚੈੱਕ ਕਰੀ ਭਾਈ। ਨਹੀਂ ਇਹ ਤੇ ਵੈਬਸਾਈਟ ਨਵਾਂ ਤੇ ਹੈ ਪੱਤਾ ਖੁੱਲ ਮੁਫਤੀ ਸਾਹਿਬ WhatsApp ਤੇ ਹੈ। WhatsApp ਵੈਬਸਾਈਟ ਤੇ ਹੈ ਵੇ, ਮੈਂ ਆਲਰੇਡੀ ਉੱਥੇ ਹੀ ਇਹ ਹਵਾਲਾ ਲਾ ਕੇ ਖੋਲਿਆ ਦਾ ਵੇ। ਵੈਬਸਾਈਟ ਤੇ ਹੈ ਵੇ ਤੇ ਕਿਹੜੀ ਜਗ੍ਹਾ ਤੇ ਵੇ? ਪਾਥ ਦੱਸੋ ਨਾ। ਨਹੀਂ ਮੈਂ ਉਹ ਕਿਤਾਬ ਨਹੀਂ ਖੋਲੀ, ਮੈਂ ਦੂਜਾ ਉਹ ਰੁਦਰ ਗੋਪਾਲ ਵਾਲਾ ਖੋਲਿਆ ਦਾ। ਨਹੀਂ ਉਂਝ ਨਹੀਂ। ਸਿਕੰਦਰ ਲੱਭੀ ਜ਼ਰਾ ਭਾਈ, ਇਹ ਤੇ ਨਵਾਂ ਕੱਟਾ ਖੁੱਲ ਗਿਆ। ਕਿਉਂਕਿ ਸਰਚ ਦੇ ਵਿੱਚ ਵੀ ਕੋਈ ਨਹੀਂ ਆ ਰਹੀ ਹਯਾਤ ਤੈਬਾ। ਹੋਵੇ ਨਾ ਹੋਵੇ ਇਹਨਾਂ ਨੇ ਕਿਤਾਬ ਡਾ ਛੜੀ ਹੈ। शायद साहब को स्मेल नहीं आई थले घोड़ बात एक आ गया। ਸ਼ਾਹ ਸਾਹਿਬ ਲਾਇਬ੍ਰੇਰੀ ਦੇ ਵਿੱਚ ਜਾਓ, ਉਰਦੂ ਵਾਲੀ ਵੈਬਸਾਈਟ ਹੈ ਨਾ ਤੁਹਾਡੇ ਕੋਲ? ਹਾਂਜੀ ਉਰਦੂ ਚ। ਲਾਇਬ੍ਰੇਰੀ ਦੇ ਵਿੱਚ ਜਾਓ। ਜੀ ਕੁਤਬੇ ਸਿਲਸਿਲਾ ਦੇ ਵਿੱਚ। ਕੁਤਬੇ ਸਿਲਸਿਲਾ ਚ ਅੱਗੇ। ਹਾਂ ਉਹਦੇ ਵਿੱਚ ਪਈ ਹੈ। ਉਹ ਯਾਰ ਨਹੀਂ ਹੈ ਕੁਤਬੇ ਸਿਲਸਿਲਾ ਚ, ਕੀ ਕਰਦੇ ਹੋ ਪਏ? ਇਹ ਵੇਖੋ ਮੈਂ ਤੁਹਾਨੂੰ ਹੁਣੇ ਬਹਾਨਾ ਵਾ। ਹੋ ਰਹੀ ਹੈ, ਠਹਿਰੋ ਮੈਂ 1 ਮਿੰਟ ਇਹਨੂੰ ਫਰਦਰ ਜਿਹੜਾ ਹੋਵੇ ਨਾ ਇਹਨੂੰ ਚੈੱਕ ਕਰਨਾ। ਨਹੀਂ ਹੈ ਯਾਰ, ਇਹ ਵੇਖੋ ਇਹ ਕੁਤਬੇ ਸਿਲਸਿਲਾ ਤੇ ਇਹਦੇ ਵਿੱਚ ਕੋਈ ਨਹੀਂ ਹੈ ਕਿਧਰੇ ਵੀ। ਇਹ ਕੁਤਬੇ ਸਿਲਸਿਲਾ ਦੀਗਰ ਮੁਤਫਰਕਾਤ ਉਹਦੇ ਵਿੱਚ ਵੀ ਕੋਈ ਨਹੀਂ। ਫਿਰ ਮਜਲਸ ਅੰਸਾਰੁੱਲਾ ਚ ਵੀ ਕੋਈ ਨਹੀਂ। ਹਯਾਤੇ ਕੁਦਸੀ ਪਈ ਹੈ। ਫਿਰ ਮਜਲਸ ਖੁਦਾਮੇ ਅਹਮਦੀਆ ਚ ਵੀ ਕੋਈ ਨਹੀਂ। ਲੋ ਜੀ ਨਵੇਂ ਭਾਅ ਕਿਹੜੇ ਆਏ ਨੇ ਜੀ? ਹੈਪੀ ਪੀਜ਼ਾ ਕਿ ਹੀਰਾ ਪੀਜ਼ਾ? ਹੀਰਾ ਪੀਜ਼ਾ 2 ਪੀਜ਼ੇ ਤੇ ਲਵਾਇਆ ਸੀ ਭਾਜੀ ਨੇ। ਹੀਰਾ ਪੀਜ਼ਾ ਜੀ ਵਾਲੇਕੁਮ ਸਲਾਮ। ਮੈਂ ਕਿਹਾ ਇੰਗਲੈਂਡ ਡਿਲੀਵਰੀ ਕਰ ਦਿਓਗੇ? ਇੰਗਲੈਂਡ ਨਹੀਂ ਇਟਲੀ ਕਰਾਂਗੇ ਭਾਈ ਇਨਸ਼ਾਅੱਲਾ। ਜੇ ਪਾਕਿਸਤਾਨ ਕਰ ਦਿਓ 2 ਮੁਫਤੀ ਸਾਹਿਬ ਵਾਸਤੇ 12 ਇੰਚ ਦੇ ਪੀਜ਼ੇ ਭੇਜ ਦਿਓ। ਮੈਂ ਅੱਲਾ ਦੇ ਫਜ਼ਲ ਦੇ ਨਾਲ 14 ਇੰਚ ਦੇ ਭੇਜਾਂਗੇ। ਮੁਫਤੀ ਸਾਹਿਬ ਕੋ ਹੁਕਮ ਕਰਨ। ਮੁਫਤੀ ਸਾਹਿਬ ਬੜੀ ਜ਼ੁਬਾਨ ਵਿੱਚ ਇਸ਼ਾਰਾ ਕਰਨ ਉੱਥੇ ਪਹੁੰਚ ਜਾਂਦੇ ਇਨਸ਼ਾਅੱਲਾ ਤਾਲਾ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ। ਮੁਫਤੀ ਸਾਹਿਬ ਨੇ ਇਸਲਾਮ ਦਾ ਦੁਆ ਹੀ ਜਵਾਬ ਹੀ ਨਹੀਂ ਦਿੱਤਾ। ਜੀ ਜਨਾਬ, ਮੈਂ ਨਾ ਅਸਲ 'ਚ ਮੇਰੀ ਤਵੱਜੋ ਕਿਤੇ ਹੋਰ, ਅਸੀਂ ਥੋੜੀ ਜਿਹੀ ਤਹਕੀਕ ਕਰ ਰਹੇ ਸਾਂ ਤੇ ਪੂਰੀ ਤਵੱਜੋ ਮੇਰੀ ਇਹਨਾਂ ਦੇ ਉੱਧਰ ਬਾਰੇ ਤੇ ਤਹਿਕੀਕ ਹੁੰਦੀ ਰਹਿੰਦੀ ਹੈ। ਥੋੜਾ ਇਸਲਾਮ ਦਾ ਜਵਾਬ ਦੇ ਛੜੇ। ਜੀ ਵਾਲੇਕੁਮ ਸਲਾਮ। ਮੈਂ ਸੁਣਿਆ ਕੋ ਨਹੀਂ ਜਨਾਬ। ਹੋਰ ਸੁਣਾਓ, ਤਬੀਅਤ ਠੀਕ ਜੀ? ਬਿਲਕੁਲ ਫਿਟ ਫਾਟ ਹੋ? ਅੱਲਾ ਸੋਨੇ ਦਾ ਬੜਾ ਫਜ਼ਲ ਹੈ ਸਾਂ। ਅੱਲਾਹ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਲੰਮੀ ਜ਼ਿੰਦਗੀ ਦੇਵੇ, ਤਾਂ ਕਿ ਕਾਦੀਆਨੀ ਕੁੱਤਿਆਂ ਦੇ ਕਹਿਰ ਬਣ ਕੇ ਟੁੱਟਦੇ ਰਹੋ। ਆਮੀਨ ਆਮੀਨ। ਥੱਲੇ ਕਿਉਂ ਪੇਸ਼ ਕਰਦੇ ਰਹਿੰਦੇ ਹੋ? ਉੱਤੇ ਆ ਜਾਇਆ ਕਰੋ ਜ਼ਰਾ। ਉੱਤੇ ਆਉਣ ਲੱਗੇ ਤੁਹਾਨੂੰ ਡਰ ਲੱਗਦਾ ਹੈ? ਕਾਦੀਆਨੀਓ 26 ਮਈ ਆ ਰਹੀ ਹੈ ਤੁਹਾਡੇ ਕੋਲ, ਮੇਰਾ ਮਤਲਬ ਰਵੀ ਦੇ ਦਿਨ ਨੇ। 26 ਮਈ ਨੂੰ ਮੇਰੇ ਨਾਲ ਗੁਫ਼ਤਗੂ ਕਰਨੀ ਹੈ ਤੇ ਤੁਸੀਂ ਉੱਤੇ ਤਸ਼ਰੀਫ ਲਿਆਓ। ਥੱਲੇ ਪੇਸ਼ ਕਰੀ ਆਉਣੀ ਹੈ, ਕਰੀ ਆਉਣੀ ਹੈ, ਕਰੀ ਆਉਣੀ ਹੈ।
ਥੱਲੇ ਨਾ ਪੇਸ਼ ਕਰਿਆ ਕਰੋ, ਦਿਓ ਆ ਕੇ ਸਾਨੂੰ ਵੀ ਤਾਲੀਮ। ਕਿਉਂ ਨਹੀਂ ਦਿੰਦੇ? ਜਿਹੜੀ ਸਾਰੀ ਜ਼ਿੰਦਗੀ ਤੁਸੀਂ ਮਿਰਜ਼ੇ ਦੀ ਲਈ ਜੇ, ਸਾਨੂੰ ਵੀ ਦਿਓ ਆ ਕੇ ਤਾਲੀਮ, ਲਾਜ਼ਮੀ ਦਿਓ। ਲਈ ਨਹੀਂ ਹੈ ਸਾਰੀ ਜ਼ਿੰਦਗੀ ਮਿਰਜ਼ੇ ਦੀ, ਤੇ ਸਾਨੂੰ ਵੀ ਦਿਓ ਜੀ। ਹੁਣ ਆਪਣੀ ਤੁਸੀਂ ਦਿਓ ਸਾਨੂੰ ਤਾਲੀਮ, ਥੱਲੇ ਪੇਸ਼ ਕਰੀ ਜਾਂਦੇ ਨੇ। ਆਓ ਸ਼ਾਬਾਸ਼ ਉੱਤੇ। ਅੱਜ ਮੇਰਾ ਵੀ ਬੜਾ ਮੂਡ ਜਿਹਾ ਮੰਗੀ ਠੋਕਣ ਦਾ। ਓਏ ਹੋਏ ਹੋਏ ਹੋਏ, ਮੁਫਤੀ ਸਾਹਿਬ ਇੱਕ ਹਵਾਲਾ ਲੱਭਾ ਜੇ, ਕਿਆ ਬਾਤ। ਮੈਂ ਵੀ ਕਿਤਾਬ ਖੋਲੀ ਹੈ ਮੁਫਤੀ ਸਾਹਿਬ, ਅੱਛਾ ਤੇ ਕਿਤਾਬ ਦਾ ਨਾਂ ਜੇ ਜਨਾਬ ਇੰਤਕਾਬ। ਯਾਰ ਮੈਂ ਪਿੱਛੇ ਜਾਣਾ ਕਿਤਾਬ ਖੋਲਣਾ ਤੇ ਫੇਰ ਹੁੰਦਾ। ਕਲਾਮੇ ਜ਼ਫਰ। ਇੱਕ ਅਜੀਬ ਜਿਹੀ ਗੱਲ ਏ ਕਿ ਇਹਨਾਂ ਦੀ ਵੈਬਸਾਈਟ ਤੇ ਜਿਹੜਾ ਸਰਚ ਬਾਰ ਹੈ ਨਾ, ਹਾਂ ਉਹਦੇ ਜਦੋਂ ਤੁਸੀਂ ਸਰਚ ਕਰੋਗੇ ਨਾ ਹਯਾਤੇ ਤੈਯਬਾ, ਆ ਰਿਜ਼ਲਟਸ ਦੇ ਵਿੱਚ ਆ ਜਾਏਗੀ। ਨਹੀਂ ਆਂਦੀ ਪਈ ਯਾਰ, ਮੇਰੇ ਕੋਲ ਨਹੀਂ ਆਂਦੀ ਪਈ। ਮੇਰੇ ਕੋਲ ਆ ਰਹੀ ਜੇ, ਲੇਕਿਨ ਉਹਦੇ ਵਿੱਚ ਜਿਹੜਾ ਉਹਦਾ ਪਾਥ ਲਿਖਿਆ ਹੈ ਨਾ, ਹਾਂ ਉਹ ਲਿਖਿਆ ਹੈ ਕਿ ਉਰਦੂ ਵਾਲੇ ਸੈਕਸ਼ਨ ਦੇ ਵਿੱਚ ਜਾ ਕੇ ਮਜ਼ੀਦ ਕੁਤਬ ਦੇ ਵਿੱਚ ਜਾ ਕੇ ਉਹਦੇ ਵਿੱਚ ਹੈ ਪਈ। ਲੇਕਿਨ ਜੇ ਤੇ ਤੁਸੀਂ ਡਾਇਰੈਕਟ ਵੈਬਸਾਈਟ ਖੋਲ ਕੇ ਉਰਦੂ ਦੇ ਵਿੱਚ ਜਾ ਕੇ ਮਜ਼ੀਦ ਕੁਤਬ ਦੇ ਵਿੱਚ ਜਾਓਗੇ ਨਾ, ਉਹਦੇ ਵਿੱਚ ਕੋਈ ਨਹੀਂ ਆ ਰਿਹਾ। ਕੰਦਰ ਸਾਹਿਬ ਲਿੰਕ ਭੇਜ ਦਿਓ ਨਾ, ਲਿੰਕ ਭੇਜ ਦਿਓ ਮੁਫਤੀ ਸਾਹਿਬ ਨੂੰ। ਉਹ ਲਿੰਕ ਭੇਜ ਦਿਓ ਤੁਸੀਂ ਮੁਫਤੀ ਸਾਹਿਬ ਨੂੰ। ਮੁਤਫਰਕ ਕੁਤੁਬ ਚ ਕੋਲ ਮੈਂ ਸਾਰੇ ਆਪਸ਼ਨ ਵੇਖ ਲੈਨੇ। ਸਿਕੰਦਰ ਲੱਗਦਾ ਹੈ ਕਿਤਾਬ ਡਾ ਛੜੀ ਇਹਨਾਂ ਨੇ। ਓਏ ਹੋਏ ਹੋਏ, ਮੁਫਤੀ ਸਾਹਿਬ ਮਿਰਜ਼ੇ ਦਾ ਮੌਜਾ ਸੁਣਾਉਣ ਲੱਗਾ ਜੇ, ਬੜਾ ਵੈਸੇ ਜੀਦਾਰ ਹਵਾਲਾ ਜੇ। ਮੈਨੂੰ ਵੀ ਨਹੀਂ ਲੱਗੀ, ਲੇਕਿਨ ਉੱਤੇ ਸਰਚ ਕਰੀਏ ਨਾ ਤੇ ਫੇਰ ਆ ਜਾਂਦੀ ਹੈ। ਨਾ ਭਾਈ ਇਹਨੂੰ ਕਿਸੇ ਕਿਨਾਰੇ ਲਾਓ ਸਿਕੰਦਰ। ਮੈਂ ਵੀ ਉਦੋਂ ਦਾ ਹੀ ਬਹਿ ਕੇ ਸਰਚ ਕਰ ਰਿਹਾ, ਮੈਨੂੰ ਕਿਧਰੇ ਨਜ਼ਰ ਤੱਕ ਨਹੀਂ ਆ ਰਹੀ। ਮੁਫਤੀ ਸਾਹਿਬ ਤੁਸੀਂ ਕਿਤਾਬ ਲੱਭੋ ਕਲਾਮੇ ਜ਼ਫਰ ਤੇ ਸਫਾ ਨੰਬਰ ਪੜੋ 9। ਓਏ ਹੋਏ 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 ਹੋਏ, ਕੀ ਮੌਜਜ਼ਾ ਮਿਰਜ਼ੇ ਦਾ। ओए ओए होए होए, मुसम्मर बज़म का दूसरा वाक़या। एक दफ़ा 14-15 साल की उम्र में एक सुनसान वीराने में गुजर रहे थे कि एक खाना बदोश कौम का एक भयानक और खूनहार कुत्ता, ओए होए 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 होए, एक खाना बदोश कौम का एक भयानक और खूनहार कुत्ता आपकी तरफ 2 फरलांग के फासले से लपक कर आया। कुत्ते के मालिक ने जोर से आवाज दी कि भाग जाओ वरना ये तुम्हें खा जाएगा, मगर भागना बेसूर था। अच्छा इत्थे बेसुध लिखना सी, बेसूर लिखिया ने। ਇਹ ਗੱਲ ਮਾਲਕ ਨੇ ਕੁੱਤੇ ਨੂੰ ਕਹੀ ਸੀ ਕਿ ਭਾਗ ਜਾਓ ਵਰਨਾ ਇਹ तुम्हें खा जाएगा। ਚਲੋ ਬਾਕੀ ਜੋ ਵੀ ਹੈ, ਬਾਕੀ ਕਲੈਕਸ਼ਨ ਤੁਸੀਂ ਕਰ ਲਈ ਹੋ। ਅੱਛਾ ਜੀ ਅੱਗੇ ਕੀ ਹੋਇਆ, ਕੀ ਕਲੈਕਸ਼ਨ ਚਲੀ ਨਵੇਂ ਭਾਰੀ ਤੁਸੀਂ ਕਰ ਲਈ ਹੋ। ਮਿਸਟਰ ਮੀਰ ਸਾਹਿਬ ਤੁਸੀਂ ਜਰਾ ਜਸਟੀਫਿਕੇਸ਼ਨ ਕਰਾ ਦਿਓ ਪਲੀਜ਼। अस्सलाम वालेकुम जी जनाब। सर की हाल है, ठीक हो? जी बस अल्लाह का करम। मिस्टर अरसलान ठीक हो गया? हाँ जी। अच्छा जी ये सुनियो जरा हूँ। लानतियां ते लानत पांदे हैं बेशुमार जी बेशुमार, थैंक यू। हाँ जी बेशुमार, थैंक यू। अच्छा मुफ्ती साहब सुनो की सुनो नहीं तो बस और मैं बस जस्टिफिकेशन लेनी थी। अच्छा मुफ्ती साहब अगे सुनो अगे की वाकया होया। ओए होए होए
अच्छा जी, थल्ले किने कॉल पाई है? यूनस। अगे सुनाओ कुछ। कट नहीं जी, अगे सुनाना जी। यूनस 09 साहब। जी वालेकुम सलाम। अच्छा जी, अगे की कहना है? तुम्हें खा जाएगा मगर भागना बेसुध था। आप कुत्ते की तरफ मुंह करके खड़े हो गए और कुत्ता 2-3 गज के फासले पर आकर यकदम रुक गया, मगर जोर से गुर्राता और दुम मारता रहा। आप आंखें झुके बगैर टिकटिकी लगाकर इससे घूरते रहे। 1-2 मिनट के बाद कुत्ते ने चीख मारी और पीछे हटकर गिर पड़ा। उफ, मिर्जे की कीता कुत्ते नु? डर गया। पीछे देखो की। ओए मैं की कहता। यार कुत्ता डर गया ਉਹਦੀ शक्ल ਵੇਖ के। अच्छा जी, अगे अजे हवाला खत्म नहीं होया सुनियो, अजे हवाला खत्म नहीं होया, अगे ते सुनो, आगे आगे होता है क्या। मुफ्ती साहब सुनते हो पे? केड़ा हवाला पढ़ते हो पे? मुफ्ती साहब कलामे जफर पढ़ो। मुफ्ती साहब एक किताब वाकई गैब हैगी उत्तों। किताब यार शायद भाई मेरी पूरी तवज्जो ना जे हयाते तैयबा दी तरफ है। सही। अच्छा जी, चलो तुसी वो किताब। एनजी ਇਹਨਾਂ ਦੀਆਂ ਚੋਰੀਆਂ ਲੱਭਦੀਆਂ ਨਾ ਸੀ। ਚੋਰਾਂ ਦੀਆਂ ਚੋਰੀਆਂ ਵੀ ਤੇ ਲੱਭਣੀਆਂ ਨੇ ਕਿ ਨਹੀਂ? शाह साहब मुतफर्रक कुतब दी मुतफर्रक नहीं है ਇਹ किताब। ਬਸ ਆਪਣਾ ਲੈਟਰਿਨ ਵਾਲਾ ਵਾਕਿਆ ਸਾਨੂੰ ਦੱਸ ਦੇ, ਉਹਦਾ ਕੀ ਸੀਨ ਹੈ, ਉਹਦੇ ਤੇ ਨਹੀਂ ਅਮਲ, ਉਹ ਨਹੀਂ ਦੱਸਦੇ। ਹਾਂਜੀ, ਉਹ 26 ਮਈ ਨੂੰ ਅਸੀਂ ਦੱਸਾਂਗੇ, ਨਹੀਂ ਦੱਸਦੇ। यार इतने जेड़ा हवाला है ते फस गया जे की क्या आया, क्या मिर्जे ने अच्छा यार, कुत्ते ने ते की वड्डी ਗੂਗਲ ਦੀ ਸਰਚ ਦੇ ਵਿੱਚ ਤੇ ਆਈ ਏ। हाँ जी शाह साहब, वही मैं ਤੁਹਾਨੂੰ ਕਹਿ ਰਿਹਾ ਨਾ, ਗੂਗਲ ਦੀ ਸਰਚ ਦੇ ਵਿੱਚ ਤੇ ਗੂਗਲ ਦੀ ਸਰਚ ਦੇ ਵਿੱਚ ਆ ਗਈ ਏ। ਉਹ ਅੱਗੋਂ ਉਹਨੇ ਕਿਹਾ ਵੇ ਕਿ ਲਾਇਬ੍ਰੇਰੀ ਤੋਂ ਅੱਗੇ ਕੁਤਬੇ ਸਿਲਸਿਲਾ। ਹੁਣ ਕੁਤਬੇ ਸਿਲਸਿਲਾ ਦੇ ਵਿੱਚ ਜਦੋਂ ਜਾਂਦੇ ਆ ਨਾ, ਉੱਥੇ ਸਾਨੂੰ ਸਾਹਮਣੇ ਨਜ਼ਰ ਨਹੀਂ ਆ ਰਹੀ। ਉਹਦੇ ਵਿੱਚ ਨਹੀਂ ਹੈ ਮੁਤਫਰਰਕ ਕੁਤਬ ਜਿਹੜੀਆਂ ਨੇ, ਉਹਦੇ ਵਿੱਚ ਵੀ ਨਹੀਂ ਹੈ। ਇਹ ਲੱਗਦਾ ਇਹਨਾਂ ਨੇ ਨਾ ਹਾਈਡ ਕੀਤੀ ਜੇ। ਹਾਂ ਹਾਈਡ ਕੀਤੀ ਨੇ। ਜਿਹੜੀ ਨਾ ਮੁਤਫਰਰਕ ਕੁਤਬ, ਉਹਦੇ ਵਿੱਚ ਵੀ ਨਹੀਂ ਹੈ। ਫਿਰ ਇਸ ਸੈਕਸ਼ਨ ਦੇ ਵਿੱਚ ਇਹਨਾਂ ਨੇ ਇੱਕ ਹੋਰ ਸੈਕਸ਼ਨ ਬਣਾਇਆ ਹੈ, ਜਿਹਦੇ ਵਿੱਚ ਇਹਨਾਂ ਨੇ ਮਿਰਜ਼ੇ ਦੀ ਸੀਰਤ ਤੇ ਉਹਦੀ ਕਿਤਾਬ ਦੇ ਉੱਤੇ, ਉਹਦੀਆਂ ਕਿਤਾਬਾਂ ਦੇ ਉੱਤੇ ਮੁਖਤਲਿਫ ਮਜ਼ਮੂਨ ਤੇ ਕਿਤਾਬਾਂ ਰੱਖੀਆਂ ਨੇ। ਉਹਦੇ ਵਿੱਚ ਵੀ ਨਹੀਂ, ਉਹਦੇ ਚ ਵੀ ਨਹੀਂ, ਕਿਉਂਕਿ ਅਸੂਲਨ ਹੋਣੀ ਉਹਦੇ ਵਿੱਚ ਚਾਹੀਦੀ ਏ। ਲੇਕਿਨ ਅਸਲ ਦੇ ਵਿੱਚ ਨਾ ਇਹ ਗੂਗਲ ਦੀ ਸਰਚ ਦੇ ਵਿੱਚ ਤੇ ਆ ਰਹੀ ਏ ਔਰ ਵੈਬਸਾਈਟ ਤੇ ਨਜ਼ਰ ਨਹੀਂ ਆ ਰਹੀ, ਤੇ ਇਹਦੇ ਤੋਂ ਸਮਝ ਇਹ ਆਉਂਦੀ ਇਹਨਾਂ ਨੇ ਹਾਈਡ ਕਰ ਛੜੀ ਹੈ। ਬਿਲਕੁਲ। ਉਹ ਜਿਹੜੀ ਆਪਸ਼ਨ ਹੈ ਨਾ ਇਹਨਾਂ ਕੋਲੋਂ, ਜਿਹੜੀ ਹੈ ਨਾ ਉਹ ਆਪਸ਼ਨ ਖਤਮ ਕਰਨੀ ਹੈ, ਭੁੱਲ ਗਏ ਨੇ ਇਹਨਾਂ ਦੇ ਐਕਸਪਰਟ। ਬਿਲਕੁਲ ਹੋ ਸਕਦਾ। ਹਾਂ ਇਹਨਾਂ ਦੇ ਐਕਸਪਰਟ ਕੋਲੋਂ ਉਹ ਆਪਸ਼ਨ ਡਾਊਨ ਹੋ ਗਈ ਹੈ। ਤੇ ਹੁਣ ਕੋਈ ਪਤਾ ਨਹੀਂ ਇਹ ਵੀਡੀਓ ਤੋਂ ਬਾਅਦ ਜਦੋਂ ਇਹ ਵੀਡੀਓ ਅਪਲੋਡ ਹੋਏਗੀ ਤੇ ਇਹਨਾਂ ਨੇ ਇਹ ਵੀ ਗੱਲ ਲਿਖ ਲਓ ਕਿ ਉਹਨਾਂ ਉਸ ਆਪਸ਼ਨ ਨੂੰ ਹੀ ਖਤਮ ਕਰ ਦੇਣਾ। ਜਾਓ, ਜਾਂ ਖਤਮ ਕਰ ਦੇਣਗੇ ਜਾਂ ਸ਼ੋਅ ਕਰ ਦੇਣਗੇ। ਮੁਫਤੀ ਸਾਹਿਬ ਤੁਸੀਂ ਉਸ ਕਿਤਾਬ ਨੂੰ ਛੱਡੋ, ਇੱਥੇ ਜਿਹੜਾ ਮੈਂ ਨਵਾਂ ਕੱਟਾ ਖੋਲਿਆ ਉਹ ਪੜੋ। ਸ਼ਾਇਦ ਭਾਈ ਤੁਸੀਂ ਆਪਣੀ ਵਿੱਚ ਲਾ ਕੇ ਰੱਖੀਏ। ਇੱਕ ਏਡੇ ਅਹਿਮ ਮੌਜੂ ਤੇ ਗੱਲ ਕਰ ਰਹੇ ਆ, ਤੁਹਾਨੂੰ ਨਹੀਂ ਪਤਾ ਇਹ ਕਿੱਡਾ ਅਹਿਮ ਮੌਜੂ ਹੈ। ਉਹ ਤਵੱਜੋ ਬਾਰ ਮੈਂ ਤਵੱਜੋ ਇਸ ਤਰਫ ਲਿਆਣਾ ਪਿਆ ਲੋਕਾਂ ਦੀ। ਤੁਸੀਂ ਉਹਨੂੰ ਆਪਣਾ ਇੱਕ ਹਵਾਲਾ ਵਿੱਚ ਲਿਆ, ਕਹਿ ਲਓ ਜੀ ਮੇਰੀ ਸੁਣੋ। ਗੱਲ ਸਮਝੀ ਦੀ ਵੀ ਹੁੰਦੀ ਹੈ ਕੋਈ, ਕਿ ਹਰ ਟਾਈਮ ਆਪਣੀ ਤੇ ਨਹੀਂ ਨੱਪ ਕੇ ਰੱਖੀ ਦੀ ਹੁੰਦੀ। ਠੀਕ ਹੋ ਗਿਆ। ਇਹ ਬੜੀ ਇਹਨਾਂ ਨੂੰ ਜ਼ਲੀਲ ਤੇ ਖੁਆਰ ਕਰਨ ਦਾ ਅਸੀਂ ਸਮਾਨ ਪੈਦਾ ਕਰਨੇ ਆ ਪਏ ਕਿ ਜ਼ਲੀਲ ਹੋਣ। ਇਹ ਕਿੱਡੀ ਵੱਡੀ ਚੋਰੀ ਨਹੀਂ ਇਹਨਾਂ ਨੇ ਕੀਤੀ, ਲੋਕਾਂ ਨੂੰ ਡਰਾਮੇਬਾਜ਼ੀ ਲਾਈ ਹੈ। ਆਖਰ ਇਸ ਕਿਤਾਬ ਨੂੰ ਹਯਾਤੇ ਤੈਬਾ ਨੂੰ ਗਾਇਬ ਕੀਤਾ, ਤੇ ਕੀਤਾ ਕਿਉਂ? ਕਿਉਂਕਿ ਇਹਦੇ 'ਚ ਮਿਰਜ਼ੇ ਦੇ ਇਹ ਅਸਲ ਚੀਜ਼ਾਂ ਮੌਜੂਦ ਨੇ, ਉਹਦੀਆਂ ਕਰਤੂਤਾਂ ਮੌਜੂਦ ਨੇ। ਮਿਰਜ਼ੇ ਦੀ ਮੌਤ ਹੁਣ 26 ਮਈ ਆਉਣ ਵਾਲੀ ਹੈ ਨਾ, ਉਹਦੇ ਅਸਲ ਹਵਾਲੇ ਮੌਜੂਦ ਨੇ। ਵੇਖੋ ਕਿੰਨਾ ਵੱਡਾ ਮਤਲਬ ਇੱਕ
ਇਹਨਾਂ ਨੇ ਗੇਮ ਪਾਈ ਹੈ, ਕਾਰਵਾਈ ਪਾਈ ਹੈ, ਕੰਮ ਪਾਇਆ ਹੈ, ਲੋਕਾਂ ਨੂੰ ਦੱਸਣਾ ਨਹੀਂ ਅਸਾਂ। ਬੜਾ ਅਹਿਮ ਮੌਜੂ ਹੈ ਜਿਹੜਾ ਇਸ ਮੌਜੂ ਤੇ ਗੁਫ਼ਤਗੂ ਹੋ ਰਹੀ ਹੈ। ਅਸੂਲਨ ਤੇ ਇਹ ਕਿਤਾਬ ਜਿਹੜੀ ਇਹਨਾਂ ਨੂੰ ਸਭ ਤੋਂ ਹਾਈਲਾਈਟ ਇਹਨਾਂ ਨੂੰ ਕਰਨੀ ਚਾਹੀਦੀ ਹੈ। 26 ਮਈ ਹੁੰਦਾ ਪਿਆ ਭਾਈ, ਉੱਤੇ ਕਰਕੇ ਲਾਣੀ ਚਾਹੀਦੀ ਹੈ। ਹਾਂਜੀ ਹਾਂਜੀ, ਤੇ ਜੇ ਪੁੱਤਰ ਤੁਸਾਂ ਨਾ ਲਾਈ ਤੇ ਅਸੀਂ ਲਾ ਦੇਣਗੇ 26 ਮਈ ਨੂੰ। ਮੁਫਤੀ ਸਾਹਿਬ ਤੁਸੀਂ ਲੱਭੋ ਕਿਤਾਬ ਤੇ ਮੈਂ ਹਵਾਲੇ ਦਿਲ ਚ ਪੜ ਕੇ ਮਹਿਜ਼ੂਜ਼ ਹੁੰਦਾ। ਯਾਰ ਸ਼ਾਇਦ ਇਹ ਡਾਊਨਲੋਡ ਕਰ ਲਓ ਕਿਤਾਬ ਹੁਣੇ। ਇਹਨਾਂ ਨੇ ਗਾਇਬ ਕਰ ਦੇਣੀ ਜੇ ਮੈਂ ਤੁਹਾਨੂੰ ਦੱਸਦਾ। ਇਹ 26 ਮਈ ਤੋਂ ਪਹਿਲੇ ਨਾ ਕਿਤਾਬ ਹੀ ਗਾਇਬ ਹੋ ਜਾਣੀ ਹੈ। ਮੈਂ ਜਿਹੜੀ ਪੜ੍ਹਨਾ ਪਿਆ ਮੈਂ ਡਾਊਨਲੋਡ ਕਰ ਲਈ ਜੇ। ਹੁਣ ਤੇ ਫੇਰ ਵੀ ਜਿਹੜੀ ਇਹ ਆ ਰਹੀ ਹੈ ਗੂਗਲ ਦੀ ਸਰਚ ਦੇ ਵਿੱਚ, ਇੱਥੋਂ ਵੀ ਗਾਇਬ ਹੋ ਜਾਣੀ। ਕੀ ਨਾਮ ਦੱਸਿਆ? ਮੈਂ ਜਿਹੜੀ ਕਿਤਾਬ ਪੜ੍ਹਦਾ ਪਿਆ ਭਾਈ ਉਹ ਜਿਹੜੀ ਗੱਲ ਕਰ ਭਾਈ ਫੈਜ਼ ਭਾਈ, ਉਹ ਜਿਹੜੀ ਗੱਲ ਕਰ ਰਹੇ ਨੇ ਉਹਨਾਂ ਨੂੰ ਕਰਨ ਦਿਓ, ਅੱਲਾ ਦੇ ਬੰਦੇ ਹੋ, ਬੜਾ ਅਹਿਮ ਮਾਮਲਾ ਹੈ। ਚਲੋ ਕਰੋ ਫਿਰ, ਮੈਂ ਇੱਥੇ ਆਪਣਾ ਪੜ੍ਹਨਾ। ਅੱਛਾ ਸ਼ਾਹ ਸਾਹਿਬ, ਕਿਤਾਬ ਲੱਭਦਿਆਂ ਨਾ ਇੱਕ ਹੋਰ ਕਿਤਾਬ ਲੱਭ ਗਈ ਜੇ ਬੜੇ ਕੰਮ ਦੀ, ਉਹਦੇ ਪੜ੍ਹਨੀ ਹੈ, ਇਹਦੇ ਵਿੱਚ ਵੀ ਬੜਾ ਕੁਝ ਨਿਕਲ ਆਣਾ। ਕਤਲੇ ਮੁਰਤਦ, ਇਹਨਾਂ ਦੀ ਵੈਬਸਾਈਟ ਦੇ ਉੱਤੇ ਕਿਤਾਬ ਪਈ ਹੈ ਕਤਲੇ ਮੁਰਤਦ। ਕਿਉਂਕਿ ਇਹ ਤੇ ਇਸ ਚੀਜ਼ ਦੇ ਮੁਨਕਰ ਨੇ ਕਿ ਜਿਹੜਾ ਮੁਰਤਦ ਹੈ ਉਹਦੀ ਸਜ਼ਾ ਮੌਤ ਹੈ। ਇਹਨਾਂ ਦੀ ਵੈਬਸਾਈਟ ਦੇ ਉੱਤੇ ਪੂਰੀ ਕਿਤਾਬ ਪਈ ਹੈ। ਹੁਣ ਕਿਤਾਬ ਪੜ੍ਹਨੀ ਪੈਣੀ ਹੈ, ਪੜ੍ਹਨੀ ਪੈਣੀ ਹੈ ਹੁਣ। ਤੇ ਸਰਚ, ਅੱਛਾ ਸਰਚ ਬਾਰ ਇਹਨਾਂ ਨੇ ਡਾਊਨ ਕੀਤੀ ਹੈ ਲੱਗਦਾ ਹੈ ਸਿਕੰਦਰ। ਸਰਚ ਬਾਰ ਇਹਨਾਂ ਨੇ ਡਾਊਨ ਕੀਤੀ ਹੈ। ਨਹੀਂ ਸ਼ਾਹ ਸਾਹਿਬ, ਉਹ ਉਰਦੂ ਵਾਲੇ ਵਿੱਚ ਜਾਓਗੇ ਨਾ, ਉੱਥੇ ਜਿਹੜੀ ਯਾਰ ਇਹ ਕਿਹਦੇ ਵਿੱਚ ਪਈ ਹੈ? ਇਹ ਕਤਲੇ ਮੁਰਤਦ। ਹਾਂ, ਇੱਕ ਮਿੰਟ ਠਹਿਰੋ, ਮੈਂ ਦੇਖ ਕੇ ਤੁਹਾਨੂੰ ਦੱਸਦਾ। ਹਾਂਜੀ, ਇਹ ਮੁਤਫਰਰਿਕ ਕੁਤਬ ਜਿਹੜੀਆਂ ਨੇ ਉਹਨਾਂ ਚ ਪਈ ਜੇ। ਮੁਤਫਰਰਿਕਾਤ, ਅੱਛਾ ਮੁਤਫਰਰਿਕ ਕੁਤਬ, ਉਹਦੇ ਵਿੱਚ ਵਾਹਵਾ ਸਾਰੀਆਂ ਕਿਤਾਬਾਂ ਨੇ ਉਹਨਾਂ ਚ ਹੈ। ਕਤਲੇ ਮੁਰਤਦ, ਠੀਕ ਹੈ। ਮੌਲਵੀ ਸ਼ੇਰ ਅਲੀ ਦੀ। ਹਾਂ कत्ले मुर्तद और इस्लाम, एवे नाम, पूरा नाम है कत्ले मुर्तद और इस्लाम। ਤੁਸੀਂ ਗੱਲ ਕਰ ਲਓ ਸ਼ਾਇਦ ਭਾਈ ਬਰਾੜ ਨੂੰ ਅੱਗੇ ਟੋਰੋ। ਮੁਫਤੀ ਸਾਹਿਬ ਤੁਸੀਂ ਕਿਤਾਬ ਲੱਭਦੇ ਹੋ, ਮੈਂ ਉਦੋਂ ਦੇ ਹਵਾਲੇ ਪੜ੍ਹਦਾ ਪਿਆ। ਇੱਥੇ ਚੋਰੀ ਤੇ ਇੱਥੇ 15 ਸਾਲ ਦੇ ਬੱਚੇ ਨੂੰ ਥੱਪੜ, ਉੱਥੇ ਕੁੱਤਾ ਭੌਂਕਦਾ ਪਿਆ ਤੇ ਕੁੱਤੇ ਨੂੰ ਪਾਗਲ ਕਰ ਚੜਿਆ ਮਿਲਦੇ ਨੇ। ਓਏ ਹੋਏ ਹੋਏ, ਬਸ ਠੀਕ ਹੈ। ਮੈਂ ਕਹਿੰਦਾ ਕਮਾਲ ਹੋ ਗਿਆ यार दोस्तों, जिन्होंने को सवाल करना ऊपर आके सवाल कर लो। एक साहब लिख रहे हैं कि जी मुफ्ती साहब एक आयत के बारे में पूछना, आ जाओ ऊपर। 26 मई को क्या हुआ था? कमेंटां शमेंटां दे कोई जवाब दिंदे, उत्ते काल ही आना पैना। हाँ जी जी, काल आओ, काल दे उत्ते तशरीफ लियाओ ते उत्ते आके गल हो जांदी है। शाबाश। अच्छा मुफ्ती साहब, इत्थे एक सवाल बड़ा पैदा हो गया।
ਮੈਂ ਜਿਹੜੀ ਕਿਤਾਬ ਕਹਿੰਦਾ ਨਾ ਤੇ ਹੁਣ ਇਜਾਜ਼ਤ ਹੈ ਮੈਂ ਬੋਲ ਸਕਦਾ ਨਾ? ਹਾਂਜੀ ਜੀ ਜੀ ਜੀ। ਕਲਾਮੇ ਜ਼ਫਰ ਦੇ ਵਿੱਚ ਸਫਾ ਨੰਬਰ 9 ਤੇ 10 ਤੇ निशान नंबर ਇਹਦਾ 5 है। पाकिस्तान बनने पर जब हिंदुस्तान में मुसलमानों को कत्लेआम शुरू और कादियान के गिरदनवा में भी खतरात लाहक हो गया, मरकज़ ने आपको किसी काम के सिलसिले में मुल्तान डिवीज़न जाने का हुक्म दिया। आपने दरखास्त दी कि मुझे इजाज़त दी जाए, मैं अपने बीवी बच्चों को भी साथ लेकर जाऊँ। ਜਿਹੜਾ ਸੀ ਮੁਰਤਦ ਤੇ ਗੱਦਾਰ ਜ਼ਫਰੁल्ला ਖਾਨ, ਉਹਦੇ ਬਾਰੇ ਚ ਵੀ ਕਿਤਾਬ, ਜਿਹੜਾ ਪਾਕਿਸਤਾਨ ਦਾ ਪਹਿਲਾ ਵਜ਼ੀਰ ਖਾਰਜਾ ਬਣਿਆ ਸੀ ਕਾਦੀਆਨੀ, ਉਹਦੇ ਬਾਰੇ। ਅੱਛਾ, ਲੇਕਿਨ ਇੱਥੇ ਮੁਫਤੀ ਸਾਹਿਬ ਇੱਥੇ ਤੇ ਕੋਈ ਹੋਰ ਹੀ ਦੱਸਦੇ ਨੇ, ਕਿਉਂਕਿ ਮਿਰਜ਼ੇ ਦੇ ਬਾਰੇ ਚ ਗੱਲਾਂ ਨੇ। ਠੀਕ ਹੈ, ਆਓ ਮਿਰਜ਼ੇ ਦੇ ਬਾਰੇ ਹੀ ਹੋਣਾ, ਹੋਰ ਕੀ ਹੈ। ਤੇ ਇੱਥੇ पे कहता वे कि ਜਦੋਂ बच्चों को साथ लेकर जाऊं, इस पर इजाजत तो मिल गई लेकिन मुश्किल ये पेश आई। ਨਹੀਂ ਉਹਦੇ ਬਾਰੇ ਨਹੀਂ ਹੈ, ਅਸਲ ਚ ਬੰਦੇ ਦਾ ਨਾਂ ਹੀ ਇਹਨਾਂ ਨੇ ਰੱਖਿਆ ਹੈ ਜ਼ਫਰ ਫਾਜ਼ਲ ਪ੍ਰੋਫੈਸਰ ਜਾਮੀਆ ਅਹਮਦੀਆ, ਯਾਨੀ ਇਹ ਕੋਈ ਮੁਰੱਬੀ ਹੈ ਇਹਨਾਂ ਦੇ ਮਦਰਸੇ ਦਾ, ਤੇ ਉਹਦੀ ਕਿਤਾਬ ਹੈ ਜੀ ਕਲਾਮੇ ਜ਼ਫਰ। ਕਲਾਮੇ ਇੱਥੇ ਮਿਰਜ਼ੇ ਦੇ ਬਾਰੇ ਚ ਹੀ ਹੈ ਨਾ ਮੁਫਤੀ ਸਾਹਿਬ? ਮਿਰਜ਼ੇ ਦੇ ਬਾਰੇ, ਮਿਰਜ਼ੇ ਦੇ ਬਾਰੇ। ਹਾਂਜੀ, ਇੱਥੇ पे ਕਹਿੰਦਾ ਕਿ ਉਹਦੇ ਕੋਲ ਕਿਰਾਇਆ ਹੀ ਨਹੀਂ ਸੀ, ਤੇ ਉਹ ਜਿਹੜਾ ਕਰੋੜਾਂ ਰੁਪਈਆ ਉਹ ਕਿੱਥੇ ਗਿਆ? शायद भाई ये हवाला शुरू तो फिर तो पढ़ो ਸਰ ਜੀ। ਇਹ ਕਿਤਾਬ ਦਾ ਨਾਂ ਜੇ ਕਲਾਮੇ ਜ਼ਫਰ। ਠੀਕ ਹੈ, ਇਹ ਕਿਤਾਬ ਤੁਹਾਨੂੰ ਮਿਲੇਗੀ ਉਹ ਜਿੱਥੇ ਸਿਲਸਿਲਾ ਕੁਤਬ ਚ ਵੜੋਗੇ ਨਾ। ਠੀਕ ਹੈ, ਲਾਇਬ੍ਰੇਰੀ ਕੁਤਬੇ ਸਿਲਸਿਲਾ ਦੇ ਵਿੱਚ ਕਲਾਮੇ ਜ਼ਫਰ ਹੈ। ਹਾਂਜੀ, ਮੌਲਾਨਾ ਜ਼ਫਰ ਅਹਿਮਦ। ਹਾਂਜੀ, ਇਹਦੇ ਵਿੱਚ ਜਿਹੜਾ ਸਫਾ 9 ਹੈ ਨਾ, ਉਹਦੇ ਸਭ ਤੋਂ ਪਹਿਲੇ ਤੇ ਕੁੱਤੇ ਦਾ ਹਵਾਲਾ ਵਾ ਕਿ ਕੁੱਤੇ ਨੂੰ ਮਿਰਜ਼ੇ ਨੇ ਚੱਕ ਵੱਢਿਆ ਸੀ। नहीं मुफ्ती साहब मैं परेशान हो गया, जरा उन्हें कुत्ते ने नसाया ना। नहीं देखे देखे मैं पढ़ के सुनाता हूँ वो हवाला के मुसम्मर याम का वाकया। मुसम्मर याम का दूसरा वाकया। एक दफ़ा 14 या 15 साल की उम्र में एक सुनसान वीराने में गुजर रहे थे कि एक हाना बदोश कौम का एक भयानक और खूनहार कुत्ता आपकी तरफ 2 फलांग के फासले से लपक कर आया। कुत्ते के मालिक ने जोर से आवाज दी कि भाग जाओ वरना तुम्हें ये खा जाएगा, मगर भागना बेसूद था। आप कुत्ते की तरफ मुंह करके खड़े हो गए और कुत्ता 2-3 गज के फासले पर आकर यकदम रुक गया, मगर जोर जोर से गुर्राता और दुम मारता रहा। आप आंखें झुपके बगैर टिकटिकी लगा कर इसे घूरते रहे। 1-2 मिनट के बाद घूरते रहे कुत्ते नु घूरता रहा। अच्छा कुत्ता ਉਹਨੂੰ ਘੂਰ ਰਿਹਾ ਸੀ ਜਾਂ ਇਹਨੂੰ ਘੂਰ ਰਿਹਾ ਸੀ? अच्छा टिकटिकी लगा कर उसे घूरते रहे। 1-2 मिनट के बाद कुत्ते ने चीखें मारी और पीछे गिर पड़ा। और जब कुत्ता ਜਿਹੜਾ ਨਾ ਚੀਖਾ ਨਹੀਂ ਮਾਰਦਾ, ਕੁੱਤਾ ਭੌਂਕਦਾ ਹੈ। हाँ जी, अगे सुनो मुफ्ती साहब अगे की कहता है। और जब घर की तरफ भागने लगा तो बार बार चीखे मारकर मुंह के बल गिर पड़ता था। ओए होए होए, एडा भैड़ी चक्की मारी कुत्ते ਨੂੰ ਵੇਖ ਲਿਆ ਸੀ। कुत्ते ने इनू वेख लिया मुफ्ती साहब। अच्छा इतने दूसरा उते ही हवाला देखो दूसरा। एक दफा एक अपनी रिश्तेदार खातून के साथ चले जा रहे थे कि सामने से एक 12-13 साल का लड़का दूर से आता हुआ नजर आया। आपने इस खातून से कहा, मैंने एक नज़ारा देखा है, वो ये है कि इस लड़के ने आपसे मजाक किया और मैंने इसे थप्पड़ मारा। इस खातून ने कहा, ये कैसे हो सकता है? कुछ देर के बाद जब वो लड़का करीब आया तो उसने खातून से मजाक किया और आपने उस पर उसे थप्पड़ लगा दिया। हेलो पढ़ो, वक्त तो पहले दस देना कि की हो रहा। अगे चौथा हवाला। एक रात कादियान में एक अहमदी के मिर्जे दा जिक्र नहीं हो रहा। मिर्जे दा जिक्र नहीं हो रहा हैं?
ਇਹ ਕਿਸੇ ਹੋਰ ਦੇ ਜ਼ਮਨ ਦੇ ਵਿੱਚ ਸਾਰੀ ਗੱਲ ਹੋ ਰਹੀ ਹੈ। ਵਾਲੇਕੁਮ ਸਲਾਮ। ਪੱਕੀ ਗੱਲ ਹੈ? ਹਾਂ ਸ਼ਾਇਦ ਬਈ ਇਹ ਜਿਹੜਾ ਮੈਸਮਰਿਜ਼ਮ ਵਾਲਾ ਤੁਸੀਂ ਹਵਾਲਾ ਪੜਿਆ ਹੋਵੇ ਨਾ, 4 ਨੰਬਰ ਤੇ ਵੇ ਨਾ ਸਫਾ 9 ਤੇ। 9 ਤੇ ਹਾਂ, ਇਹ ਪਿੱਛੋਂ ਥੋੜਾ ਪੜਨਾ ਸ਼ੁਰੂ ਕਰੋਗੇ ਨਾ ਫਿਰ ਥੋੜੀ ਗੱਲ ਵਾਜ਼ਿਆ ਹੋਏਗੀ। ਇਹ ਮਿਰਜ਼ੇ ਦੀ ਗੱਲ ਨਹੀਂ ਹੋ ਰਹੀ। अच्छा ਇਹਦੇ ਕਿਸੇ मैस्मरिज्म का दूसरा वाकया। ਹਾਂ, ਇਹ ਸ਼ਾਹ ਸਾਹਿਬ ਪਿੱਛੋਂ ਜ਼ਰਾ ਪਿਛਲੇ ਸਫੇ ਤੋਂ ਪੜਨਾ ਸ਼ੁਰੂ ਕਰੋ ਨਾ। ਇਹ ਮਿਰਜ਼ੇ ਦੀ ਗੱਲ ਨਹੀਂ ਹੈ, ਕਿਸੇ ਹੋਰ ਦੀ ਗੱਲ ਹੈ। ਹਾਂ, ਇਹ ਗੱਲ ਕਿਸੇ ਹੋਰ ਦੀ ਟੁਰੀ ਹੈ। चलो जी भी होए कुत्तो कुत्ती तो होइए ना। अच्छा जी, ये कौन जी? डॉक्टर साहब आ गए। डॉक्टर साहब अस्सलाम वालेकुम। डॉक्टर साहब आ जाए ऊपर। ਪਰ ਸ਼ਾਹ ਸਾਹਿਬ ਫੇਰ ਵੀ ਜਿਹੜਾ ਵੇ ਨਾ ਸ਼ਾਇਦ ਭਾਈ ਜਿਹੜੇ ਹਵਾਲੇ ਹੁੰਦੇ ਨੇ ਬੜੇ ਕੰਮ। अस्सलाम वालेकुम व रहमतुल्लाहि व बरकातुहू मुफ्ती साहब। वालेकुम सलाम व रहमतुल्लाहि व बरकातहू। डॉक्टर साहब की हाल है जनाब? बस ठीक ठाक। मैं देखा तुसी तशरीफ रखते सो, मैं क्या मैं भी जाके सुना कुछ। डॉक्टर साहब अज गल टुरी, गल निकली ते बड़ी दूर टुर गई। कादियानी किताबां दी हो रही है तहकीकात ते हयाते तैयबा दी गल होई। हयाते तैयबा उन्होंने हटाती है। हाँ जी, हटा छड़ी है। लो शाह साहब कन्फर्म हो गया जी, कन्फर्म हो गया। हाँ जी, ते ओ ना ए भुल गए जे गूगल दी सर्च दे विच अजे तक ही आ रही है। तो आर्काइव पर मौजूद थी। आर्काइव आर्काइव ओही ना, आर्काइव ते भी अजे हुण चेक कीती है मैं। नहीं, हुण आर्काइव ते भी नहीं है। हाँ, उत्थे भी कोई नहीं है। अल्लाह तुहाडा भला करे। हाँ। बिल्कुल ठीक, बिल्कुल ठीक। मेरे को ले हयाते तैयबा। अजे काम अपना खत्म करना है, सिर्फ 1-2 मिनट मैनू दवो, फिर मैं तुहाडे दरमियान मुखल नहीं होवांगा। अर्ज़ा करनी थी कि शायद भाई ने जेडे हवाले लभे ने ना, अगर मिर्जे दा जिक्र ते नहीं है मैस्मरिज्म दा, ते दूसरे वाकयात ने मिर्जे दे मनन वाले आंदे, लेकिन ਇਹ ਵੀ हवाले बड़े अहम ने क्योंकि ਇਹਨਾਂ ਦੇ ਸਾਹਮਣੇ ਅਸੀਂ ਜਦੋਂ ਅੰਬੀਆ ਦੇ ਮੌਜੂਜ਼ਾਤ ਖਾਸ ਕਰ ਹਜ਼ਰਤ ਈਸਾ अलैहिस्सलाम ਦੀ ਗੱਲ ਕਰਨੇ ਆ ਨਾ, ਉੱਥੇ ਆ ਤਵੀਲ ਕਰ ਜਾਂਦੇ ਨੇ। ਠੀਕ ਹੈ, ਲੇਕਿਨ ਮਿਰਜ਼ੇ ਦੇ ਜਿਹੜੇ ਚੇਲੇ ਸਨ ਉਹਨਾਂ ਦੇ ਜਿਹੜੇ ਵਾਕਿਆਤ ਨੇ ਉਹਨਾਂ ਨੂੰ ਐਸੇ ਰੱਖਾਂ ਦੇ ਨਾਲ ਲਾਉਂਦੇ ਨੇ। ਭਲਾ ਉਹਨਾਂ ਦੀ ਵੀ ਅਕਲੀ ਤੋਂ ਜੀ ਕੋਈ ਨਹੀਂ ਹੈ। ਇਹ ਬੜੇ ਕੰਮ ਦੀਆਂ ਚੀਜ਼ਾਂ ਸ਼ਾਇਦ ਭਾਈ ਨੇ ਲੱਗੀਆਂ ਨੇ ਅੱਜ। अच्छा मनु ये दसो कि ये वाकया ही मिर्जे दे कारनामे है ने कि नहीं बाबा जी? क्योंकि इत्थे उन्हें कुत्ते नूं वेखिया ते कुत्ता जिहड़ा गच्छ खा के कदी इधर डिगदा पे कदी इधर डिगदा पे, मैं तो उत्थे परेशान हो गया। ठीक है, इत्थे दो सफा 9 दे विच मुफ्ती साहब जदों तुसीं गौर ना पढ़ो ना, तुसीं मेरे तो बेहतर जानदे हो या डॉक्टर साहब ਇਹਦੇ थोड़ी तशरीफ आन पहले। मैं मुफ्ती साहब की मौजूदगी में कोई नहीं डाल सकता। कलामे ज़फ़र ਉਹ ਇੱਕ ਹਵਾਲਾ ਵੇ ਕਿ ਮਿਰਜ਼ੇ ਕਾਦੀਆਨੀ ਦਾ ਜਿਹੜਾ ਜ਼ਿਕਰ ਸੀ ਉਹ ਇਹ ਲੋਥੜਾ ਸੀ ਇੱਕ ਛੋਟਾ ਜਿਹਾ, ਉਹ ਹਵਾਲਾ हकीम नूरे दी किताब है ब्याज, मेरे ख्याल बियाज। हाँ जी। एक मिनट जरा, एक हाँ, मिनट याद नहीं है इस वक्त, लेकिन एक मिनट। ब्याज ब्याज मेरे को पई है। ब्याजे नूर। हाँ, हाँ जी, ब्याज है। ਇਹਦਾ ਕਿਹੜਾ ਹਵਾਲਾ ਜਰਾ ਦੱਸਿਓ। मुफ्ती साहब याद नहीं है इस वक्त। अल्लाह, अच्छा अच्छा। नहीं, उर्दू दे अल्फाज दस दियो कि की लिखे ने, मैं वो सर्च कर। अभी हाले अभी जिक्र कर रहे थे वो फैसल साहब के अल्फाज ऐसा है कि एक छोटा सा लोथड़ा जो किसी काम का नहीं। एक मिनट, छोटा सा लोथड़ा जो फैज साहब ने कहा है ये ला का नहीं। मैं हुने ही ए गोत ए मैदान आपको लेकर बता देते हैं अभी। ਉਹ ਵੀ मतलब हवाला तो भेज छड़ांगा, सेंड कर छड़ांगा। ਤੇ ਤੁਸੀਂ ਹੁਣੇ ਹੀ ਦੇ ਦਿਓ। ਹਾਂ, नहीं मैं फैज भाई आन के ते उन्हां कोल ऐसा ना। अच्छा अच्छा अच्छा। मुफ्ती साहब एक और हवाला आपसे पूछना था, अगर आप इस पर थोड़ी सी रोशनी डालें। जी 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 जी। ये मिर्जा कहता है, मैं उसके लफ्ज पढ़ देता हूँ।
کہ صحیح بخاری نہایت متبرک اور مفید کتاب ہے. یہ وہی کتاب ہے جس میں صاف لکھا ہوا ہے کہ حضرت عیسیٰ علیہ السلام وفات پا گئے. تو لکھا ہے بخاری شریف میں. نہیں کتنے بھی کوئی نہیں. میں نما 1200 سال دی کسی کتاب چ کوئی نہیں لکھیا تے تانوں اس دا پتا سی اس حوالے دا؟ تانوں کیڑا جی دوبارہ پڑھیا جے ذرا. ہاں کہ بخاری صحیح بخاری مسلمانوں کے لیے نہایت متبرک اور مفید کتاب ہے. یہ وہی کتاب ہے جس میں صاف طور پر لکھا ہے کہ حضرت عیسیٰ علیہ السلام وفات پا گئے. جی کشتی نوح تقویت الایمان سنگل ایڈیشن کا صفحہ 82. روحانی خزائن جلد 19 تے صفحہ 65. ہاں بالکل ٹھیک ہو گیا. جلد 19 صفحہ 65. اچھا ڈاکٹر صاحب ایک اور چیز سامنے آئی ہے. مرزا قادیانی آندا ہے جی حضرت امام بخاری دا نام سی اسماعیل. نہیں ابن کثیر کا نام تھا اسماعیل. ہاں وہی نا. تے حالانکہ محمد بن اسماعیل نے امام بخاری دا اصل نام محمد ہے. جی ہاں. تے آندا ہے جی امام بخاری دا نام ہے اسماعیل. ہاں نہیں یہ غلط ہے بات. مرزا نے تو بہت جھوٹ لکھے ہیں. ایک اور مرزا کے جھوٹوں کی کوئی حد تھوڑی ہے. حد تھوڑی ہے ایسے. مرزا یہ لکھتا ہے کہ حضرت جبرائیل علیہ السلام کے بارے میں کہ جبرائیل علیہ السلام جو ہیں رسول پاک صلی اللہ علیہ وسلم کو پہلی مرتبہ انسانی شکل میں نظر آئے. عیسیٰ علیہ السلام کو کبوتر کی اور پھر مگرمچھ اور دوسرے جانوروں کی شکل میں نظر آئے. تو آپ اس پر کیا کہتے ہیں کہ پہلی مرتبہ صرف رسول پاک صلی اللہ علیہ وسلم نے انہیں انسانی شکل میں دیکھا؟ کن کو؟ حضرت جبرائیل علیہ السلام. ہاں وہ صرف میرے آقا صلی اللہ علیہ وسلم. تو مفتی صاحب جو سورہ مریم میں لکھا ہے فتمثل لہا بشرا سویا. ہاں اچھا ہاں بالکل ٹھیک. مطلب میں نے سوچا کہ مرزا نے کبھی قرآن پڑھا نہیں تھا. تو مجھے اچانک خیال آیا کہ مطلب بہت سارے ایسے ریفرنس ہیں جس سے ثابت ہوتا ہے کہ اس کو قرآن کا نہ علم تھا نہ ہی اس نے کبھی پڑھا تھا. مفتی صاحب جی ਇਹ ਸਰਕਾਰਾਂ ਇਹ ਮਿਰਜ਼ੇ ਤੋਂ ਵੀ 2 ਹੱਥ ਕੇ ਜੇ. ਇੱਕ ਕਲਾਮੇ ਜ਼ਫਰ صفحہ نمبر 44 کہتا ہے آپ کی قوت حافظ اس قدر تیز تھی کہ آپ کو اپنے بچپن کے واقعات بھی یاد تھے. آپ نے ایک دفعہ مجھے بتایا کہ مجھے یہ یاد ہے کہ جب میں اپنی والدہ کا دودھ کیسے پیا کرتا تھا. ایسا کدے بارے کہہ رہے ہیں نہیں پتا لیکن میں پڑھنا چاہتا ایک کتاب کا نام ہے کلام ظفر. ٹھیک ہے مجھے اللہ پتا ہے. ظفر تے ہوئی مقصد ہے جڑا حوالہ پیش کر رہے ہو وہ آخرکار وہ کسی دے بارے تے کہہ رہے نا. ہن جنوں کچھ کہہ رہے جی حضور دے ذہن ایڈا تیز سی. حالانکہ ذہن تے انہاں دا تیز ہے نہیں سی حضور دا. اور جُتی پوٹھی پا لیندے سن, عورتاں نے کپڑے پا لیندے سن, عورت بن جاندے سن, انہاں تے سواہ نہ روٹی کھا لیندا سی. انہاں ذہن کتھوں تیز سی. نہیں یہ جڑی کتاب ہے نا کلام ظفر میرے خیال نال ظفر صاحب اپنے بارے چ ذکر کرتے ہیں کیونکہ مرزے دا کوئی لگدا لقبدا سی. ٹھیک ہے لیکن یہ گل بابا جی ایتھے نہ کسی کا نام لکھا تھا نہ کچھ. آپ کی قوت حافظ اس قدر تیز تھی کہ آپ کو اپنے بچپن کے واقعات بھی یاد تھے. آپ نے ایک دفعہ مجھے بتایا کہ مجھے ابھی تک یاد ہے کہ میں اپنی والدہ کا دودھ کیسے پیا کرتا تھا. اچھا ہوں اے والا حوالہ اومب نہ ملا لو. ٹھیک ہے اومب آم کو کہتے ہیں. آپ تو تھی سمجھدار ہوں وڈے بندے بیٹھے نے میں منہ نہیں کھولتا.
ਅੱਗੇ ਹੋਰ ਵੀ ਬੜੀਆਂ ਛੱਡੀਆਂ ਸੀ, ਲੇਕਿਨ ਇਹ ਮੈਂ ਜਿਹੜਾ ਮੇਨ ਚੀਜ਼ ਹੈ ਉਹੀ ਤੁਹਾਨੂੰ ਦੱਸਣ ਡਿਆ ਵਾ। ਤੇ सफ़ा नंबर 45 सिकंदर मिर्जा साहब कह रहे हैं कि मौलाना सादक मिर्जा का कोई मुरीद था, इसके बारे या इसके बाप के मुतल्लक हैं ये वाकयात जो शायद भाई बता रहे हैं। ਉਹਦਾ ਮਰੀਦ ਹੀ ਸੀ ਨਾ, ਲੇਕਿਨ ਫੇਰ ਵੀ ਯਾਰ ਇੱਕ ਐਸਾ ਉਹਦਾ ਹਾਫਤਾ ਹੋਵੇ ਕਿ ਉਹਨੂੰ ਪਤਾ ਸੀ ਕਿ ਉਹਨੇ ਦੁੱਧ ਕਿੰਜ ਪੀਣਾ ਆਪਣੀ ਅੰਮਾ ਦਾ। ਸ਼ਾਇਦ ਭਾਈ ਜਿਹੜਾ ਤੁਸੀਂ ਕੁੱਤੇ ਵਾਲਾ ਪੜਿਆ ਸੀ ਨਾ ਹਵਾਲਾ, ਮੇਰਾ ਹਾਲੇ ਸਫਾ 9 ਤੋਂ ਪੜਿਆ ਸੀ, 8 ਤੋਂ ਪੜਿਆ ਸੀ, 8 ਜਾਂ 9 ਤੋਂ ਹਾਂ। ਉਸ ਤੋਂ ਜਿਹੜਾ ਪਿਛਲਾ ਸਫਾ ਹੋਵੇ ਨਾ, ਉਹਦੇ ਮਿਡ ਦੇ ਵਿੱਚ ਲਿਖਿਆ ਹੈ ਕਿ ਇਹ ਕੋਈ ਮੌਲਾਨਾ ਸੀ ਸਾਦਕ, ਕਿ ਉਹਨੇ ਜਿਹੜਾ ਵੇ ਨਾ ਮੇਰਾ ਹਾਲੇ ਇਹਨਾਂ ਦੇ ਤੀਸਰੇ ਖਲੀਫੇ ਦੇ ਤੌਰ ਤੇ ਤਫਸੀਰ ਲਿਖੀ। ਤੇ ਜਦੋਂ ਲਿਖਦਾ ਪਿਆ ਸੀ ਨਾ, ਤੇ ਉਦੋਂ ਉਹਦੇ ਪਿਓ ਨੇ ਜਾਂ ਉਹਨੇ ਵਾਕਿਆਤ ਸਾਰੇ ਸੁਣਾਏ ਹਨ, ਇਸ ਤਰ੍ਹਾਂ ਕੁਝ ਲਿਖਿਆ। ਅੱਛਾ, ਇੱਕ ਹੋਰ ਚੀਜ਼ ਮੈਂ ਦੱਸਾਂ, ਅੱਜ ਹੀ ਮੈਂ ਗੌਰ ਕੀਤਾ ਵੇ ਕਿ ਕਾਦੀਆਨੀ ਆਪਣਾ ਫੋਰਮ ਹੀ ਉਡਾ ਦਿੱਤਾ ਇਹਨਾਂ ਨੇ ਖੁਦ ਹੀ। ਇਹ ਜਦੋਂ ਅਸੀਂ ਸਿਕੰਦਰ ਮਿਰਜ਼ਾ ਜਦੋਂ ਅਸੀਂ ਬਣਾਇਆ ਸੀ ਖਤਮੇ ਨਬੂਵਤ ਫੋਰਮ, ਤੇ ਸਾਡੀ ਟੱਕਰ ਦੇ ਵਿੱਚ ਇਹ ਮਾਈਂਡ ਰੋਸਟਰ ਸਲੀਮ ਮਾਈਂਡ ਰੋਸਟਰ ਨੇ ਆਪਣਾ ਫੋਰਮ ਬਣਾਇਆ ਸੀ, ਯਾਦ ਹੈ ਤੁਹਾਨੂੰ? ਹਾਂਜੀ ਸ਼ਾਹ ਸਾਹਿਬ, ਮੈਨੂੰ ਯਾਦ ਹੈ। ਤੇ ਉਹ ਫੋਰਮ ਐਡਾ ਕੁ ਕੰਮ ਦਾ ਸੀ ਕਿ ਅਸੀਂ ਉੱਥੋਂ ਬੜੇ ਹਵਾਲੇ ਕੱਢੇ ਨੇ। ਉਹਦੀ ਸਰਚ ਬਾਰ ਦੇ ਵਿੱਚ ਸਾਨੂੰ ਕੋਈ ਵੀ ਅਗਰ ਇਬਾਰਤ ਦੀ ਲੋੜ ਪੈਂਦੀ ਸੀ ਤੇ ਅਸੀਂ ਸਰਚ ਕਰਦੇ ਸਾਂ ਤੇ ਲੱਭ ਜਾਂਦਾ ਹੀ ਸੀ। ਲੇਕਿਨ ਅੱਜ ਉਹਨੂੰ ਮੈਂ ਸਰਚ ਕਰ ਰਿਹਾ, ਪ੍ਰੋਕਸੀ ਵੀ ਲਾਇਆ ਕਿ ਸਾਰੇ ਕੰਮ VPN ਲਾ ਕੇ ਉਹ ਚੈੱਕ ਕਰ ਰਿਹਾ, ਉਹ ਫੋਰਮ ਹੀ ਗਾਇਬ ਹੋ ਗਈ, ਉਹਨੂੰ ਡਾ ਹੀ ਦਿੱਤਾ। ਸ਼ਾਹ ਸਾਹਿਬ, ਸਲੀਮ ਮੀਰ ਨੇ ਇੱਕ ਹੋਰ ਬਣਾਈ ਸੀ ਐਪ ਮਕਤਬ ਅਹਿਮਦੀਆ, ਹਾਂਜੀ, ਉਹ ਵੀ ਹਵਾਲੇ ਲੱਭਣ ਦੇ ਬੜਾ ਕੰਮ ਦੀ ਸੀ, ਉਹ ਵੀ ਡਾ ਛੜੀ। ਉਹਦੇ ਵਿੱਚ ਵੀ ਜਿਹੜਾ ਨੇ ਮੇਰੇ ਕੋਲ ਇੱਥੇ ਆਸਟ੍ਰੇਲੀਆ 'ਚ ਚੱਲਦੀ ਪਈ ਹੈ, ਲੇਕਿਨ ਉਹਦੇ ਵਿੱਚ ਇਹਨਾਂ ਨੇ ਕੋਈ ਗੜਬੜ ਕੀਤੀ ਹੈ, ਕਿਉਂਕਿ ਕੁਝ ਜਿਹੜੇ ਹਵਾਲੇ ਇਬਾਰਤਾਂ ਨੇ ਨਾ, ਉਹ ਪਾਓਗੇ ਤੇ ਹਵਾਲਾ ਨਹੀਂ ਦੇਗਾ। ਕੁਝ ਨਹੀਂ, ਉਹ ਐਪ ਜਿਹੜੀ ਹੈ ਨਾ ਸਾਡੇ ਪਾਕਿਸਤਾਨ 'ਚ ਨਹੀਂ ਜੇ ਚੱਲਦੀ। ਅੱਛਾ, ਉਹ ਐਪ ਚਲਦੀ ਹੋਈ ਕੋਈ ਨਹੀਂ, ਇੱਥੇ ਮੇਰੇ ਕੋਲ ਚੱਲਦੀ ਪਈ ਹੈ। ਹਾਂ, ਨਹੀਂ ਉਹ ਬਾਹਰ ਦੇ ਮੁਲਕਾਂ 'ਚ ਸ਼ਾਇਦ ਚੱਲ ਰਹੀ ਹੋਏ। ਅੱਛਾ ਸਿਕੰਦਰ ਸਾਹਿਬ, ਕੁੱਤੇ ਦੇ ਬਾਰੇ ਚ ਕੀ ਖਿਆਲ ਹੈ? ਕੁੱਤੇ ਨੂੰ ਜਿਹੜਾ ਚੱਕ ਵੱਢਿਆ ਸੀ, ਕਿੰਨੇ ਵੱਢਿਆ ਸੀ? ਜ਼ਫਰ ਨੇ ਵੱਢਿਆ ਸੀ ਜਾਂ ਮਿਰਜ਼ੇ ਨੇ ਵੱਢਿਆ ਸੀ? ਥੋੜੀ ਇਹਦੇ ਬਾਰੇ ਸੋਚ ਨਹੀਂ ਪਾਓ। ਨਹੀਂ ਹੈ, ਮਿਰਜ਼ੇ ਨੇ ਤੇ ਨਹੀਂ ਸੀ ਵੱਢਿਆ, ਇਹ ਜ਼ਫਰ ਨੇ ਜਾਂ ਜ਼ਫਰ ਦੇ ਅੱਬੇ ਨੇ ਵੱਢਿਆ ਸੀ। ਅੱਛਾ, ਠੀਕ ਹੋ ਗਿਆ। ਹਾਂ, ਮੈਂ ਜਿਹੜਾ ਬੜੇ ਕਾਰਾਮਦ ਜੀ ਸਮਝ ਆਈ। ਯਾਰ ਜਦੋਂ ਮਿਰਜ਼ਾ ਸੀ, ਉਹਦੇ ਮਰੀਦ ਵੀ 2 ਹੱਥ ਅੱਗੇ ਵੱਧ ਨੇ ਯਾਰ। ਨਹੀਂ, ਤੁਸੀਂ ਸ਼ਾਇਦ ਭਾਈ ਇਹ ਗੱਲ ਵੇਖੋ ਕਿ ਵੈਸੇ ਜਿਹੜਾ ਹੋਵੇ ਨਾ, ਅੰਬੀਆ ਦੇ ਉੱਤੇ ਇਹਨਾਂ ਦੀਆਂ ਜ਼ਬਾਨਾਂ ਚੱਲਦੀਆਂ ਨੇ। ਯਾਰ ਕੀ ਇਹਦਾ ਨਾਂ ਹੈ ਸਿਕੰਦਰ, ਆਪਣੇ ਖਤਮੇ ਨਬੂਵਤ ਫੋरम ਤੇ भी कोई है हवाला है यार, छोटा सा लोथड़ा जो किसी काम का नहीं। बड़ी हैरत दी गल है। मुफ्ती साहब, ये फैज भाई के पास है, उनसे लेकर आपको इंशाल्लाह देते हैं। मुफ्ती साहब भेज देंगे तो इंशाल्लाह, फिक्र ना करो। ਇਹਦੇ ਤੇ ਬੜੀ ਡਿਸਕਸ਼ਨ ਹੋਈ ਹੈ ਇਸ ਹਵਾਲੇ ਤੇ। ਲਵਾ ਦਿਓ ਨਾ। ਤੇ ਸ਼ਾਹਿਦ ਭਾਈ ਜੀ, ਅਗਰ ਡਿਸਕਸ਼ਨ ਹੋਈ ਹੈ ਤੇ ਤੁਸੀਂ ਹਵਾਲਾ ਹੀ ਨਹੀਂ ਅਜੇ ਤੱਕ ਨੋਟ ਕੀਤਾ। ਇੱਥੇ ਮੁਫਤੀ ਸਾਹਿਬ ਹੁਣ ਸਾਡੇ ਕੋਲ ਤੇ ਫੈਜ਼ ਭਾਈ ਆਉਂਦੇ ਜਾਂਦੇ ਰਹਿੰਦੇ ਨੇ, ਠੀਕ ਹੈ? ਉਹ ਤੇ ਠੀਕ ਹੈ, ਕਮ ਸੇ ਕਮ ਬੰਦਾ ਹਵਾਲਾ ਤੇ ਲੈ ਲੈਂਦਾ ਹੈ। ਮੈਂ ਇਨਸ਼ਾਅੱਲਾ ਮੁਫਤੀ ਸਾਹਿਬ, ਇਹ ਤੁਹਾਡਾ ਮੇਰਾ ਰਿਹਾ, ਮੈਂ ਇਨਸ਼ਾਅੱਲਾ ਤਾਲਾ ਹਵਾਲਾ ਦਾਂਗਾ ਤੁਹਾਨੂੰ ਫੈਜ਼ ਭਾਈ ਕੋਲ ਲੈ ਕੇ, ਤੇ ਤੁਹਾਡੀ ਇਮਾਨਤ ਮੈਂ ਤੁਹਾਨੂੰ ਕਿਉਂਕਿ ਇਹ 3-4 ਵਾਰੀ ਮੈਂ ਸੁਣ ਚੁੱਕਾ ਵਾਂ ਟਿਕਟਾਕ ਦੇ ਉੱਤੇ ਕਿਧਰੇ, ਤੇ ਮੈਂ ਇਗਨੋਰ ਕੀਤਾ। ਮੈਂ ਕਿਹਾ ਚਲੋ ਕੋਈ ਨਹੀਂ, ਲੇਕਿਨ ਇਹ ਵੇ ਕਿ ਕਮ ਸੇ ਕਮ ਫਿਰ ਜਿਹੜੀ ਗੱਲ ਕੀਤੀ ਜਾਏ ਤੇ ਉਹਦੇ ਉੱਤੇ ਫਿਰ ਬੰਦਾ ਪੂਰਾ ਪਹਿਰਾ ਦੇਵੇ ਤੇ ਪੂਰੀ ਤਹਿਕੀਕ ਤੇ ਰਿਸਰਚ ਹੋਏ ਕਿ ਇਹ ਗੱਲ ਕਿੱਥੇ ਪਈ ਬਈ। ਕਿਉਂਕਿ ਅਸੀਂ ਲੋਕ ਹਾਂ ਡਿਬੇਟਰ, ਤੇ ਸਾਡੇ ਕੋਲ ਲੋਕੀ ਇਹ ਹਵਾਲੇ ਪੁੱਛਦੇ ਨੇ, ਉਹ ਆਂਦੇ ਨੇ ਕਿ ਨਾ ਭਾਈ ਇਹ ਜਿਹੜੀ ਗੱਲ ਕੀਤੀ ਇਹਦਾ ਦੱਸੋ ਕਿੱਥੇ ਵੇ। ਤੇ ਅਗਰ ਅਸੀਂ ਨਾ ਇੰਜ ਦੀਆਂ ਕੱਚੀਆਂ ਗੱਲਾਂ ਕਰਾਂਗੇ ਨਾ, ਉਹ ਫਿਰ ਲੋਕਾਂ ਦਾ ਇਤਮਾਦ ਸਾਡੇ ਤੋਂ ਉੱਠ ਜਾਂਦਾ ਕਿ ਨਹੀਂ ਯਾਰ ਇਹ ਗੱਲ ਕੱਚੀ ਕਰਦੇ ਨੇ। ਤੇ ਆਜਿਜ਼ ਦਾ ਤੇ ਯਕੀਨ ਮੰਨੋ, ਇੱਕ ਅਰਸੇ ਤੋਂ ਮੈਂ ਆਪਣਾ ਇੱਕ ਮਿਆਰ ਬਣਾਇਆ ਕਿ ਗੱਲ ਉਹਨਾਂ ਤੱਕ ਮੂੰਹ ਚੋਂ ਕੱਢਣੀ ਕੋਨੀ, ਹਵਾਲਾ ਪਹਿਲੇ ਜੇਬ 'ਚ ਰੱਖਣਾ ਹੈ। ਕਿਸੇ ਟਾਈਮ ਹੀ ਆਪਣਾ ਜਾਂ ਗੈਰ ਕੋਈ ਵੀ ਪੁੱਛੇ ਤੇ ਹਵਾਲਾ ਲੋ ਜੀ, ਇਹ ਪਿਆ ਜੇ ਹਵਾਲਾ।
ਨਹੀਂ ਮੁਫਤੀ ਸਾਹਿਬ ਹੁਣ ਫੈਸਲਾ ਭਾਈ ਨੂੰ ਆਉਂਦੇ ਹੋ ਤੇ ਮੈਂ ਇਨਸ਼ਾਅੱਲਾ ਤਾਲਾ ਸਭ ਤੋਂ ਪਹਿਲੇ ਇਹ ਹਾਂ ਬਿਲਕੁਲ ਠੀਕ, ਹਵਾਲਾ ਹੀ ਲੈ ਕੇ ਤੇ ਤੁਹਾਨੂੰ ਸੈਂਡ ਕਰਦਾ। ਬਿਲਕੁਲ ਠੀਕ, ਬਿਲਕੁਲ। ਇਹ ਜਦੋਂ ਇਹ ਸਾਡੇ ਕਿ ਗੱਲ ਹੈ ਵੇ ਕਿ ਬਿਆਜ਼ੇ ਨੂਰ ਦੇ ਵਿੱਚ ਅਮੂਮੀ ਤੌਰ ਤੇ ਉਹਨੇ ਮਰਜ਼ਾਂ ਦਾ ਜ਼ਿਕਰ ਕੀਤਾ ਹੈ, ਮਿਰਜ਼ੇ ਕਾਦੀਆਨੀ ਦਾ ਤਜ਼ਕਰਾ ਨਾ ਹੋਣ ਦੇ ਬਰਾਬਰ ਹੈ, ਨਾ ਹੋਣ ਦੇ, ਕਿਉਂਕਿ ਉੱਥੇ ਅਮਰਾਜ਼ ਦਾ ਜ਼ਿਕਰ ਹੈ ਔਰ ਜਾਂ ਦਵਾਈਆਂ ਸ਼ਵਾਈਆਂ ਤੇ ਬਸ ਇਹਨਾਂ ਚੀਜ਼ਾਂ ਦਾ ਹੀ ਹੈ। ਤੇ ਗੱਲ ਕੋਈ ਸਮਝ ਨਹੀਂ ਆ ਰਹੀ ਕਿ ਇੱਥੇ ਇਹ ਮਿਲੇ ਹਵਾਲਾ। बहरहाल शाह साहब बड़ी यार है 2 नंबर का देखो पूरी किताब ही उड़ा देने हैं। पूरी किताब ही भाई गैब हो गया ते मैं ना पूरी वैबसाइट ही डा छड़ी ने। मैं ते हैरान हो गया वां बड़ी उस फोरम तो असी बड़ा हवाला लिया है, यकीन मनो उन्हें बड़ा हवाला जिहड़ा उलझिया हुंदा सी ना हवाला उथों लभ जांदा सी, वो फोरम ही नहीं खुलदा पिया भाई। ਅਸੀਂ ਤੇ ਉਹਦਾ ਨਾਂ ਰੱਖਿਆ ਸੀ ਛਤਰੋਲ ਐਪ। ਆਹੋ ਯਕੀਨ ਮੰਨ ਤੇ ਉਹ ਮੈਨੂੰ ਬੜਾ ਅਫਸੋਸ ਹੋਇਆ ਯਾਰ ਓਏ ਹੋਏ। ਬਹਰਹਾਲ ਬੜੀ ਜੀ ਆ 2 ਨੰਬਰ ਕੌਮ ਹੈ। ਉਹ ਵੇਖੋ ਨਾ ਨਿਦਲ ਨਸਰ ਵਾਲਾ ਜਦੋਂ ਮਾਮਲਾ ਹੋਇਆ ਨਾ ਤੇ ਉਸ ਤੋਂ ਪਹਿਲਾਂ ਆਪਣੀ ਵੈਬਸਾਈਟ ਦੇ ਉੱਤੇ 4 ਗਵਾਹਾਂ ਦੇ ਉੱਤੇ ਬਕਾਇਦਾ ਇੱਕ ਪੂਰਾ ਮਜ਼ਮੂਨ ਲਿਖ ਕੇ ਰੱਖਿਆ। ਜਨਾਬ ਆਡੀਓ ਲੀਕ ਹੋਈ ਹੈ, ਅਗਲੇ ਦਿਨ ਉਹ ਪੂਰਾ ਆਰਟੀਕਲ ਗਾਇਬ। मैं तो बाबा जी बड़ी इंटरेस्टिंग किताब पढ़ता जो पे शेरो शायरी है तो लाजवाब है। मैं कहना वा कि शेर पढ़ के ना दिल करता 76 बंदा ला दे के एडी घटिया शायरी। अपनी मोहब्बत में फना कर नहीं हाजत सवा तेरे किसी की, है बस कौनैन में सरकार तो ही, अगे कोई शेर ही नहीं है। बस इतों तक लख लानत तेरे लिए। बाबा जी अजे ने किताब लिखी है ना, मैनू ये किताब सुन के पढ़ के ना ते चीमा साहब याद आ जाएंगे जी। शायद भाई ਤੁਹਾਨੂੰ ਪਤਾ ਹੈ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਜਿਹੜਾ ਵੇ ਉਹ ਵੀ ਬਕਾਇਦਾ ਸਿੱਖਾਬੰਦ ਸ਼ਾਇਰ ਹੈ। ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਜਿਹੜਾ ਸੀ ਇਹ ਵੀ ਬਕਾਇਦਾ ਸਿੱਖਾਬੰਦ ਸ਼ਾਇਰ ਸੀ। ਹਾਂਜੀ ਉਹ ਬੜੀ ਘਟੀਆ ਸ਼ਾਇਰੀ ਲਿਖੀ ਉਹਨੇ। ਅੰਬੀਆ ਜਿਹੜੇ ਨੇ ਨਾ ਉਹਨਾਂ ਦੇ ਮੁਤਾਲਿਕ ਕੁਰਾਨ ਪਾਕ ਦੇ ਵਿੱਚ ਆਉਂਦਾ ਹੈ ਕਿ ਅੰਬੀਆ ਸ਼ਾਇਰੀ ਨਹੀਂ ਕਰਦੇ। ਮਿਰਜ਼ੇ ਦਾ ਤੇ ਬਕਾਇਦਾ ਮਨਜ਼ੂਮ ਕਲਾਮ ਹੈ ਤੇਰੇ ਜ਼ਮੀਨ ਦੇ ਨਾਂ ਤੋਂ ਪੂਰੀ ਕਿਤਾਬ ਹੈ। ਉਹ ਭਾਈ ਜੀ ਉਹ ਪਹਿਲੇ ਕੀ ਹੁੰਦਾ ਸੀ ਜੇ ਇਹ ਫਰਾ ਆਪਣਾ ਤਖੱਲਸ ਉਹਨੇ ਰੱਖਿਆ ਹੁੰਦਾ ਸੀ। ਇਸ਼ਕ ਮਸ਼ੂਕੀ ਇੱਕ ਕੁੜੀ ਤੇ ਇਸ਼ਕ ਦੇ ਵਿੱਚ ਗ੍ਰਿਫਤਾਰ ਹੋ ਗਿਆ ਸੀ ਤੇ ਉਹ ਫਿਰ ਜਨਾਬ ਬੜੀ ਉਹਨੇ ਆਸ਼ਿਕਾਨਾ ਉਹ ਜਿਹੜੀ ਡਾਇਰੀ ਲਿਖੀ ਜੇ ਸੀਰਤੁਲ ਮਹਿਦੀ ਦੇ ਵਿੱਚ ਜਿਹੜੀ ਇਹਨੂੰ ਡਾਇਰੀ ਲੱਭੀ ਸੀ। ਹਾਂਜੀ ਉੱਥੇ ਜੀ ਫਰਾ ਨਾਮ ਦੀ ਸ਼ਾਇਰੀ ਤਖੱਲੁਸ ਨੇ ਫਰਾ ਰੱਖਿਆ ਹੁੰਦਾ ਸੀ ਆਪਣਾ। ਤੇ ਬੜੀ ਘਟੀਆ ਕਿਸਮ ਦੀ ਸ਼ਾਇਰੀ ਕੀਤੀ ਇਸ ਨੂੰ। ਆਰੀਆ ਧਰਮ ਚ ਬੜੀ ਚੰਗੀ ਕੀਤੀ। ਨਹੀਂ ਉਹ ਬਾਈ ਇਸ਼ਕ ਮਸ਼ੂਕੀ ਵਾਲੀ ਸ਼ਾਇਰੀ ਉੱਥੇ ਤੇ ਚਲੋ ਉਹ ਵੀ ਹੈ ਆਰੀਆ ਧਰਮ ਚ ਕਿਹੜੀ ਇਹਨੇ ਕਤਲੋ ਗਾਰਤ ਕੀਤੀ, ਉਹਦੇ ਚ ਵੀ ਇਸ਼ਕ ਮਸ਼ੂਕੀ ਅੱਲਾਹੁ ਅਕਬਰ। ਸ਼ਾਇਦ ਭਾਈ ਇਹ ਤੁਸੀਂ ਆਰੀਆ ਧਰਮ ਦੀ ਗੱਲ ਕੀਤੀ ਨਾ ਤੇ ਉਹ ਨਿਯੋਗ ਵਾਲੀ ਸ਼ਾਇਰੀ ਦੀ ਗੱਲ ਕੀਤੀ। ਚਲੋ ਇਹਨੇ ਜਿਹੜੀ ਨਿਯੋਗ ਦੀ ਸ਼ਾਇਰੀ ਕੀਤੀ ਹੈ ਨਾ ਉਹਦੇ ਵਿੱਚ ਜੋ ਇਹਨੇ ਮੁਗੱਲਜ਼ਾਤ ਲਿਖੀਆਂ ਨੇ ਉਹ ਤੇ ਆਪਣੀ ਜਗ੍ਹਾ ਦੇ ਉੱਤੇ, ਲੇਕਿਨ ਇੱਕ ਹੋਰ ਤੁਸੀਂ ਚੀਜ਼ ਵੇਖੋ ਕਿ ਜਿਹੜੇ ਸਨਾਤਨ ਧਰਮ ਦੇ ਲੋਕ ਨੇ ਨਾ, ਠੀਕ ਹੈ, ਜਾਂ ਵਿਚਾਰਾਂ ਦੇ ਵਿੱਚ ਜਿਹੜਾ ਨਿਯੋਗ ਦਾ ਕਨਸੈਪਟ ਲਿਖਿਆ ਹੈ ਉਹਦੇ ਵਿੱਚ ਇਹ ਵੀ ਕਿ ਜਿਹੜਾ ਬ੍ਰਾਹਮਣ ਹੈ ਨਾ ਉਹ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਗਾਲਿਬਨ 1 ਦਫਾ ਜਾਂ 3 ਦਫਾ ਜਿਹੜਾ ਵਾ ਨਿਯੋਗ ਕਰ ਸਕਦਾ ਵਾ। ਠੀਕ ਹੈ, ਉਹਦੇ ਉੱਤੇ ਵੀ ਇਹਨੇ ਇਲਜ਼ਾਮ ਲਾਇਆ ਹੈ ਕਿ ਇਹਨਾਂ ਦੀਆਂ ਔਰਤਾਂ 5-5 7-7 ਵਾਰੀ ਜਿਹੜਾ ਵਾ ਨਾ
ਤੇ ਇਹਨਾਂ ਦੇ ਆ ਜਿਹੜੇ ਆਪਣਾ ਬ੍ਰਾਹਮਣ ਨੇ ਉਹ 5-7 ਵਾਰੀ ਕਰਦੇ ਆ। ਫਿਰ ਉਹਦੀਆਂ ਜਿਹੜੀਆਂ ਸ਼ਰਾਇਤ ਨੇ ਉਹਦੇ ਵਿੱਚ ਵੀ ਇਹ ਲਿਖਿਆ ਹੈ ਕਿ ਸ਼ਹਵਤ ਦੀ ਕਮੀ ਵਾਸਤੇ ਨਿਯੋਗ ਦੇ ਦੌਰਾਨ ਜਿਹੜਾ ਵੇ ਮਰਦ ਤੇ ਔਰਤ ਉਹਨਾਂ ਦੇ ਜਿਸਮ ਦੇ ਉੱਤੇ ਤੇਲ ਜਿਹੜਾ ਵੀ ਉਹ ਮਲਿਆ ਜਾਏ। ਠੀਕ ਹੈ हाँ जी, जिस्म पर तेल मल ले यानी उज़्वे तनासल पर साफ लफज लिखा है। ਲੇਕਿਨ ਜਿਹੜੀ ਨਿਯੋਗ ਦੀਆਂ ਸ਼ਰਤਾਂ ਨੇ ਨਾ हाँ जी, ਹਿੰਦੂ ਧਰਮ ਦੀਆਂ ਕਿਤਾਬਾਂ ਦੇ ਵਿੱਚ ਉਹਨਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਲਿਖੀਆਂ। ਜਿਹੜੀਆਂ ਨੇ ਮੁਗੱਲਸ ਲਿਖੀਆਂ ਨੇ ਉਹ ਤੇ ਆਪਣੀ ਜਗ੍ਹਾ ਦੇ ਉੱਤੇ, ਲੇਕਿਨ ਹਿੰਦੂਆਂ ਦੇ ਉੱਤੇ ਵੀ ਝੂਠੇ ਇਲਜ਼ਾਮ ਲਾਏ ਨੇ ਕਿ ਤੁਹਾਡੇ ਨਿਯੋਗ ਦੀ ਇਹ ਸ਼ਿਕਾਇਤ ਹੈ। ਇਸ ਤਰ੍ਹਾਂ ਬਾਬਾ ਗੁਰੂ ਨਾਨਕ ਜੀ ਦੇ ਬਾਰੇ ਚ ਨਹੀਂ ਸੀ ਕਹਿੰਦਾ ਕਿ ਮੁਸਲਮਾਨ ਹੋ ਗਏ ਸਨ, ਝੂਠ ਮਨਸੂਬ ਕਰਦਾ ਸੀ। अच्छा जी, ਇਹ ਜਿਹੜੀ ਕਿਤਾਬ ਹੈ ਨਾ, ਇਹ ਜਦੋਂ ਕੋਈ ਮਰਜ਼ਈ ਕੋਈ ਕੁੱਤਾ ਭੌਂਕੇ ਨਾ ਸਾਡੇ ਔਲੀਆ ਕਰਾਮ ਤੇ, ਠੀਕ ਹੈ, ਇਹ ਕਲਾਮੇ ਜ਼ਫਰ ਉਹਨਾਂ ਦੇ ਮੂੰਹ ਤੇ ਮਾਰੋ। ਠੀਕ ਹੈ, ਇਹਨੇ 2-4 ਆਪਣੇ ਬਾਰੇ ਦੇ ਵਿੱਚ ਹਵਾਲੇ ਲਿਖ ਕੇ ਤੇ ਜਨਾਬਨ ਕੀ ਕਹਿੰਦੇ ਨੇ ਇਹ ਬਾਕੀ ਸਾਰੀ ਸ਼ੇਰੋ ਸ਼ਾਇਰੀ ਕੀਤੀ ਹੈ ਕਿਸੇ ਗਾਲਬ ਦੀ ਨਜਾਇਜ਼ ਔਲਾਦ। ਯਕੀਨ ਕਰੋ ਯਾਰ ਜੀ ਇਹ ਕਾਦੀਆਨੀ ਨੇ ਨਾ ਐਮਡੀ ਇੰਨਾ ਪੜ੍ਹਦੇ ਲਿਖਦੇ ਨਹੀਂ ਨੇ। ਯਕੀਨ ਕਰੋ ਇਹ ਮਿਰਜ਼ੇ ਕਿਤਾਬਾਂ ਆਪਣਾ ਲਿਟਰੇਚਰ ਆਪਣੀ ਜਮਾਤ ਦੀਆਂ 2 ਨੰਬਰੀਆਂ ਵੇਖਣੀਆਂ ਸ਼ੁਰੂ ਕਰ ਦੇਣ ਨਾ, ਜਿਹੜਾ ਅਸੀਂ ਇਹ ਗੱਲ ਕਰਦੇ ਪਿਆ ਕਿ ਕਿਤਾਬਾਂ ਲਾ ਦਿੰਦੇ ਨੇ, ਹਵਾਲੇ ਲਾ ਦਿੰਦੇ ਨੇ, ਸਫੇ ਅੱਗੇ ਪਿੱਛੇ ਕਰ ਦਿੰਦੇ ਨੇ। ਯਕੀਨ ਕਰੋ ਬੰਦੇ ਦੀ ਹਿਦਾਇਤ ਵਾਸਤੇ ਇੰਨਾ ਹੀ ਸਿਰਫ ਕਾਫੀ। ਪਰ ਇਹ ਬਸ ਨਹੀਂ ਪੜ੍ਹਨ ਨਹੀਂ ਨਾ ਦਿੰਦੇ, ਇਹਨਾਂ ਦੇ ਜ਼ਿੰਦਗੀ ਸ਼ੁਰੂ ਤੋਂ ਬਿਠਾ ਦਿੱਤਾ ਗਿਆ ਜੀ ਮੋਦੀ ਤੇ ਸਾਡੇ ਦੁਸ਼ਮਣ ਨੇ ਤੇ ਇਸ ਤਰ੍ਹਾਂ ਤੇ ਉਸ ਤਰ੍ਹਾਂ। ਮਿਰਜ਼ੇ ਦੀਆਂ ਕਿਤਾਬਾਂ ਦੇ ਨੇੜੇ ਨਹੀਂ ਜਾਣਾ। ਜੇ ਕੋਈ ਮਸਲਾ ਹੈ ਕੋਲ ਚਲੇ ਜਾਣਾ ਤੇ ਫਿਰ ਅੱਧੀ ਬਾਅਦ ਮੱਕੀ ਤੇ ਮੱਕੀ ਮਾਰ ਦੇਣੀ ਜੋ ਉਹ ਪੜ੍ਹਾ ਦੇ ਤੁਹਾਨੂੰ। ਮੈਂ ਤੇ ਜਨਾਬ PDF ਕਰ ਲਈ ਜੀ, ਕਿਤਾਬ ਡਾਊਨਲੋਡ ਕਰ ਲਈ ਜੀ, ਕਲਾਮੇ ਅਹਿਮਦ। ਹਾਲਾਂ ਇਹਨਾਂ ਦੇ ਉੱਤੇ ਜਿਹੜਾ ਨਾ ਲਾਜ਼ਮ ਹੈ ਕਿ ਮਿਰਜ਼ੇ ਦੀਆਂ ਕਿਤਾਬਾਂ ਪੜ੍ਹਨ, ਕਿਉਂਕਿ ਮਿਰਜ਼ਾ ਕਹਿੰਦਾ ਹੈ ਜਿਹੜਾ 3 ਦਫਾ ਕਮ ਅਜ਼ ਕਮ ਮੇਰੀਆਂ ਕਿਤਾਬਾਂ ਨਾ ਪੜ੍ਹੇ ਉਹਦੇ ਮਾਨ ਤੇ ਛੱਡ ਕੇ ਤੇ ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਲਿਖਦਾ ਵੇ, ਕਹਿੰਦਾ ਹੈ ਕਿ ਮਿਰਜ਼ੇ ਦੀਆਂ ਕਿਤਾਬਾਂ ਪੜ੍ਹਨ ਵਾਲੇ ਲੋਕ ਜਿਹੜੇ ਨੇ ਨਾ ਉਹਨਾਂ ਦੇ ਉੱਤੇ ਵੀ ਫਰਿਸ਼ਤੇ ਇੰਨੀ ਬਰਕਤ ਹੈ ਉਹਦੀ ਕਿਤਾਬਾਂ, ਉਹਨਾਂ ਨੂੰ ਤੇ ਪੜ੍ਹਨੀਆਂ ਚਾਹੀਦੀਆਂ ਨੇ। हद होंदी है बेहिचकी और बेशर्मा। बहुत गंदा लिटरेचर है यार, बहुत गंदा लिटरेचर। मुफ्ती साहब ਤੁਹਾਨੂੰ ਪਤਾ ਇਹਨਾਂ ਨੇ ਗਾਣੇ ਵਾਲੀ ਵੀ ਇੱਕ ਕਿਤਾਬ ਲਿਖੀ ਜੇ, ਗਾਣੇ ਵਾਲੀ ਸ਼ਾਦੀ ਵਿਆਹ ਕੇ ਗੀਤ। ਹਾਂ ਉਹ ਮਤਲਬ ਗਾਣੇ ਵਾਲੀ ਕਿਤਾਬ ਵੀ ਹੈ। ਆਹੋ ਆਹੋ ਉਹ ਵੀ ਲਿਖੀ ਹੈ। ਸਿਲਸਿਲਾ ਕੁਤਬ ਦੇ ਵਿੱਚ ਇਖਲਾਕੀ ਮਸਾਇਲ ਬੜਾ ਕੁਝ ਨਹੀਂ, ਇਖਲਾਕੀ ਮਸਾਇਲ ਨਹੀਂ, ਇਸ ਅਲ ਇਸਲਾਮ ਲਾਇਬ੍ਰੇਰੀ ਚ ਇੱਥੇ ਵੀ ਜਨਾਬਨ ਕੀ ਕਹਿੰਦੇ ਨੇ ਕੁਫਰਾਨਾ ਕਲਮਾਤ ਲਿਖੇ ਨੇ ਕਿ ਇਸਲਾਮ ਚ ਸ਼ੇਰ ਓ ਸ਼ਾਇਰੀ ਜਾਇਜ਼ ਹੈ। ਇਖਲਾਕਿयात, ਹਾਏ ਹਾਏ। ਇੱਕ ਕਿਤਾਬ ਦਾ ਨਾਮ ਵੇਖੋ ਮੁਫਤੀ ਸਾਹਿਬ ਕੈਸਾ ਹੈ, ਕਰ ਨਾ ਕਰ, ਕਰ ਨਾ ਕਰ। ਜੇ ਨਹੀਂ ਗੰਦਾ ਇਹਨਾਂ ਕੰਜਰਾਂ ਦਾ। ਜੇ ਕਿਤਾਬ ਦਾ ਟਾਈਟਲ ਗੰਦਾ ਹੋਣਾ ਵੇ ਤੇ ਫਿਰ ਇਹ ਕਿੰਨੇ ਲਿਖੀ ਹੈ, ਡਾਕਟਰ ਮੀਰ ਮੁਹੰਮਦ ਇਸਮਾਇਲ। ਕਰ ਨਾ ਕਰ, ਨਾਮ ਤੇ ਵੇਖੋ ਤੁਸੀਂ ਰੱਖਾ ਕਰ ਨਾ ਕਰ, ਕਰ ਨਾ ਕਰ ਦੇ ਲਫ਼ਜ਼ ਇਸਤੇਮਾਲ ਕੀਤਾ ਨਾ ਅਲ ਇਸਲਾਮ ਲਾਇਬ੍ਰੇਰੀ, ਮੈਨੂੰ ਉਹ ਰਹੀ ਯਾਦ ਆ ਗਿਆ ਜਿਹੜਾ ਕਹਿੰਦੇ ਨੇ ਕਿ ਅਲ ਇਸਲਾਮ ਲਾਇਬ੍ਰੇਰੀ ਤੇ ਜਾ ਕੇ ਸਰਚ ਕरें। रहील यूट्यूब वाला, आहो रहील कहते हो गई है 101। अल्लाह ताला के फजल करम से। हाँ जी 101 कहते हो गई है 101 कहते हो गई है 101। अल्लाह ताला के फजल करम, अल्लाह ताला के। अच्छा सर जी और लोथड़े
ਰਹੀਲ ਕਿਧਰੇ ਨਜ਼ਰ ਨਹੀਂ ਆਇਆ ਅੱਜ ਕੱਲ, ਉਹ ਤੇ ਬੜੇ ਅਰਸੇ ਤੱਕ ਗਾਇਬ ਹੋਇਆ ਦੌੜੇ। ਸਾਹਿਬ ਉਹਨੂੰ ਬੜੇ ਅਰਸੇ ਦਾ ਜਿਹੜਾ ਵਾ ਨਾ ਉਹ ਗਾਇਬ ਹੋ ਗਿਆ ਹੈ। ਤੇ ਥੋੜੇ ਦਿਨ ਪਹਿਲੇ ਯਾਸਰ ਭਾਈ ਨੇ ਮੈਨੂੰ ਦੱਸਿਆ ਕਿ ਕੰਦਰ ਸਾਹਿਬ ਮਾਜ਼ਰਤ ਲੋਥੜੇ ਦਾ ਆਪੇ ਪੁੱਛਦੇ ਹੋ ਨਾ ਬਈ ਉਹ ਲੋਥੜਾ ਨਕੰਮਾ ਕਿੱਧਰ ਗਿਆ, ਉਹ ਥੱਲੇ ਆ ਗਿਆ। ਸ਼ਾਹ ਸਾਹਿਬ ਉਹਨੇ ਯਾਸਰ ਭਾਈ ਨੇ ਕੁਝ ਹਫ਼ਤਾ ਪਹਿਲੇ ਮੈਨੂੰ ਦੱਸਿਆ ਸੀ ਕਿ ਰਹੀਲ ਜਿਹੜਾ ਵਾ ਨਾ ਉਹਨੇ ਇੰਸਟਾਗ੍ਰਾਮ ਦੇ ਉੱਤੇ ਧੱਕੇ ਧੁੱਕੇ ਖਾ ਰਿਹਾ ਹੁੰਦਾ। ਇੰਸਟਾਗ੍ਰਾਮ ਤੇ ਹਾਂ ਆ ਚੋਰ ਦਰਵਾਜ਼ੇ ਤੇ ਖੋਲੇ ਨੇ। ਰੱਖਾ ਉਹਦਾ ਅਸਲ ਨਾਮ ਅਬਦੁਲ ਮੋਮਿਨ ਸੀ। ਅਬਦੁਲ ਮੋਮਿਨ ਤੇ ਉਹ ਲੋਕਾਂ ਨੂੰ ਇਹਨਾਂ ਨੇ ਐਵੇਂ ਬੇਵਕੂਫ ਬਣਾਇਆ ਸੀ ਰਹੀਲ ਕਹਿ ਕੇ। ਉਹ ਬਸ ਐਸੇ ਤਰ੍ਹਾਂ ਹੀ ਹੈ ਨਾ, ਮਿਰਜ਼ੇ ਨੇ ਵੀ ਤੇ ਆਹੀ ਕੰਮ ਪਾਇਆ ਸੀ ਨਾ। ਇੱਥੇ ਇੱਕ ਨਾ ਟਿਕਟਾਕ ਤੇ ਇੱਕ ਕਾਦੀਆਨੀ ਮੁਰੱਬੀ ਜੱਟ ਨਾਮ ਦੀ ਆਈਡੀ ਤੋਂ ਆਂਦਾ ਰਿਹਾ ਸ਼ੁਰੂ ਦਿਨ ਤੋਂ, ਤੇ ਅੱਜ ਤੱਕ ਨਹੀਂ ਸੀ ਕਿਸੇ ਨੂੰ ਪਤਾ ਕਿ ਇਹਦਾ ਅਸਲ ਨਾਮ ਕੀ ਹੈ। ਮੁਫਤੀ ਸਾਹਿਬ ਉਹਦੀ ਥੋੜੀ ਵੌਇਸ ਸੁਣਾ ਸਕਦੇ ਹੋ ਪਲੀਜ਼? ਅੱਜ ਸਵੇਰ ਕਾਲ ਕੀਤੀ ਸੀ ਮੈਨੂੰ WhatsApp ਤੇ ਆਪਣਾ ਨਾਮ ਦੱਸਦਾ ਪਿਆ, ਮੇਰਾ ਨਾਮ ਮਕਸੂਦ ਹੈ। ਮੁਫਤੀ ਸਾਹਿਬ ਜੇ ਪੋਸੀਬਲ ਹੈ ਤੇ ਉਹਨੂੰ ਸੁਣਾ ਸਕਦੇ ਹੋ ਥੋੜਾ ਜਿਹਾ? ਹਾਂਜੀ ਹੈਲੋ, ਮੈਂ ਚੈਨਲ ਤੋਂ ਸੁਣਾਣਾ ਵਾ। ਜੇ ਕਹਿੰਦੇ ਤਾਂ ਮੈਂ ਸੁਣਾ ਦੇਣਾ। ਤੁਸੀਂ ਸੁਣਾ ਦਿਓ, ਬਿਹਤਰ ਤੇ ਹੈ ਹੀ। ਜੇ ਚੈਨਲ ਤੇ ਹੈ ਪੂਰੀ ਤਾਂ ਕਾਲ ਹੀ ਸੁਣਾਓ ਨਾ। ਮੈਂ ਸੁਣਾਣਾ ਤੁਹਾਡੇ ਚੈਨਲ ਤੇ ਵੇ ਨਾ। ਭਾਈ ਕੀ ਹਾਲ ਚਾਲ ਜੀ? ਠੀਕ ਠਾਕ ਹੈ? ਇੱਕ ਮਿੰਟ ਠਹਿਰੋ। ਅਰੇ ਕੀ ਨਾਮ ਹੈ ਜੀ ਆਪ ਜਨਾਬ ਦਾ? ਮੇਰਾ ਨਾਮ ਮਕਸੂਦ ਭਾਈ ਜੀ। ਅੱਛਾ, ਮੈਂ ਨਾ ਅਸਲ 'ਚ ਟਿਕਟਾਕ ਤੇ ਲਾਈਵ ਬੈਠਾ ਸਾਂ ਤੇ ਉਹ ਜਦੋਂ ਫਿਰ ਟਿਕਟਾਕ ਤੇ ਲਾਈਵ ਹੋਈਏ ਤੇ ਉਦੋਂ ਫਿਰ ਉਹ ਕਾਲਾਂ ਦਾ ਪਤਾ ਨਹੀਂ ਚੱਲਦਾ ਕਿ ਕਾਲ ਕੋਈ ਆ ਰਹੀ ਹੈ ਕਿ ਨਹੀਂ। ਮੈਂ ਨਾ ਪਹਿਲੀ ਜਿਹੜੀ ਕਾਲ ਤੁਹਾਨੂੰ ਕੀਤੀ ਉਹ ਮਾਜ਼ਰਤ ਨਾਲ ਇੱਧਰ ਬੰਦਾ ਸੁੱਤਾ ਹੁੰਦਾ ਵਾ ਤੇ ਫਿਰ ਦੂਈ ਕਾਲ ਦੇ ਉੱਤੇ ਤੇ ਜੀ ਫਰਮਾਓ। ਮੈਂ ਹਜੇ ਵੀ ਲਾਈਵ ਹਾਂ ਤੇ ਸ਼ਾਇਦ ਭਾਈ ਤੁਸੀਂ ਚਲਾਓ ਯਾਰ, ਮੈਂ ਜ਼ਰਾ ਚੱਲਾਂ ਵਾਂ। ਠੀਕ ਹੋ ਗਿਆ। ਆ ਚਲਾਓ ਤੁਸੀਂ। ਠੀਕ ਹੈ, ਰੱਬ ਰੱਖਾ। अस्सलाम वालेकुम। ओके मुफ्ती लो जी मुफ्ती। इस प्रोग्राम में शरीक मेहमान और कॉल करने वालों की आरा, मौक़िफ़ और ख़यालात उनके अपने ज़ाती हैं और ज़रूरी नहीं कि वो हमारे चैनल और टीम के ख़यालात, आरा और मौक़िफ़ की अक्कासी करें। हम किसी दूसरे फ़र्द की आरा और मौक़िफ़ के ज़िम्मेदार नहीं।